ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਵੀਰਵਾਰ ਦਾ ਦਿਨ ਹੈ, 19 ਨਵੰਬਰ ਹੈ, ਵਰ੍ਹਾ 2020 ਦਾ, 5 ਮੱਘਰ ਨਾਨਕਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਸ਼ੁਰੂਆਤ ਦੇ ਵਿੱਚ 9:20 ਤੇ ਨਵਕਿੰਨ ਸਿੰਘ ਪੱਤੀ ਬਰਨਾਲਿਓਂ ਗੱਲਬਾਤ ਕਰਨਗੇ ਪੰਜਾਬ ਦੀਆਂ ਖਬਰਾਂ। ਉਸ ਤੋਂ ਬਾਅਦ ਕੁਝ ਇੱਕ ਦੋ ਸਥਾਨਕ ਖਬਰਾਂ ਜਿਹੜੀਆਂ, ਉਹ ਤੋਂ ਬਾਅਦ 9:40 ਤੇ MLA ਜਿਨੀ ਸਿਮਜ਼ ਮੈਨੂੰ ਜੁਆਇਨ ਕਰਨਗੇ ਕਿ ਕਰੋਨਾ ਦੇ ਬਾਰੇ ਕੀ ਹੋ ਰਿਹਾ, ਭਾਈਚਾਰੇ ਦੇ ਵਿੱਚ ਕੀ ਗੱਲਾਂ ਨੇ, ਬਾਹਰ ਕੀ ਨੇ। 700 ਦੇ ਕਰੀਬ ਕੇਸ, 10 ਮੌਤਾਂ, ਅਲਾਰਮਿੰਗ ਹੈ ਸਿਚੁਏਸ਼ਨ, ਉਹ ਦੱਸਣਗੇ। ਜਿਹੜੀ ਸਰਕਾਰ ਬਣਨ ਜਾ ਰਹੀ ਹੈ ਉਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਹੋਣ ਜਾ ਰਿਹਾ ਨਵਾਂ। ਅਤੇ 3 ਵਜੇ ਡਾਕਟਰ ਬੋਨੀ ਹੈਨਰੀ ਅਤੇ ਏਡਰੀਅਨ ਡਿਕਸ ਨੇ, ਹੈਲਥ ਮਿਨਿਸਟਰ ਨੇ ਕੀ ਕਹਿਣਾ। 10:10 ਤੇ ਸਿੱਖਾਂ ਦੀ ਭਾਰਤ 'ਚ ਹੋਈ ਨਸਲਕੁਸ਼ੀ ਦੇ ਸੰਬੰਧੀ ਸਿੱਖ ਕੌਮ ਵੱਲੋਂ ਜਿਹੜੀ ਜੈਨੋਸਾਈਡ ਨਸਲਕੁਸ਼ੀ ਦੇ ਖਿਲਾਫ ਇੱਕ ਮੁਹਿੰਮ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ, ਇਸ ਵੀਕਐਂਡ 'ਤੇ ਖੂਨਦਾਨ ਕੈਂਪ ਲੱਗਣੇ ਨੇ, ਉਹਦੇ ਲਈ ਕੁਛ ਵਲੰਟੀਅਰ ਗੱਲਬਾਤ ਕਰਨਗੇ 10:10 ਤੇ। ਉਸ ਤੋਂ ਬਾਅਦ 10:25 ਤੇ ਅਫਗਾਨਿਸਤਾਨ ਦੇ ਵਿੱਚ ਆਸਟ੍ਰੇਲੀਆ ਦੀ ਫੌਜ ਵੱਲੋਂ ਕੀਤੇ ਜ਼ੁਲਮਾਂ ਦੀ ਦਾਸਤਾਂ ਦਾ ਕੱਚਾ ਚਿੱਠਾ ਬਾਹਰ ਨਿਕਲਿਆ ਕਿ ਕਿਸ ਤਰ੍ਹਾਂ 29 ਵਾਰ ਉਹਨਾਂ ਨੇ ਗੋਲੀਆਂ ਚਲਾਈਆਂ ਅਤੇ 39 ਦੇ ਕਰੀਬ ਬੰਦੇ ਮਾਰੇ। ਕਿਸ ਤਰ੍ਹਾਂ ਮਾਰੇ? ਹੈਲੀਕਾਪਟਰ ਦੇ ਵਿੱਚ ਇੱਕ ਜਗ੍ਹਾ ਨਹੀਂ, ਬੰਦੇ ਨੂੰ ਗੋਲੀਓ ਮਾਰਤੀ। ਇਹ ਗੱਲਬਾਤ ਹੋਏਗੀ। ਲੋਕਲ ਸਿੱਖ ਰਾਜਨੀਤੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਇੱਥੇ ਛਾਪਣ ਦੀ ਗੱਲ ਹੋਈ ਸੀ, ਕੌਮ ਨੇ ਰਲ ਕੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਨਿੱਜ ਸਥਾਨਾਂ 'ਤੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਪਹੁੰਚਾਇਆ ਸੀ। ਨਾਲ ਹੀ ਮਸ਼ੀਨਾਂ ਜਿਹੜੀਆਂ ਪ੍ਰਿੰਟਿੰਗ ਦੀਆਂ ਉਹ ਚੱਕ ਲੈਂਦੇ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਹਿ ਰਿਹਾ ਕਿ ਉਹ ਮੋੜੋ। ਇਸ 'ਤੇ ਗੱਲਬਾਤ ਲੋਕਲ ਰਾਜਨੀਤੀ ਦੇ ਵਿੱਚ, ਕਮਿਊਨਿਟੀ ਦੇ ਵਿੱਚ ਫੇਰ ਚੱਲੀ ਹੈ ਕਿ ਪੈਸਿਆਂ ਵਾਲੇ ਲੋਕ, ਇਹ ਵਪਾਰੀ ਲੋਕ ਜਿਹੜੇ ਨੇ, ਇਹ ਕਿੱਥੇ ਕਿੱਥੇ ਤੱਕ ਮਾਰ ਕਰਦੇ। 604 204 0600 ਆਨ 에ਅਰ ਨੰਬਰ ਹੈਗਾ, 6042040600। ਸ਼ੇਰੇ ਪੰਜਾਬ radio.ca ਤੇ ਲਿਸਨ ਲਾਈਵ ਸੁਣ ਰਹੇ ਹੋ ਜਿੱਥੇ ਵੀ ਦੁਨੀਆ 'ਚ ਬੈਠੇ ਹੋ। ਐਪ ਆਹ ਹਫ਼ਤੇ ਦੇ ਵਿੱਚ ਤੁਹਾਡੀ ਸੇਵਾ 'ਚ ਹਾਜ਼ਰ ਹੋ ਜਾਣਾ ਹੈ। ਸੁਨੇਹਾ ਭੇਜ ਦਿਓ, ਦੱਸ ਦਿਓ ਕਿ ਜਿੱਥੇ ਤੱਕ ਸੂਈ ਘੁੰਮਦੀ ਹੈ, ਸੁੱਚ ਘੁੰਮ ਕੇ 600 ਤੇ 1550 ਦੇ ਵਿੱਚ, ਕਿਉਂਕਿ ਫਿਕਸ ਕਰਤਾ, ਕਹਿੰਦੇ 1550 ਹੀ ਚੱਲਦਾ ਹੁੰਦਾ ਉਹਦੇ ਦਿੱਤਾ ਰੇਡੀਓ, ਤੇ ਹੋਰ ਕਿਵੇਂ ਚੱਲੂ? ਮੈਂ ਕਿਹਾ ਪਿੱਛੇ ਨੂੰ ਸੂਈ ਮੋੜ ਲਿਆਓ, 600 ਤੇ ਲੈ ਆਓ, ਉੱਥੇ ਸ਼ੇਰੇ ਪੰਜਾਬ ਚੱਲਦਾ। ਸ਼ੇਰੇ ਪੰਜਾਬ 600 AM ਤੇ ਸੁਣੋ ਜਿੱਥੇ ਵੀ ਬੈਠੇ ਹੋ। ਗੁਰੂ ਕਿਰਪਾ ਦੇ ਨਾਲ 200 ਕਿਲੋਮੀਟਰਾਂ ਦੇ ਵਿੱਚ ਕਲੀਅਰ ਸੁਣਦਾ। ਸਿਆਟਲ ਤੋਂ ਟੱਪ ਕੇ ਓਲੰਪੀਆ ਰਾਜਧਾਨੀ ਅਤੇ ਸਾਡੀ ਰਾਜਧਾਨੀ ਵਿਕਟੋਰੀਆ ਦੇ ਵਿੱਚ ਨਨੈਮੋ 'ਚ, ਅਤੇ ਇੱਧਰਲੇ ਬੰਨੇ ਕੈਮਲੂਪਸ ਕਲੋਨਾ ਦੇ ਵਿੱਚ ਵਿਸਲਰ ਤੱਕ ਸਾਰੇ ਤੁਸੀਂ ਟਿਊਨ ਇਨ ਸੁਣ ਰਹੇ ਹੋ। ਸ਼ੇਰੇ ਪੰਜਾਬ radio.ca ਵੈਬਸਾਈਟ ਹੈ ਜਿੱਥੇ ਤੁਸੀਂ ਲਿਸਨ ਲਾਈਵ, ਅਤੇ ਐਪ ਛੇਤੀ ਆ ਜਾਣਾ। 6042040600 ਆਨ 에ਅਰ ਨੰਬਰ ਹੈ। 60 ਆਟੋਆਂ ਫੁੱਲਾਂ ਦੇ ਉੱਤੇ ਨਚਾ ਲੈਂਦੇ, ਕੁੱਤੀਆਂ ਦਿੰਦੇ ਨੇ ਚਾੜ ਘੀਰਿਆਂ ਤੇ। ਕਾਟੋਆਂ ਫੁੱਲਾਂ ਦੇ ਉੱਤੇ ਨਚਾ ਲੈਂਦੇ, ਕੁੱਤੀਆਂ ਦਿੰਦੇ ਨੇ ਚਾੜ ਘੀਰਿਆਂ ਤੇ। ਦਿੰਦੇ 4 ਬਦਾਮ ਕਬੂਤਰਾਂ ਨੂੰ, ਮੁਰਗੀਆਂ ਆਂਡੇ ਦੇ ਆਉਂਦੀਆਂ ਨੀਰਿਆਂ ਤੇ। ਕਦੇ ਘਿਓ ਦੇ ਕੜਾਹੇ ਵੀ ਡੋਲ ਦਿੰਦੇ, ਕਦੇ ਗੁੜ ਦੀ ਰੋੜੀ ਨੀ ਵੀ ਲੈਣ ਦਿੰਦੇ। ਲੰਘੇ ਹਾਥੀ ਨੂੰ ਪੂੰਛ ਤੋਂ ਖਿੱਚ ਲੈਂਦੇ, ਨਾਲੇ ਚਿੜੀ ਨੂੰ ਚੂੰ ਨਹੀਂ ਕਹਿਣ ਦਿੰਦੇ, ਨਾਲੇ ਚਿੜੀ ਨੂੰ ਚੂੰ ਨਹੀਂ ਕਹਿਣ ਦਿੰਦੇ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ। 9:17 ਜੀ। ਸਾਰਿਆਂ ਦਾ ਧੰਨਵਾਦ। ਧੁੱਪ ਨਿਕਲੀ ਹੋਈ ਹੈ, ਵੀਰਵਾਰ ਦਾ ਦਿਨ ਹੈ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਤੋਂ ਕਰਾਂਗੇ। ਪੰਜਾਬ ਦੇ ਕੀ ਹਾਲਾਤ ਨੇ, ਸੰਘਰਸ਼ ਕਿੱਧਰ ਨੂੰ ਚੱਲ ਰਿਹਾ, ਕੀ ਹੋਏਗਾ। ਬੈਂਸ, ਸਿਮਰਜੀਤ ਸਿੰਘ ਬੈਂਸ, ਉਹਨਾਂ ਦਾ ਕੀ ਰੇੜਕਾ ਪਿਆ ਹੋਇਆ, ਗੱਲ ਨਿਕਲ ਜੂ ਜਾਂ ਗੱਲ ਫਸ ਜੂ ਵਿੱਚ। ਇਹਦੇ 'ਤੇ ਵਿੱਤੀ ਸੰਕਟ ਦੀਆਂ ਗੱਲਾਂ ਅਤੇ ਪਾਕਿਸਤਾਨ ਦੀ ਕੁਝ ਖਬਰ, ਕੇਜਰੀਵਾਲ ਦੀ ਖਬਰ, ਅਤੇ
ਬਿਹਾਰ 'ਚ ਅਸਤੀਫਿਆਂ ਦੀ ਸ਼ੁਰੂ ਗੱਲ ਹੋ ਗਈ, ਰਾਣਿੰਦਰ ਈਡੀ ਦੇ ਅੱਗੇ ਪੇਸ਼ ਹੋਊ ਕਿ ਨਹੀਂ, ਤੇ ਬੰਬੇ ਦੇ ਵਿੱਚ ਕਰਾਚੀ ਦਾ ਨਾਂ ਸੁਣ ਕੇ ਸ਼ਿਵ ਸੈਨਾ ਵਾਲਿਆਂ ਨੇ ਬੰਦਾ ਘੇਰ ਲਿਆ। ਸੋ ਅੱਜ ਇਸ ਦੀ ਗੱਲਬਾਤ ਨਵਕਿਰਨ ਸਿੰਘ ਪੱਤੀ ਉਹਨਾਂ ਨਾਲ ਹੋਵੇਗੀ। ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਮੇਰੇ ਨਾਲ ਨੇ। ਨਵਕਿਰਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਤੁਹਾਨੂੰ ਤੇ ਸ਼ੇਰੇ ਪੰਜਾਬ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਨੂੰ ਕਰਦਾ ਸਾਰੇ ਪੰਜਾਬੀ ਖੁਸ਼ੀਆਂ ਚ ਹੋਣਗੇ ਜੀ। ਗਿੱਲ ਸਾਹਿਬ, ਸਿਮਰਜੀਤ ਬੈਂਸ ਦੇ ਲਈ ਕਈਆਂ ਨੇ ਰਲ ਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ 'ਚ ਕਿਹੜੀ ਗੱਲ ਹੋਈ? ਜੀ ਗਿੱਲ ਸਾਹਿਬ, ਦੇਖੋ, ਸਿਮਰਜੀਤ ਬੈਂਸ ਦਾ ਮਾਮਲਾ ਗਾ ਜਿਹੜਾ ਉਹ ਪੰਜਾਬ ਦਾ ਭੱਖ ਦਾ ਮਸਲਾ ਬਣਿਆ ਹੋਇਆ। ਸਿਮਰਜੀਤ ਬੈਂਸ ਦੇ ਖਿਲਾਫ ਇੱਕ ਔਰਤ ਨੇ ਬਲਾਤਕਾਰ ਦੇ ਦੋਸ਼ ਨੇ ਜਿਹੜੇ ਉਹ ਲਗਾਏ ਨੇ। ਔਰਤ ਲਗਾਤਾਰ ਮੀਡੀਆ 'ਚ ਆ ਰਹੀ ਹੈ, ਲਗਾਤਾਰ ਪੁਲਿਸ ਨਾਲ ਇਨਕੁਆਇਰੀ ਦੇ ਵਿੱਚ ਸਹਿਯੋਗ ਕਰ ਰਹੀ ਹੈ। ਉਹਨੇ ਸਬੂਤ ਦੇ ਵਜੋਂ ਕੁਝ ਆਡੀਓਜ਼ ਦਿੱਤੀਆਂ ਨੇ, ਕੁਝ ਚੈਟ ਆ ਜਿਹੜੀ ਉਹ ਪੁਲਿਸ ਨੂੰ ਦਿੱਤੀ ਆ, ਕੁਝ ਡਿਲੀਟ ਹੋਇਆ ਜਿਹੜਾ ਸਮਾਨ ਸੀ ਉਹ ਪੁਲਿਸ ਦੁਬਾਰੇ ਚਾਹੇ ਤਾਂ ਰਿਕਵਰ ਕਰ ਸਕਦੀ ਆ। ਸੋ ਇਹ ਮਸਲਾ ਕਾਫੀ ਭਖਿਆ ਹੋਇਆ। ਇਸ ਮਸਲੇ ਦੇ ਉੱਤੇ ਹੁਣ ਉਹ ਲੋਕ ਵੀ ਬੋਲੇ ਨੇ ਜਿਹੜੇ ਕਿਸੇ ਸਮੇਂ ਸਿਮਰਜੀਤ ਬੈਂਸ ਦੇ ਨਾਲ ਰਹੇ ਸੀਗੇ। ਇਸ ਮਸਲੇ ਦੇ ਉੱਤੇ ਗਿੱਲ ਸਾਹਿਬ, ਹੀਰਾ ਸਿੰਘ ਗਾਬੜੀਆ ਜਿਹੜਾ ਜੇਲ੍ਹ ਮੰਤਰੀ ਵੀ ਰਿਹਾ, ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਦੇ ਨਾਲ ਮਹੇਸ਼ਿੰਦਰ ਗਰੇਵਾਲ, ਇਸ ਤੋਂ ਇਲਾਵਾ ਉਹਦੇ ਨਾਲ ਹਰੀਸ਼ ਰਾਏ ਟਾਂਡਾ ਜਿਹੜਾ ਵਕੀਲ, ਇਹ ਸਾਰੇ ਮੌਜੂਦ ਰਹੇ। ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਨਲੀ ਹੀਰਾ ਸਿੰਘ ਗਾਬੜੀਆ ਨੇ ਕੁਝ ਸਵਾਲ ਨੇ ਜਿਹੜੇ ਉਹ ਉਠਾਏ ਨੇ। ਹੀਰਾ ਸਿੰਘ ਗਾਬੜੀਆ ਉਹ ਵਿਅਕਤੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੈ ਕੇ ਆਇਆ ਸੀਗਾ ਸਿਮਰਜੀਤ ਬੈਂਸ ਹੋਰਾਂ ਨੂੰ। ਔਰ ਉਹਨੇ ਗਿੱਲ ਸਾਹਿਬ, ਪਤਾ ਨਹੀਂ ਹੁਣ ਉਹਦੀਆਂ ਗੱਲਾਂ ਸੱਚੀਆਂ ਨੇ ਜਾਂ ਝੂਠੀਆਂ ਨੇ, ਪਤਾ ਨਹੀਂ ਉਹਨੇ ਗੱਲਾਂ ਪ੍ਰੈਸ ਦੇ ਮੂਹਰੇ ਸੱਚ ਕਹੀਆਂ ਜਾਂ ਝੂਠ ਕਹੀਆਂ, ਪਰ ਜੋ ਉਹਨੇ ਕਿਹਾ ਹੁਣ ਦਾ ਰਿਕਾਰਡ ਹੈ। ਉਸਨੇ ਗਾਬੜੀਆ ਨੇ ਕਿਹਾ, ਉਹ ਕਹਿੰਦਾ ਇਹ ਬਹੁਤ ਹੀ ਗਰੀਬ ਪਰਿਵਾਰ ਸੀ। ਕਹਿੰਦਾ ਮੈਂ ਇਹਨਾਂ ਦੋਨਾਂ ਭਰਾਵਾਂ ਦੀਆਂ ਫੀਸਾਂ ਭਰਦਾ ਨੇ, ਇਹਦਾ ਬਾਪ ਜੌਬ ਕਰਦਾ ਸੀ, ਇਹਦੀ ਮਾਤਾ ਮੱਝਾਂ ਚਾਰਦੀ ਸੀ। ਔਰ ਉੱਥੋਂ ਕਹਿੰਦਾ ਇਹ ਇੱਕ ਵਾਰ ਕਹਿੰਦਾ ਇੱਥੇ ਤੱਕ ਹਾਲਤ ਬਣੀ ਸੀ, ਮੈਂ ਇਹਨੂੰ ਪੱਕੇ ਤੇ ਲਵਾਇਆ ਸਿਮਰਜੀਤ ਬੈਂਸ ਨੂੰ। ਉਸ ਤੋਂ ਬਾਅਦ ਕਹਿੰਦਾ ਇਹਨਾਂ ਦੇ ਵਿਆਹ ਹੋਏ, ਮੈਂ ਮਿਲਣੀਆਂ ਕੀਤੀਆਂ। ਆਫਟਰ ਦੈਟ ਉਹ ਇਹਨਾਂ ਨੂੰ ਸਿਆਸਤ ਦੇ ਵਿੱਚ ਲੈ ਕੇ ਆਇਆ। ਔਰ ਉਹ ਕਹਿੰਦਾ ਕਿ ਇਹਨਾਂ ਦੇ ਘਰੇ ਜਿਹੜੇ ਉਹ ਖਾਲਿਸਤਾਨੀ ਮੂਵਮੈਂਟ ਵੇਲੇ ਬਹੁਤ ਸਾਰੇ ਸਿੰਘ ਆ ਕੇ ਰੁਕਦੇ ਰਹੇ, ਹਾਲਾਂਕਿ ਉਹ ਹੋਰ ਸ਼ਬਦ ਵਰਤਦਾ, ਤਾਂ ਉਹ ਕਹਿੰਦਾ ਕਿ ਉਦੋਂ ਪੈਸੇ ਵੀ ਇਹਨਾਂ ਦੇ ਘਰ ਜਿਹੜੇ ਉਹ ਪਹੁੰਚਦੇ ਰਹੇ, ਜਿਹਦੇ ਨਾਲ ਇਹ ਕਰੋੜਾਪਤੀ ਬਣੇ। ਉਸ ਤੋਂ ਬਾਅਦ ਗਿੱਲ ਸਾਹਿਬ, ਹੁਣ ਮਸਲਾ ਜਿਹੜਾ ਗਾਬੜੀਆ ਨੇ ਕਿਹਾ, ਉਹ ਕਹਿੰਦਾ ਪਹਿਲਾਂ ਵੀ ਇੱਕ ਵਿਆਹੁਤਾ ਕੁੜੀ ਨੂੰ ਭਜਾ ਕੇ ਲੈ ਗਿਆ ਸੀ, ਇਹਦੀ ਗੱਡੀ ਖਰਾਬ ਹੋ ਗਈ ਸੀ ਜਾਂ ਰੁਕ ਗਈ ਸੀ ਹਿਮਾਚਲ ਪ੍ਰਦੇਸ਼ ਦੇ ਵਿੱਚ, ਸ਼ਿਮਲੇ ਦੇ ਉਰਲੇ ਪਾਸੇ, ਉੱਥੋਂ ਕਹਿੰਦਾ ਅਸੀਂ ਇਹਨੂੰ ਲੈ ਕੇ ਆਏ। ਤਾਂ ਹੁਣ ਜਿਹੜਾ ਇਹ ਮਸਲਾ ਗਾ, ਔਰ ਹੀਰਾ ਸਿੰਘ ਗਾਬੜੀਆ ਤੇ ਉਹਦੇ ਨਾਲ ਦੇ ਅਕਾਲੀ ਆਗੂ ਕਹਿ ਰਹੇ ਨੇ ਕਿ ਬਿਲਕੁਲ ਦਰੁਸਤ ਆ। ਔਰ ਹਰੀਸ਼ ਰਾਏ ਟਾਂਡਾ ਨੇ ਤਾਂ ਇੱਥੋਂ ਤੱਕ ਕਿਹਾ ਕਿ ਕਾਂਗਰਸ ਪਾਰਟੀ ਇਹਦੀ ਹਮਾਇਤ ਕਰ ਰਹੀ ਆ। ਅਦਰਵਾਈਜ਼ ਉਹ ਕਹਿੰਦੇ ਜਦੋਂ ਇੱਕ ਕਾਨੂੰਨ ਦੇ ਅਨੁਸਾਰ, ਕਿਉਂਕਿ ਇੱਕ ਵਕੀਲ ਵੀ ਨੇ, ਕਿ ਜਦੋਂ ਕੋਈ ਔਰਤ ਜਾ ਕੇ ਰੇਪ ਦੀ ਐਪਲੀਕੇਸ਼ਨ ਦਿੰਦੀ ਆ ਕਿ ਇਹਦੇ ਨਾਲ ਬਲਾਤਕਾਰ ਹੋਇਆ, ਉਹ ਵੀ ਉਹਨੇ ਹੱਥ ਲਿਖਤ ਚਿੱਠੀ ਆ ਜਿਹੜੀ ਹੱਥ ਲਿਖਤ ਪੁਲਿਸ ਨੂੰ ਦਿੱਤੀ ਹੈ, ਕੋਈ ਵਕੀਲਾਂ ਦਾ ਦਖਲ ਨਹੀਂ, ਕੋਈ ਇਸ ਰੂਪ ਦੀ ਤਿਆਰ ਕੀਤੀ ਹੋਈ ਨਹੀਂ ਹੈ, ਔਰ ਸਬੂਤ ਦਿੱਤੇ ਨੇ, ਤਾਂ ਇਹਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ। ਲੇਕਿਨ ਇੱਥੇ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਵੀ ਸਵਾਲ ਉੱਠਦੇ ਨੇ ਵੀ ਹੁਣ ਤੱਕ ਕਿਉਂ ਚੁੱਪ ਰਹੇ? ਜੇ ਇਹਨਾਂ ਕੋਲ ਐਡੇ ਵੱਡੇ ਸਬੂਤ ਸੀ, ਜੇ ਐਡੇ ਵੱਡੇ ਮਸਲੇ ਸੀ, ਤਾਂ ਹੁਣ ਤੱਕ ਗਾਬੜੀਆ ਕਿਉਂ ਨਹੀਂ ਬੋਲੇ? ਹੁਣ ਤੱਕ ਇੰਨੀਆਂ ਇਲੈਕਸ਼ਨ ਹੋ ਗਈਆਂ, ਉਹਦੇ ਚ ਸਿਮਰਜੀਤ ਬੈਂਸ ਇਲੈਕਸ਼ਨ ਲੜਦਾ ਰਿਹਾ, ਹੁਣ ਤੱਕ ਕਿਉਂ ਚੁੱਪ ਰਹੇ ਇਹ? ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਇਹ ਸਵਾਲ ਵੀ ਉੱਠਦੇ ਨੇ ਵੀ ਜਦੋਂ ਸੁੱਚਾ ਸਿੰਘ ਲੰਗਾਹ ਦਾ ਮਸਲਾ ਆਇਆ ਸੀ, ਕਿ ਉਦੋਂ ਵੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਦੋਂ ਕਿਉਂ ਨਾ ਬੋਲੇ? ਹੁਣ ਜਦੋਂ ਸਿਮਰਜੀਤ ਬੈਂਸ ਦਾ ਮਸਲਾ ਆਇਆ, ਇਹ ਹੁਣ ਹੀ ਕਿਉਂ ਬੋਲ ਰਹੇ ਨੇ? ਸੋ ਪੰਜਾਬ ਅੱਜ ਮੰਗ ਕਰ ਰਿਹਾ ਗਿੱਲ ਸਾਹਿਬ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਿੱਤਰੇ। ਸਿਮਰਜੀਤ ਬੈਂਸ ਇੱਕ ਬਦਲਵੀਂ ਰਾਜਨੀਤੀ ਕਰ ਰਿਹਾ ਸੀ। ਸਿਮਰਜੀਤ ਬੈਂਸ ਕਾਂਗਰਸੀਆਂ ਦੇ ਖਿਲਾਫ ਵੀ ਬੋਲਦਾ ਸੀ, ਅਕਾਲੀਆਂ ਖਿਲਾਫ ਵੀ ਬੋਲਦਾ ਸੀ, ਭਾਜਪਾ ਦੇ ਖਿਲਾਫ ਵੀ ਬੋਲਦਾ ਸੀ, ਪੰਜਾਬ ਦੇ ਚੁਣੰਤ ਮਸਲਿਆਂ ਦੇ ਉੱਤੇ ਉਹ ਗੱਲ ਕਰ ਰਿਹਾ ਸੀ। ਤਾਂ ਜੇਕਰ ਅਜਿਹਾ ਮਸਲਾ ਆਇਆ, ਮਸਲਾ ਬੜਾ ਸੰਜੀਦਾ ਹੈ, ਅਸੀਂ ਇੱਕ ਔਰਤ ਨੂੰ ਵੀ ਸਿਰਫ ਭਗਤ ਬਣ ਕੇ ਨਹੀਂ ਕਹਿ ਸਕਦੇ ਕਿ ਉਹ ਔਰਤ ਜਿਹੜੇ ਦੋਸ਼ ਲਾ ਰਹੀ ਆ ਉਹ ਝੂਠੇ ਹੀ ਹੋਣਗੇ। ਇਹ ਮੰਗ ਕਰ ਸਕਦੇ ਆ ਕਿ ਇਸ ਮਸਲੇ ਦੀ ਤਹਿਕੀਕਾਤ ਹੋਵੇ, ਧੁਰ ਅੰਦਰ ਤੱਕ ਜਾਂਚ ਹੋਵੇ, ਸੱਚ ਦਾ ਜਿਹੜਾ ਨਿਤਾਰਾ ਗਾ ਉਹ ਹੋਣਾ ਬਹੁਤ ਜ਼ਰੂਰੀ ਹੈ। ਜੀ ਗਿੱਲ ਸਾਹਿਬ, ਦੁੱਖ ਦੀ ਕਹਾਣੀ ਇਹ ਆ ਜੀ ਬਈ ਜਦ ਬੰਦਾ ਚੜ੍ਹਤ 'ਚ ਹੋਵੇ ਗੱਲ ਜਦ ਕਹੇ। ਹੁਣ ਤਾਂ ਹੀਰੇ ਗਾਬੜੀਏ ਵਰਗੇ ਗਿੱਦੜ ਘੀਰਿਆਂ ਨਾਲ ਖਿੰਦੇ ਫਿਰਦੇ ਆ ਤੇ ਯੋਧਿਆਂ ਨੂੰ ਅੱਤਵਾਦੀ ਕਹਿੰਦੇ ਆ, ਮੂੰਹ ਤੇ ਦਾੜੀਆਂ, ਸਿਰਾਂ ਤੇ ਪੱਗਾਂ ਰੱਖੀਆਂ। ਉਹਨਾਂ ਦਾ ਵੋਟਾਂ ਜੇ ਉਹ ਨਾ ਹੁੰਦੇ, ਨਾ ਕਾਂਗਰਸ ਦਾ ਫਸਤਾ ਵੜਦੇ, ਤੁਹਾਡੇ ਵਰਗਿਆਂ ਨੇ ਕਬਾੜੀਆਂ ਦੀ ਦੁਕਾਨ ਕਰਨੀ ਸੀ ਗਿੱਲਾਂ ਵਾਲੇ ਚੌਂਕ 'ਚ। ਗਾਬੜੀਆ ਜੀ,
ਜਾਣਦੇ ਹਾਂ ਤੁਹਾਨੂੰ ਤੇ ਤੁਹਾਡੀ ਖਸਲਤ ਨੂੰ। ਅਸੀਂ ਪਹਿਲਾਂ ਮੱਕੜ ਹੁੰਦਾ ਸੀ, ਉੱਥੇ ਟੁੱਟੇ ਭਾਂਡੇ ਵੇਚਦਾ ਹੁੰਦਾ ਸੀ। ਜਾਣਦੇ ਹਾਂ ਤੁਹਾਨੂੰ ਸੇਪੀ ਵਾਲਿਆਂ ਨੂੰ, ਅਸੀਂ ਸਾਰਿਆਂ ਨੂੰ। ਸੋ ਇਹ ਗੱਲ ਜਿਹੜੀ ਮਰਜ਼ੀ ਉਹਦੇ ਨਾਲ ਕਹੋ, ਕੋਈ ਗੱਲ ਤੁਸੀਂ ਸਿਮਰਨਜੀਤ ਬੈਂਸ ਨੂੰ ਕਹਿ ਦਿਓ ਇੱਕ ਦੂਜੇ ਦੇ ਵਿਰੋਧੀ ਹੋ, ਪਰ ਯੋਧਿਆਂ ਨੂੰ ਅੱਤਵਾਦੀ ਨਹੀਂ ਅਸੀਂ ਕਹਿਣ ਦੇਣਾ। ਜਿੱਦਣ ਕਦੇ ਗੱਲ ਬਣੂ ਪੁੱਛਾਂਗੇ। ਤੇ ਨਾਲ ਹੀ ਰਾਣੇਂਦਰ ਨੂੰ ਫਿਰ ਸੱਦਿਆ। ਰਾਜਾ ਵੀ ਢਾਲਾ ਹੋ ਗਿਆ, ਰਾਜੇ ਦੀ ਉਹਨਾਂ ਨੇ ਹੁਣ ਬਾਂਹ ਘੁਮਾ ਕੇ ਫੜੀ ਹੋਈ ਹੈ। ਰਾਜੇ ਨੂੰ ਰਾਣੇਂਦਰ ਦਾ ਰੌਲਾ ਘੱਟ ਹੈ, ਉਹਨੂੰ ਅਰੂਸਾ ਦਾ ਰੌਲਾ ਵੱਧ ਹੈ, ਕਿਤੇ ਵੀ ਅਰੂਸਾ ਨੂੰ ਲਾਹੌਰ ਨੂੰ ਨਾ ਮੋੜ ਦੇਣ। ਰਾਣੇਂਦਰ ਦੀ ਪੇਸ਼ੀ 'ਚ ਕੀ ਹੋਇਆ? ਜੀ ਗਿੱਲ ਸਾਹਿਬ, ਦੇਖੋ ਰਾਣੇਂਦਰ ਅੱਜ ਤੀਜੀ ਵਾਰ ਉਹਨੂੰ ਬੁਲਾਇਆ ਸੀ ਔਰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਮੁੰਡਾ ਰਾਣੇਂਦਰ ਜਲੰਧਰ ਪਹੁੰਚਿਆ। ਰੀਜਨਲ ਦਫ਼ਤਰ ਆ ਕਿਉਂਕਿ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਜਲੰਧਰ ਦੇ ਵਿੱਚ। ਇਸ ਤੋਂ ਪਹਿਲਾਂ 2 ਵਾਰ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬਹਾਨੇ ਬਣਾ ਕੇ ਈਡੀ ਦੇ ਦਫ਼ਤਰ ਨਹੀਂ ਪਹੁੰਚਿਆ, ਕਿਉਂਕਿ ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਉਹਨੂੰ ਈਡੀ ਦਫ਼ਤਰ ਬੁਲਾਇਆ ਗਿਆ ਸੀ। ਉਦੋਂ ਉਹਨੇ ਐਪਲੀਕੇਸ਼ਨ ਦੇ ਦਿੱਤੀ ਕਿ ਮੈਂ ਕਿਸੇ ਜ਼ਰੂਰੀ ਕੰਮ 'ਚ ਰੁੱਝਿਆ ਹੋਇਆ। ਉਸ ਤੋਂ ਬਾਅਦ 6 ਨਵੰਬਰ ਨੂੰ ਬੁਲਾਇਆ ਸੀ, ਸੰਮਨ ਭੇਜੇ ਗਏ ਸੀ। ਉਦੋਂ ਵੀ ਉਹਨੇ ਵੱਖ-ਵੱਖ ਕਾਰਨਾਂ ਕਰਕੇ ਗੈਰ ਹਾਜ਼ਰ ਰਿਹਾ। ਲੇਕਿਨ ਅੱਜ 11:05 ਦੇ ਉੱਤੇ ਉਹ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਪਹੁੰਚਿਆ। ਵਕੀਲ ਨਾਲ ਲੈ ਕੇ ਗਿਆ ਸੀ, ਉਹਦੇ ਨਾਲ ਜੈਵੀਰ ਸਿੰਘ ਸ਼ੇਰਗਿੱਲ ਤੇ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਉਹਦੇ ਨਾਲ ਈਡੀ ਦਫ਼ਤਰ ਗਏ। ਉੱਥੇ ਜਾ ਕੇ ਉਹ ਜਾਂਚ ਦੇ ਵਿੱਚ ਸ਼ਾਮਲ ਹੋਇਆ। ਸੋ ਵਾਕਈ ਗੱਲ ਇਉਂ ਲੱਗਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਾਂਹ ਮਰੋੜ ਲਈ, ਜਿੱਥੇ ਵਿਦੇਸ਼ੀ ਬੈਂਕਾਂ ਦੇ ਵਿੱਚ, ਸਵਿਸ ਬੈਂਕਾਂ ਦੇ ਵਿੱਚ ਪੈਸਾ। ਔਰ ਗਿੱਲ ਸਾਹਿਬ, ਜਦੋਂ ਇਹਦਾ ਪਹਿਲਾ ਕਾਰਜਕਾਲ, ਜਦੋਂ ਜਮਾ ਪਹਿਲਾ ਕਾਰਜਕਾਲ ਆਇਆ, ਉਦੋਂ ਇਹਦੀ ਹਾਲਤ ਕੋਈ ਬਹੁਤੀ ਇਕਨੋਮਿਕਲੀ ਸਾਊਂਡ ਨਹੀਂ ਸੀ। ਠੀਕ ਆ, ਰਾਜਿਆਂ ਮਹਾਰਾਜਿਆਂ ਦੇ ਪਰਿਵਾਰ ਚੋਂ ਆ, ਪਰ ਇਹਨਾਂ ਦੀ ਅਯਾਸ਼ੀ ਦੇ ਵੀ ਪੰਜਾਬ ਦੇ ਵਿੱਚ ਬਹੁਤ ਚਰਚੇ ਨੇ ਕਿ ਬਹੁਤ ਸਾਰੀ ਇਹਨਾਂ ਦੀ ਜਾਇਦਾਦ ਆ ਜਿਹੜੀ ਉਸ ਵਕਤ ਗਰਬੀ ਪਈ ਸੀ। ਲੇਕਿਨ ਹੁਣ ਈਡੀ ਦੇ ਜੇ ਸੰਮਣ ਆ ਪਏ ਨੇ ਤਾਂ ਕਿਤੇ ਕਿਤੇ ਇਉਂ ਲੱਗਦਾ ਕਿ ਧੂੰਆਂ ਨਿਕਲਦਾ ਤਾਂ ਅੱਗ ਜ਼ਰੂਰ ਕਿਤੇ ਲੱਗੀ ਹੋਊਗੀ। ਹੋ ਸਕਦਾ ਇਹਨਾਂ ਦੇ ਖਾਤੇ ਹੋਣ ਵੀ। ਤਾਂ ਇਸ ਮਸਲੇ ਦੇ ਵਿੱਚ ਵੀ ਰੂਸਾ ਆਲਮ ਦਾ ਮਸਲਾ ਵੀ ਹੁਣ ਕੈਪਟਨ ਅਮਰਿੰਦਰ ਢਾਲਾ ਪੈਂਦਾ ਨਜ਼ਰ ਆ ਰਿਹਾ। ਹੁਣ ਉਹ ਤਾਂ ਖਾਣ ਜਥੇਬੰਦੀਆਂ ਨੂੰ ਕਹਿ ਰਿਹਾ ਵੀ ਮੈਨੂੰ ਕਹਿੰਦਾ ਬਹੁਤ ਦੁੱਖ ਹੋਇਆ ਤੁਸੀਂ ਰੇਲਾਂ ਨਹੀਂ ਚੱਲਣ ਦੇ ਰਹੇ। ਰੇਲਾਂ ਕੇਂਦਰ ਸਰਕਾਰ ਨਹੀਂ ਚਲਾ ਰਿਹਾ, ਪੰਜਾਬ ਦਾ ਕੋਲਾ ਉਹ ਨਹੀਂ ਭੇਜ ਰਹੇ, ਯੂਰੀਆ DAP ਦੀਆਂ ਭਰੀਆਂ ਹੋਈਆਂ ਵੋਗੀਆਂ ਖੜੀਆਂ ਨੇ ਮਾਲ ਗੱਡੀਆਂ, ਉਹ ਨਹੀਂ ਤੋਰ ਰਹੇ। ਪੰਜਾਬ ਦੀ ਸਨਅਤ ਬਰਬਾਦੀ ਦੇ ਕੰਢੇ ਤੇ ਪਹੁੰਚ ਗਈ, ਕੱਚਾ ਮਾਲ ਕੇਂਦਰ ਨਹੀਂ ਪਹੁੰਚਾ ਰਿਹਾ। ਕੈਪਟਨ ਅਮਰਿੰਦਰ ਕਿਤੇ ਨਾ ਕਿਤੇ ਲੱਗਦਾ ਕਿ ਕੇਂਦਰ ਵਾਲੇ ਪਾਸੇ ਨੂੰ ਜਿਹੜੀ ਗੇਂਦ ਆ ਉਹ ਸਿੱਟਣ ਲੱਗਿਆ ਹੋਇਆ ਗਾ। ਔਰ ਜੋ ਉਹਦੀ ਸ਼ਬਦਾਵਲੀ ਆ ਹੁਣ ਉਹ ਬਦਲੀ ਸੀ ਨਜ਼ਰ ਆਤੀ ਹੈ। ਔਰ ਇਹਦੇ ਵਿੱਚ ਗਿੱਲ ਸਾਹਿਬ ਇਉਂ ਲੱਗਦਾ ਵੀ ਇਹਦੀ ਬਾਂਹ ਈਡੀ ਵਾਲੇ ਪਾਸੋਂ ਵੀ ਮਰੋੜੀ ਆ, 2-3 ਪਾਸਿਓਂ ਹੋਰ ਵੀ ਮਰੋੜ ਲਈ। ਜੀ ਕਹਿੰਦੇ ਵਿੱਤੀ ਸੰਕਟ ਬਹੁਤ ਵੱਡਾ ਭਾਰਤ ਤੇ ਆ ਰਿਹਾ, ਕੀ ਖਬਰਾਂ ਨੇ ਉਹਦੀਆਂ? ਜੀ ਗਿੱਲ ਸਾਹਿਬ, ਭਾਰਤ ਤੇ ਬਹੁਤ ਵੱਡਾ ਵਿੱਤੀ ਸੰਕਟ ਦਾ ਜਿਹੜਾ ਸਾਹਮਣਾ ਕਰ ਰਿਹਾ। ਸਾਡੇ ਜਿਹੜੇ ਕੁੱਲ ਘਰੇਲੂ ਉਤਪਾਦ ਹੈ GDP, ਉਹ ਹੁਣ ਬਹੁਤ ਹੀ ਘਾਟੇ ਦਾ ਚੱਲ ਰਹੀ ਹੈ। ਬਹੁਤ ਘਾਟੇ ਦੇ ਵਿੱਚ ਭਾਰਤ ਇਕਨੋਮਿਕਲੀ ਜਾ ਰਿਹਾ। ਬੈਂਕਾਂ ਸਭ ਤੋਂ ਸੇਫ ਮੰਨੀਆਂ ਜਾਂਦੀਆਂ ਸੀ ਗਿੱਲ ਸਾਹਿਬ, ਹੁਣ ਬੈਂਕਾਂ ਲਗਾਤਾਰ ਦਿਵਾਲੀਆਪਣ ਦੇ ਕੰਢੇ ਜਾ ਰਹੀਆਂ ਨੇ। 15-15 ਲੱਖ ਖਾਤਿਆਂ 'ਚ ਆਉਣੇ ਸੀ ਲੋਕਾਂ ਨੂੰ, ਇਹ ਲਾਰਾ ਲਾਇਆ ਗਿਆ ਖਾਤਿਆਂ 'ਚ ਤਾਂ ਕੀ ਆਉਣੇ ਸੀ, ਜਿਹੜੇ ਸੀਗੇ ਨੋਟਬੰਦੀ ਵੇਲੇ ਉਹ ਵੀ ਕਢਾ ਕੇ ਲੈ ਗਏ। ਉਸ ਤੋਂ ਬਾਅਦ ਬੈਂਕਾਂ ਦੀ ਜਿਹੜੀ ਹਾਲਤ ਬਣੀ, ਕਿਉਂਕਿ ਮੇਲ ਚੋਕਸੀ, ਨੀਰਵ ਮੋਦੀ, ਵਿਜੇ ਮਾਲਿਆ, ਉਹ ਬੈਂਕਾਂ ਦੇ ਵਿੱਚੋਂ ਲੱਖਾਂ ਕਰੋੜਾਂ ਰੁਪਇਆ ਲੈ ਕੇ ਵਿਦੇਸ਼ ਚਲੇ ਗਏ। ਉਹਨਾਂ ਨੂੰ ਲਿਆਉਣ ਦੀ ਗੱਲ ਸੀ, ਅਜੇ ਤੱਕ ਉਹਨਾਂ ਨੇ ਤਾਂ ਕੀ ਆਉਣਾ ਸੀ, ਇੱਕ ਰੁਪਿਆ ਨਹੀਂ ਮੁੜ ਕੇ ਆਇਆ। ਹੁਣ ਇੱਕ ਹੋਰ ਬੈਂਕ ਆ ਜਿਹੜੀ ਉਹ ਵਿੱਤੀ ਸੰਕਟ ਦੇ ਵਿੱਚ ਜਾ ਫਸੀ ਹੈ। ਨਿੱਜੀ ਖੇਤਰ ਦੀ ਇਹ ਬੈਂਕ ਆ। ਬੈਂਕ ਦਾ ਨਾਂ ਹੈਗਾ ਗਿੱਲ ਸਾਹਿਬ ਲక్ష్ਮੀ ਵਿਲਾਸ ਬੈਂਕ। ਇਹ ਬੈਂਕ ਆ ਜਿਹੜੀ 1926 ਤੋਂ ਚੱਲ ਰਹੀ ਹੈ। ਬੈਂਕ ਦਾ ਮੁੱਖ ਦਫ਼ਤਰ ਚੇਨਈ ਦੇ ਵਿੱਚ ਹੈ। ਮੁੱਢਲਾ ਕਾਰਜ ਖੇਤਰ ਇਹਦਾ ਤਾਮਿਲਨਾਡੂ 'ਚ ਸੀ। 1960 ਤੋਂ ਇਹ ਬੈਂਕ ਦਾ ਕਾਰੋਬਾਰ ਵਧਣਾ ਸ਼ੁਰੂ ਹੋਇਆ। 70 'ਚ ਆ ਕੇ ਬੈਂਕ ਭਾਰਤ ਪੱਧਰ ਦੀ ਬੈਂਕ ਬਣੀ। ਔਰ ਉਸ ਤੋਂ ਬਾਅਦ ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਹੋਰ ਕਲਕੱਤਾ ਵਰਗੇ ਸ਼ਹਿਰਾਂ ਦੇ ਵਿੱਚ ਇਹਦਾ ਕਾਰੋਬਾਰ ਸ਼ੁਰੂ ਹੋਇਆ। ਇਸ ਸਮੇਂ ਇਹਦੇ ਬੈਂਕ ਦੇ 550 ਤੋਂ ਜ਼ਿਆਦਾ ਬ੍ਰਾਂਚਾਂ ਨੇ। 1000 ਤੋਂ ਵੱਧ ATM ਲੱਗੇ ਹੋਏ ਨੇ। 2019 'ਚ ਬੈਂਕ ਘਰ ਖਰੀਦਣ ਤੇ ਹੋਰ ਕਰਜ਼ੇ ਦੇਣ ਵਾਲੀ ਸਭ ਤੋਂ ਵੱਡੀ ਬੈਂਕ ਬਣੀ। ਉਦੋਂ ਇੰਡੀਆ ਬੁਲਜ਼ ਦਾ ਏਕੀਕਰਨ ਹੋਇਆ। ਹੁਣ ਹਾਲਤ ਗਿੱਲ ਸਾਹਿਬ ਇਹ ਬਣੀ ਹੋਈ ਹੈ ਵੀ ਇਹ ਬੈਂਕ ਦਿਵਾਲੀਆਪਣ ਦੇ ਕੰਢੇ ਦੇ ਉੱਤੇ ਜਾ ਪਹੁੰਚੀ ਹੈ। ਇਸ ਬੈਂਕ ਦੇ ਵਿੱਚੋਂ ਪੈਸੇ ਕਢਾਉਣ ਦੇ ਉੱਤੇ ਲਗਭਗ ਪਾਬੰਦੀ ਆ ਜਿਹੜੀ ਉਹ ਲਾ ਦਿੱਤੀ ਗਈ ਹੈ। ਹੁਣ ਨਿਰਦੇਸ਼ ਜਾਰੀ ਕੀਤੇ ਗਏ ਨੇ। ਬੈਂਕ ਦਾ ਇੱਕ ਪ੍ਰਬੰਧਕ ਨਿਯੁਕਤ ਕਰ ਦਿੱਤਾ ਗਿਆ ਕਿ ਇੱਕ ਖਾਤਾ ਧਾਰਕ 1 ਮਹੀਨੇ 'ਚ 25,000 ਤੋਂ ਵੱਧ ਪੈਸੇ ਨਹੀਂ ਕਢਵਾ ਸਕਦਾ। ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗਿਆ ਬੈਂਕ ਡੁੱਬਣ ਵਾਲੇ ਪਾਸੇ ਨੂੰ ਜਾ ਰਹੀ ਹੈ, ਲੋਕਾਂ ਨੂੰ ਐ ਹੁੰਦਾ ਵੀ ਹੁਣ ਆਪਾਂ ਆਪਣੇ ਪੈਸੇ ਵਿੱਚੋਂ ਬੈਂਕਾਂ 'ਚੋਂ ਕਢਵਾ ਲਈਏ। ਤੇ ਲੋਕ ਜਦੋਂ ਪੈਸੇ ਕਢਾਉਣ ਗਏ ਤਾਂ ਉਹਨਾਂ ਨੇ 25,000 ਵਾਲੀ ਲਿਮਟ ਆ ਜਿਹੜੀ ਉਹ ਲਾ ਦਿੱਤੀ ਹੈ। 1 ਮਹੀਨੇ ਦੇ ਲਈ ਹੋਰ ਵੀ ਕਾਫੀ ਪਾਬੰਦੀਆਂ ਨੇ ਜਿਹੜੀਆਂ ਲਾਈਆਂ ਨੇ।
ਇਸ ਤੋਂ ਪਹਿਲਾਂ ਬਹੁਤ ਸਾਰੀਆਂ ਹੋਰ ਬੈਂਕਾਂ ਨੇ ਜਿਹੜੀਆਂ ਉਹ ਘਾਟੇ ਦਾ ਸੌਦਾ ਸਾਬਤ ਹੋਈਆਂ ਪਿਛਲੇ ਸਮਿਆਂ 'ਚ। ਨਾ ਸਿਰਫ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ, ਯੈਸ ਬੈਂਕ, ਇਸ ਤੋਂ ਇਲਾਵਾ ਹੋਰ ਕਈ ਨਿੱਜੀ ਖੇਤਰ ਦੇ ਬੈਂਕ, ਉਹਨਾਂ ਕੋਲ ਪ੍ਰਬੰਧਕ ਲਾਏ ਹੋਏ ਨੇ, ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ICICI ਬੈਂਕ ਜਿਹੜੀ ਉਹ ਵੀ ਇੱਕ ਪ੍ਰਮੁੱਖ ਅਧਿਕਾਰੀ ਨਿਵੇਸ਼ ਕਰਨ ਦੇ ਘਪਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਕਾਫੀ ਸਥਿਤੀ ਹੈ ਜਿਹੜੀ ਬੈਂਕਾਂ ਦੀ ਉਹ ਮਾੜੀ ਬਣੀ ਹੋਈ ਆ। ਸੋ ਲੋਕਾਂ ਦੇ ਵਿੱਚ ਵੀ ਇੱਕ ਅਨਿਸ਼ਚਿਤਤਾ ਦਾ ਮਾਹੌਲ ਹੈ। ਗਿੱਲ ਸਾਹਿਬ, ਪੈਸੇ ਦੇਖੋ ਜਿਹੜੇ ਪ੍ਰਵਾਸੀ ਭਾਰਤੀ ਵੀ ਨੇ ਉਹ ਵੀ ਇੱਥੋਂ ਠੇਕਾ ਆਉਂਦਾ ਜ਼ਮੀਨਾਂ ਦਾ, ਹੋਰ ਪ੍ਰਾਪਰਟੀ ਦੇ ਪੈਸੇ ਉਹਨਾਂ ਨੂੰ ਲੱਗਦਾ ਹੈਗਾ ਵੀ ਜੇ ਕਿਸੇ ਨੂੰ ਦਿੰਨੇ ਆ ਤਾਂ ਦੱਬਣ ਦਾ ਖਦਸ਼ਾ ਹੈ, ਵਿਆਜ ਵੀ ਨਹੀਂ ਮਿਲਦਾ, ਉਹ ਬੈਂਕਾਂ ਵਾਲੇ ਪਾਸੇ ਨੂੰ ਜਾਂਦੇ ਨੇ। ਪਰ ਹੁਣ ਜਦੋਂ ਬੈਂਕਾਂ ਦੀ ਵੀ ਹਾਲਤ ਬਣੀ ਹੋਈ ਆ ਤਾਂ ਕਿਤੇ ਨਾ ਕਿਤੇ ਜਿਹੜਾ ਸੁਰੱਖਿਆ ਦੀ ਭਾਵਨਾ ਉਹ ਲੋਕਾਂ ਦੇ ਵਿੱਚ ਪੈਦਾ ਹੋਈ ਆ। ਠੀਕ, ਕੇਜਰੀਵਾਲ ਜੀ ਕੀ ਕਹਿੰਦੇ ਵੀ ਜੇ ਮਾਸਕ ਨਹੀਂ ਪਾਉਂਗੇ ਤਾਂ $2000 ਲਊਂ, 2000 ਰੁਪਈਆ ਲਊਂ, ਸੌਰੀ। ਬਿਲਕੁਲ ਗਿੱਲ ਸਾਹਿਬ, ਹੁਣ ਜਿੱਦਾਂ ਦਾ ਨਾ ਕਿਸਾਨਾਂ ਨੇ ਕਿਹਾ ਵੀ ਦਿੱਲੀ ਨੂੰ ਅਸੀਂ ਆਏ, ਦਿੱਲੀ ਇਹ ਦਿਆਲਾ ਦੇਖ, ਉਦੋਂ ਦੇ ਕੇਜਰੀਵਾਲ ਸਾਹਿਬ ਆ ਜਿਹੜੇ ਉਹ ਬਿਆਨ ਬੜੇ ਬਦਲ ਰਹੇ ਨੇ। ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਪਿਛਲੇ ਸਮੇਂ ਤੋਂ ਜਿਹੜੇ ਉਹਦੇ ਕੁਝ ਫੈਸਲੇ ਆਏ ਉਹਦੇ ਤੋਂ ਇਉਂ ਲੱਗਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਦੇ ਤੌਰ ਦੇ ਉੱਤੇ ਵਰਕ ਕਰ ਰਹੇ ਨੇ। ਗਿੱਲ ਸਾਹਿਬ ਦੇਖੋ, ਜਿਹੜਾ ਜੰਮੂ ਕਸ਼ਮੀਰ ਵਾਲਾ ਪਹਿਲਾਂ, ਕਿਉਂਕਿ ਅਸੀਂ ਇਸ ਮਸਲੇ ਦੀ ਬੈਕਗਰਾਊਂਡ 'ਚ ਜਾਵਾਂਗੇ, ਪਹਿਲਾਂ ਜੰਮੂ ਕਸ਼ਮੀਰ ਦਾ ਜਦੋਂ ਵੱਧ ਅਧਿਕਾਰ ਖੋਹੇ ਗਏ, ਧਾਰਾ 370 ਤੇ 35 ਮਨਸੂਖ ਕੀਤੀ ਗਈ, ਕੇਜਰੀਵਾਲ ਸਾਹਿਬ ਭਾਜਪਾ ਦੇ ਪੱਖ 'ਚ ਭੁਗਤੇ। ਉਸ ਤੋਂ ਬਾਅਦ CAA ਆਇਆ, ਦਿੱਲੀ ਦੀਆਂ ਸੜਕਾਂ ਦੇ ਉੱਤੇ 2020 ਦੇ ਵਿੱਚ ਸਾਡੇ ਇਸੇ ਸਾਲ ਦੇ ਵਿੱਚ ਮੁਸਲਮਾਨ ਵਿਅਕਤੀਆਂ ਤੇ ਹਮਲੇ ਹੋਏ ਔਰ CAA ਦੇ ਵਿਰੋਧ 'ਚ ਜਿਹੜੇ ਪ੍ਰਦਰਸ਼ਨਕਾਰੀ ਬੈਠੇ ਸੀ ਉਹਨਾਂ ਤੇ ਹਮਲੇ ਹੋਏ। ਕੇਜਰੀਵਾਲ ਸਾਹਿਬ ਚੁੱਪ ਰਹੇ। ਉਸ ਤੋਂ ਉਹਨਾਂ ਕੋਲੇ ਗਨਮੈਨ ਮਿਲੇ ਹੋਏ ਨੇ, ਉਹ ਐਜ਼ ਏ ਚੀਫ ਮਿਨਿਸਟਰ ਵਿੱਚ ਜਾਂਦੇ ਲੋਕਾਂ ਦੇ ਜਦੋਂ ਦੰਗੇ ਹੋ ਰਹੇ ਸੀ, ਜਦੋਂ ਕਤਲੇਆਮ ਹੋ ਰਿਹਾ ਸੀ ਮੁਸਲਮਾਨਾਂ ਦਾ, ਲੇਕਿਨ ਉਹ ਨਹੀਂ ਪਹੁੰਚੇ। ਹੁਣ ਵੀ ਗਿੱਲ ਸਾਹਿਬ, ਜਦੋਂ ਕਿਸਾਨ ਅੰਦੋਲਨ ਚੱਲ ਰਿਹਾ, ਖੇਤੀ ਕਾਨੂੰਨਾਂ ਦੇ ਖਿਲਾਫ ਪੂਰਾ ਦੇਸ਼ ਸੜਕਾਂ ਦੇ ਉੱਤੇ ਹੈ, ਪੰਜਾਬ ਦੀ ਵਿਧਾਨ ਸਭਾ ਨੇ ਮਤੇ ਪਾਤੇ, ਪੰਜਾਬ ਤੋਂ ਬਾਅਦ ਛੱਤੀਸਗੜ੍ਹ ਬੋਲਿਆ, ਤਾਂ ਦਿੱਲੀ ਦੀ ਵਿਧਾਨ ਸਭਾ ਅਜੇ ਤੱਕ ਇਸ ਮਸਲੇ ਦੇ ਉੱਤੇ ਖੁੱਲ ਕੇ ਨਹੀਂ ਬੋਲੀ। ਜਦੋਂ ਪੰਜਾਬ ਵਾਲਿਆਂ ਨੇ ਜਾ ਕੇ ਦਿੱਲੀ ਧਰਨਾ ਲਾਇਆ, ਕੇਜਰੀਵਾਲ ਸਾਹਿਬ ਆਏ ਔਰ ਆ ਕੇ ਬੋਲ ਜ਼ਰੂਰ ਗਏ, ਲੇਕਿਨ ਜਿਹੜੀ ਗੜ੍ਹਸ ਮੋਦੀ ਖਿਲਾਫ ਚਾਹੀਦੀ ਸੀ, ਜਿਹਦੀ ਦੇਸ਼ ਮੰਗ ਕਰ ਰਿਹਾ ਸੀ, ਉਹ ਗੜ੍ਹਸ ਦਿਖਾਈ ਨਹੀਂ ਦਿੱਤੀ। ਹੁਣ ਸਥਿਤੀ ਇਹ ਆ ਗਈ ਕਿ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਰਲ ਕੇ ਦਿੱਲੀ ਘੇਰਨ ਦੇ ਲਈ 26-27 ਨਵੰਬਰ ਨੂੰ ਜਾ ਰਿਹਾ। ਹੁਣ ਤਾਂ ਇਹ ਪਤਾ ਲੱਗਿਆ ਵੀ 24 ਨੂੰ ਚਾਲੇ ਪਾ ਦਿੰਦੇ ਆ ਕਿਸਾਨਾਂ ਨੇ। ਉਹ ਕਹਿੰਦੇ 26 ਨੂੰ ਸਾਨੂੰ ਪਤਾ ਹੈ ਤੁਸੀਂ ਬੰਦਸ਼ਾਂ ਬਹੁਤ ਲਾਉਣੀਆਂ, ਅਸੀਂ 24 ਨੂੰ ਹੀ ਆਏ, 2 ਦਿਨ ਪਹਿਲਾਂ ਹੀ ਆਏ, ਹੌਲੀ ਹੌਲੀ ਪਹੁੰਚਾਂਗੇ, ਕੋਈ ਗੱਲ ਨਹੀਂ, ਟਰੈਕਟਰਾਂ ਟਰਾਲੀਆਂ ਤੇ ਆਉਣਾ, 300 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਆ ਸਾਡੇ ਮਾਲਵੇ ਚੋਂ, ਹੌਲੀ ਹੌਲੀ ਆਵਾਂਗੇ, ਠੰਡ ਦੇ ਦਿਨ ਨੇ, 24 ਨੂੰ ਚਾਲੇ ਪਾ ਦਿਆਂਗੇ, ਗੁਰਦੁਆਰਾ ਸਾਹਿਬ ਹੈਗੇ ਦਿੱਲੀ ਦੇ, ਝੱਲਣਗੇ ਸਾਨੂੰ। ਤਾਂ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਪਿਛਲੇ ਇੱਕ ਹਫ਼ਤੇ ਤੋਂ ਦੇ ਜਿਹੜੇ ਬਿਆਨ ਦੇਖੀਏ, ਉਹ ਕਹਿੰਦਾ ਜੀ ਕਰੋਨਾ ਬਹੁਤ ਵੱਧ ਗਿਆ ਦਿੱਲੀ 'ਚ, ਪਾਬੰਦੀਆਂ ਲਾਉਣੀਆਂ ਪੈਣਗੀਆਂ ਦਿੱਲੀ 'ਚ ਕਰੋਨਾ ਵਾਇਰਸ ਦੀ ਹਾਲਤ ਬੜੀ ਮਾੜੀ ਹੋ ਗਈ, ਪੂਰੇ ਦੇਸ਼ 'ਚ ਕਰੋਨਾ ਦੇ ਕੇਸ ਘਟ ਰਹੇ ਨੇ, ਅੰਕੜੇ ਦੱਸ ਰਹੇ ਨੇ। ਪਰ ਅਰਵਿੰਦ ਕੇਜਰੀਵਾਲ ਜੀ ਦੇ ਦਿੱਲੀ 'ਚ ਕਰੋਨਾ ਜਿਹੜਾ ਉਹਨਾਂ ਨੂੰ ਬਹੁਤ ਵਾਧਾ ਦਿਖਾਈ ਦੇ ਰਿਹਾ। ਅੱਜ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲਿਆ, ਕਹਿੰਦੇ ਪਹਿਲਾਂ ਜਿਹੜਾ ਮਾਸਕ ਨਹੀਂ ਸੀ ਪਾਉਂਦਾ 500 ਰੁਪਇਆ ਜੁਰਮਾਨਾ ਸੀ, ਹੁਣ ਅਸੀਂ 2000 ਕਰਾਂਗੇ, ਅੱਜ ਤੋਂ 2000 ਰੁਪਇਆ ਜੁਰਮਾਨਾ ਕਰਤਾ। ਇਸ ਮਸਲੇ ਨੂੰ ਬਹੁਤ ਸਾਰੇ ਲੋਕ ਇਸ ਰੂਪ ਦੇ ਵਿੱਚ ਦੇਖ ਰਹੇ ਨੇ ਕਿ ਜਿਹੜਾ ਕਿਸਾਨ ਪੂਰੇ ਦੇਸ਼ ਦੇ ਵਹੀਰਾਂ ਘੱਤ ਰਹੇ ਨੇ ਦਿੱਲੀ ਨੂੰ, ਉਸ ਦੇ ਮੱਦੇ ਨਜ਼ਰ ਅਰਵਿੰਦ ਕੇਜਰੀਵਾਲ ਜੀ ਕਰੋਨਾ ਵਾਇਰਸ ਦਾ ਹਊਆ ਖੜਾ ਕਰ ਰਹੇ ਨੇ। ਕਰੋਨਾ ਵਾਇਰਸ ਕਰਕੇ ਉਹ ਕਿਸਾਨਾਂ ਨੂੰ ਇਹ ਕਹਿਣਾ ਚਾਹੁੰਦੇ ਨੇ ਭਾਈ ਦਿੱਲੀ ਨਾ ਆਓ। ਜੀ ਗਿੱਲ ਸਾਹਿਬ, ਬਿਹਾਰ ਵਾਲਿਆਂ ਨੇ ਤਾਂ ਹਲੇ ਪਿੰਡ ਬੰਨਿਆ ਨਹੀਂ, ਮੰਗ ਤੇ ਪਹਿਲਾਂ ਸਲੇ ਸੌਹਾਂ ਸੂਹਾਂ ਚੱਕਦੇ ਨੇ ਤੇ ਅਸਤੀਫੇ ਵੀ ਸ਼ੁਰੂ ਹੋ ਗਏ। ਜੀ ਗਿੱਲ ਸਾਹਿਬ, ਬਿਹਾਰ ਵਾਲਿਆਂ ਦੀ ਹਾਲਤ ਆ ਜਿਹੜੀ ਕੁਛ ਇਸ ਤਰ੍ਹਾਂ ਦੀ ਬਣੀ, ਕਿਉਂਕਿ ਜਦੋਂ ਗਿੱਲ ਸਾਹਿਬ ਸਥਿਤੀ ਇਹ ਹੋਵੇ ਕਿ ਸੀਟਾਂ ਘੱਟ ਜਿੱਤੀਆਂ ਹੋਣ ਤੇ ਸਰਕਾਰ ਬਣ ਗਈ ਹੋਵੇ 2-3 ਜਣਿਆਂ ਦੀ ਰਲ ਕੇ, ਹੁਣ ਸਭ ਤੋਂ ਵੱਡੀ ਪਾਰਟੀ ਦਾ ਉੱਥੇ RJD ਆ, 75 ਸੀਟਾਂ ਅਗਲਿਆਂ ਨੇ ਜਿੱਤੀਆਂ ਨੇ, 48 ਸੀਟਾਂ ਵਾਲਾ ਚੱਕ ਕੇ ਮੁੱਖ ਮੰਤਰੀ ਬਣ ਗਿਆ। ਔਰ ਅਜਿਹੀ ਹਾਲਤ ਦੇ ਵਿੱਚ ਉਹ ਫਿਰ ਕੰਮ ਵੀ ਉਸ ਰੂਪ ਦੇ ਕਰੂਗਾ, ਤਾਂ ਜਿਹੜਾ ਸਿੱਖਿਆ ਮੰਤਰੀ ਦਾ ਅਹੁਦਾ ਦਿੱਤਾ ਉਹ ਇੱਕ ਅਜਿਹੇ ਵਿਅਕਤੀ ਨੂੰ ਦੇ ਦਿੱਤਾ ਜਿਸ ਵਿਅਕਤੀ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਤਾਰ ਲੱਗਦੇ ਆ ਰਹੇ ਨੇ, ਕਰਪਸ਼ਨ ਦੇ ਮਸਲਾ, ਉੱਥੇ ਸਾਂਝੀ ਸਰਕਾਰ ਹੈ। ਮੌਕਾ ਪ੍ਰਸਤੀ ਦੇਖੋ ਗਿੱਲ ਸਾਹਿਬ ਤੁਸੀਂ ਸਿਆਸਤ ਦੀ, ਕਿ ਸਾਂਝੀ ਸਰਕਾਰ ਬਣਾਈ ਉੱਥੇ ਜਨਤਾ ਦਲ ਯੂਨਾਈਟਿਡ ਤੇ ਭਾਜਪਾ ਨੇ। ਜਿਹੜਾ ਬੰਦਾ ਸਿੱਖਿਆ ਮੰਤਰੀ ਬਣਾਇਆ 2017 ਚ ਜਿਹਦੇ ਕਰਪਸ਼ਨ ਦਾ ਕੇਸ ਲੱਗਿਆ ਜੀ 3 ਸਾਲ ਪਹਿਲਾਂ, ਇਹ ਵਾਈਸ ਚਾਂਸਲਰ ਹੁੰਦਾ ਸੀ ਬਿਹਾਰ ਦੀ ਯੂਨੀਵਰਸਿਟੀ ਦਾ,
ਔਰ ਵਾਈਸ ਚਾਂਸਲਰ ਹੁੰਦਿਆਂ ਉੱਥੇ ਕੁਝ ਭਰਤੀ ਕੀਤੇ ਸੀ। ਇਹਨੇ ਇੱਕ ਤਾਂ ਅਸਿਸਟੈਂਟ ਪ੍ਰੋਫੈਸਰ ਭਰਤੀ ਕੀਤੇ ਸੀ, ਇੱਕ ਨਾਨ ਟੀਚਿੰਗ ਕੋਈ ਸਟਾਫ ਭਰਤੀ ਕੀਤਾ ਸੀ। ਉਹ 'ਚ ਕਰਪਸ਼ਨ ਦਾ ਬੋਲਬਾਲਾ ਬੋਲਿਆ ਸੀ। ਔਰ ਇਸ ਵਿਅਕਤੀ ਦਾ ਜਿਹੜਾ ਹੁਣ ਸਿੱਖਿਆ ਮੰਤਰੀ ਬਣਾਇਆ ਇਹਨਾਂ ਨੇ, ਉਹਦਾ ਨਾਂ ਉਸ ਵਕਤ ਉਹਦੇ ਵਿੱਚ ਆਇਆ ਸੀ ਮਵਾਲ ਲਾਲ ਚੌਧਰੀ, ਇਹਦਾ ਨਾਂ ਹੈਗਾ। ਔਰ ਉਦੋਂ ਭ੍ਰਿਸ਼ਟਾਚਾਰ ਦੇ ਰੋਪ ਇਹਦੇ ਤੇ ਲੱਗੇ। ਫਿਰ ਗਿੱਲ ਸਾਹਿਬ ਇਹਨੂੰ ਜਨਤਾ ਦਲ ਯੂਨਾਈਟਿਡ 'ਚ ਲੈ ਲਿਆ। ਜਨਤਾ ਦਲ ਯੂਨਾਈਟਿਡ 'ਚ ਲਿਆ ਜਦੋਂ, ਫਿਰ ਇਹਦੇ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ। ਔਰ ਉਦੋਂ ਦੋਸ਼ ਲਾਉਣ ਵਾਲੇ ਭਾਜਪਾ ਵਾਲੇ ਸੀਗੇ, ਇਹਦੇ ਖਿਲਾਫ ਰੈਲੀਆਂ ਕੀਤੀਆਂ ਭਾਜਪਾ ਵਾਲਿਆਂ ਨੇ। ਜਿਹੜਾ ਅੱਜ ਸਾਂਝੀ ਸਰਕਾਰ 'ਚ ਸਿੱਖਿਆ ਮੰਤਰੀ ਦੀ ਸਹੁੰ ਚੁਕਾ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਆਗੂ ਇਸ ਵਿਅਕਤੀ ਨੂੰ, ਉਹ ਇਹਦੇ ਖਿਲਾਫ ਰੈਲੀਆਂ ਕਰਦੇ ਸੀ 2017 'ਚ। ਕਹਿੰਦੇ ਸੀ ਵੀ ਇਹ ਤਾਂ ਕਰਪਟ ਬੰਦਾ ਹੈਗਾ, ਇਹਨੂੰ ਡੱਕਰੋ ਇੱਥੋਂ। ਔਰ ਅੱਜ ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ ਜੀ, ਇਹ ਉਸ ਵਕਤ ਬਿਹਾਰ ਦੇ ਰਾਜਪਾਲ ਸੀਗੇ। ਔਰ ਗਿੱਲ ਸਾਹਿਬ ਇਤਫਾਕ ਦੇਖੋ ਤੁਸੀਂ, ਅੱਜ ਉਹ ਦੇਸ਼ ਦੇ ਰਾਸ਼ਟਰਪਤੀ ਨੇ, ਭਾਰਤੀ ਜਨਤਾ ਪਾਰਟੀ ਅੱਜ ਉਸ ਵਿਅਕਤੀ ਨੂੰ ਸਹੁੰ ਚੁਕਾ ਰਹੀ ਸੀ 3 ਦਿਨ ਪਹਿਲਾਂ ਜਸਟ, ਔਰ ਉਹ ਰਾਜਪਾਲ ਸੀ ਬਿਹਾਰ ਦੇ। ਜਦੋਂ ਕਰਪਸ਼ਨ ਦਾ ਕੇਸ ਹੋਇਆ, ਇਹਨੂੰ ਨਿਤਿਸ਼ ਕੁਮਾਰ ਨੇ ਇਹਦੀ ਪਾਰਟੀ ਚੋਂ ਬਾਂਹ ਫੜ ਕੇ ਕੱਢਿਆ, ਕਿਉਂਕਿ ਭਾਜਪਾ ਵਾਲੇ ਘੇਰੀ ਬੈਠੇ ਵੀ ਇਹਨੂੰ ਬਾਹਰ ਕੱਢੋ, ਇਹ ਕਰਪਟ ਬੰਦਾ ਹੈਗਾ। ਤਾਂ ਬਿਹਾਰ ਦੇ ਉਸ ਵਕਤ ਰਾਜਪਾਲ ਜਿਹੜੇ ਅੱਜ ਰਾਸ਼ਟਰਪਤੀ ਨੇ ਰਾਮਨਾਥ ਕੋਵਿੰਦ ਹੋਰੀ, ਉਹਨਾਂ ਨੇ ਕਿਹਾ ਸੀ ਕਿ ਇਹਦੇ ਤੇ ਕੇਸ ਦਰਜ ਹੋਣਾ ਚਾਹੀਦਾ ਹੈ ਇਸ ਵਿਅਕਤੀ ਤੇ। ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਬਤੌਰ ਰਾਜਪਾਲ ਇਸ ਗੱਲ ਦਾ ਜਿਹੜਾ ਹੁਕਮ ਦਿੱਤਾ ਸੀ, ਪਰ ਕੇਸ ਅੱਜ ਤੱਕ ਦਰਜ ਨਹੀਂ ਹੋਇਆ। ਉਹਨੂੰ ਸਿੱਖਿਆ ਮੰਤਰੀ ਦੀ ਸਹੁੰ ਚੁਕਾਤੀ। ਉਸ ਤੋਂ ਬਾਅਦ ਵਿਰੋਧੀਆਂ ਨੇ ਘੇਰ ਲਿਆ, ਕਿਉਂਕਿ ਤੇਜਸਵੀ ਯਾਦਵ 31 ਸਾਲਾਂ ਦਾ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ, ਉਹ ਤਾਂ ਥਾਪੀਆਂ ਮਾਰਦਾ ਤੁਰਿਆ ਆਉਂਦਾ, ਸੀਟਾਂ ਕਹਿੰਦਾ ਮੇਰੇ ਕੋਲ ਵੱਧ ਸੀ, 43 ਵਾਲਾ ਮੁੱਖ ਮੰਤਰੀ ਬਣਾਤਾ, ਥਾਂ ਥਾਂ ਘੇਰਾਂਗੇ। ਔਰ ਇੱਕ ਅਜਿਹੇ ਵਿਅਕਤੀ ਨੂੰ ਸਿੱਖਿਆ ਮੰਤਰੀ ਬਣਾਉਣਾ ਜਿਹੜਾ ਜਿਹਦੇ ਕਰਪਸ਼ਨ ਦੇ ਦੋਸ਼ ਹੋਣ, ਉਹਨਾਂ ਨੇ ਸਰਕਾਰ 3 ਦਿਨਾਂ ਦੇ ਵਿੱਚ ਗਿੱਲ ਸਾਹਿਬ ਘੇਰ ਲਈ। ਪਹਿਲਾ ਝਟਕਾ ਮਿਲਿਆ, ਅਸਤੀਫਾ ਦੇਣਾ ਪਿਆ ਸਿੱਖਿਆ ਮੰਤਰੀ ਦੇ ਅਹੁਦੇ ਤੋਂ। ਸੋ ਵਾਕਈ ਮੈਨੂੰ ਲੱਗਦਾ ਇਹ ਬਿਹਾਰ ਦਾ ਜਿਹੜਾ ਪ੍ਰੋਜੈਕਟ ਹੈ, ਕਰਪਟ ਬੰਦੇ ਪੰਜਾਬ 'ਚ ਵੀ ਹੈਗੇ ਨੇ, ਕਰਪਟ ਬੰਦੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਮੰਤਰੀ ਪਦ ਤੱਕ ਜਾ ਪਹੁੰਚੇ ਨੇ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ ਰਿਪੋਰਟਾਂ ਕਹਿੰਦੀਆਂ ਨੇ ਕਿ ਦੇਸ਼ ਦੀ ਸੰਸਦ ਦੇ ਵਿੱਚ ਇੱਕ ਹਿੱਸਾ ਅਜਿਹੇ ਸੰਸਦ ਮੈਂਬਰਾਂ ਦਾ ਜਿਨ੍ਹਾਂ ਦੇ ਖਿਲਾਫ ਬਲਾਤਕਾਰ, ਰੇਪ, ਹੱਤਿਆ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਨੇ। ਤਾਂ ਅਜਿਹੇ ਵਿਅਕਤੀਆਂ ਨੂੰ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਸ਼ੀਸ਼ਾ ਦਿਖਾਉਣ ਦੀ ਲੋੜ ਹੈ ਕਿ ਭਾਈ ਤੁਸੀਂ ਅੱਜ ਸੱਤਾ ਦੇ ਵਿੱਚ ਆਏ ਹੋ, ਤੁਸੀਂ ਬਤੌਰ MLA MP ਜਿੱਤ ਕੇ ਆਏ ਹੋ, ਪਰ ਤੁਹਾਡੇ ਤੇ ਕਰਪਸ਼ਨ ਦੇ ਕੇਸ ਨੇ। ਜੀ ਗਿੱਲ ਸਾਹਿਬ। ਅੱਛਾ, ਨਾਲ ਹੀ ਮਹਾਰਾਸ਼ਟਰ ਦੇ ਵਿੱਚ ਕਰਾਚੀ ਦੇ ਨਾਂ ਤੇ ਸ਼ਿਵ ਸੈਨਾ ਵਾਲਿਆਂ ਨੇ ਕਿਹਨੂੰ ਘੇਰ ਲਿਆ? ਜੀ ਗਿੱਲ ਸਾਹਿਬ, ਦੇਖੋ ਸਾਡਾ ਇਤਿਹਾਸ ਹੈ, ਗੀਤ ਤਾਂ ਚਾਹੀਦੇ ਆ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਜੀ। ਪਰ ਕੁਛ ਲੋਕ ਆ ਜਦੋਂ ਲਾਹੌਰ ਦਾ ਨਾਂ ਆਉਂਦਾ ਨਾ, ਜਦੋਂ ਕਰਾਚੀ ਦਾ ਨਾਂ ਆਉਂਦਾ, ਕਰਾਚੀ ਦਾ ਗਿੱਲ ਸਾਹਿਬ ਕਿੰਨਾ ਕੁਛ ਮਸ਼ਹੂਰ ਅੱਜ ਕੱਲ ਪੰਜਾਬ ਦੇ ਵਿੱਚ, ਅੱਜ ਤੱਕ ਬਜ਼ੁਰਗ ਕਹਿੰਦੇ ਨੇ ਵੀ ਕਰਾਚੀ ਦਾ ਫਲਾਨੀ ਚੀਜ਼ ਵਾਹ ਵਾਹ ਵਾਹ। ਜਾਂ ਆਪਣੇ ਪੰਜਾਬੀ ਤਾਂ ਇਹ ਵੀ ਕਹਿੰਦੇ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ। ਤਾਂ ਹੁਣ ਉੱਥੇ ਜੰਮੇ ਨਹੀਂ ਗਿੱਲ ਸਾਹਿਬ। ਮੁੰਬਈ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਦੁਕਾਨ ਦਾ ਨਾਂ ਗਾ ਜਿਹੜਾ ਉਹ 'ਚ ਕਰਾਚੀ ਸੀ, ਸ਼ਬਦ ਕਰਾਚੀ ਉਹਦੇ ਵਿੱਚ ਆਉਂਦਾ ਸੀਗਾ ਦੁਕਾਨ ਦੇ ਨਾਂ ਦੇ ਵਿੱਚ। ਸ਼ਿਵ ਸੈਨਾ ਦਾ ਹੁਣ ਉੱਥੇ ਮਠਿਆਈ ਦੀ ਦੁਕਾਨ ਸੀ ਗਿੱਲ ਸਾਹਿਬ ਇਹ, ਔਰ ਸ਼ਿਵ ਸੈਨਾ ਵਾਲਿਆਂ ਦਾ ਉੱਥੇ ਬੋਲਬਾਲਾ, ਸਰਕਾਰ ਆ ਉਹਨਾਂ ਦੀ। ਸ਼ਿਵ ਸੈਨਾ ਵਾਲਿਆਂ ਨੇ ਜਾ ਕੇ ਦੁਕਾਨ ਦੇ ਉੱਤੇ ਉਹਨੂੰ ਧਮਕਾਉਣਾ ਸ਼ੁਰੂ ਕਰਤਾ। ਧਾਰਮਿਕ ਘੱਟ ਗਿਣਤੀ ਸੰਬੰਧਿਤ ਵਿਅਕਤੀ ਆ ਉਹ, ਜਿਹਦੀ ਦੁਕਾਨ ਆ ਮਠਿਆਈ ਦੀ, ਕਰਾਚੀ ਸ਼ਬਦ ਆ ਦੁਕਾਨ ਦਾ ਨਾਂ ਦੇ ਵਿੱਚ, ਕਰਾਚੀ ਹੈ, ਕਰਾਚੀ ਦੀਆਂ ਮਠਿਆਈਆਂ ਹੋ ਸਕਦਾ ਹੈ। ਉਸ ਵਿਅਕਤੀ ਨੂੰ ਧਮਕਾਉਣਾ ਸ਼ੁਰੂ ਕੀਤਾ ਕਿ ਤੂੰ ਜੇ ਇੱਥੇ ਦੁਕਾਨ ਚਲਾਉਣੀ ਆ ਕਰਾਚੀ ਸ਼ਬਦ ਕੱਟ ਦੇ, ਸਾਨੂੰ ਕਰਾਚੀ ਸ਼ਬਦ ਤੋਂ ਕਹਿੰਦੇ ਬਹੁਤ ਨਫ਼ਰਤ ਹੈ, ਇਹ ਕਰਾਚੀ ਸ਼ਬਦ ਕੱਟ ਜੇ ਦੁਕਾਨ ਚਲਾਉਣੀ ਆ। ਇਤਫਾਕ ਇਹ ਹੋਇਆ ਵੀ ਕਿਸੇ ਨੇ ਵੀਡੀਓ ਬਣਾ ਲਈ, ਵੀਡੀਓ ਵਾਇਰਲ ਹੋ ਗਈ ਗਿੱਲ ਸਾਹਿਬ। ਉਹਨੇ ਮਸਲਾ ਬੜਾ ਗੰਭੀਰ ਬਣਿਆ ਹੋਇਆ ਵੀ ਕੋਈ ਆਪਦੀ ਦੁਕਾਨ ਦਾ ਨਾਂ ਕੀ ਰੱਖੂ, ਕੀ ਇਹ ਸਰਕਾਰ ਤੈਅ ਕਰਿਆ ਕਰੂ? ਕੋਈ ਆਪਣੀ ਦੁਕਾਨ ਦਾ ਨਾਂ ਸਰਕਾਰ ਦੇ ਜਾਂ ਕੋਈ ਜੇ ਜਿਹਦੇ ਤੇ ਸਰਕਾਰ ਚਾਹੂ ਉਹੀ ਰੱਖੂਗਾ, ਜਾਂ ਫਿਰ ਜਿਹੜਾ ਸਾਡਾ ਇਤਿਹਾਸ ਹੈ, ਦੇਖੋ ਇਤਿਹਾਸ ਨੂੰ ਮਲੀਆ ਮੇਟ ਨਹੀਂ ਕੀਤਾ ਜਾ ਸਕਦਾ। ਸਾਡਾ ਇਤਿਹਾਸ 1947 ਤੋਂ ਪਹਿਲਾਂ ਦਾ ਇਤਿਹਾਸ ਹੈ, ਔਰ ਉਸ ਇਤਿਹਾਸ ਦਾ ਸ਼ਾਨਾ ਮੱਤਾ ਜਿਹੜਾ ਵਰਕਾ ਗਾ, ਔਰ ਉਸ ਵਰਕੇ ਨੂੰ ਦੁਹਰਾਉਣ ਦੀ ਲੋੜ ਹੈ। ਦੁਬਾਰੇ ਫਿਰ ਏਕਤਾ ਦੀਆਂ ਤੰਦਾਂ ਜੋੜਨ ਦੀ ਲੋੜ ਹੈ ਸਾਨੂੰ। ਲੇਕਿਨ ਕੁਛ ਜਿਹੜੇ ਲੋਕ ਜਿਹੜੇ ਫਿਰਕਾ ਪ੍ਰਸਤੀ ਦੀ ਸਿਆਸਤ ਕਰਦੇ ਆ, ਭਾਰਤੀ ਜਨਤਾ ਪਾਰਟੀ ਹੋ ਗਈ, ਸ਼ਿਵ ਸੈਨਾ ਹੋ ਗਈ, ਇੱਕ ਖਾਸ ਵਰਗ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇਹ ਸ਼ਬਦ ਨੇ ਜਿਹੜੇ ਉਹ ਭਾਉਂਦੇ ਨਹੀਂ। ਸੋ ਇਹ ਬਹੁਤ ਮੰਦਭਾਗੀ ਘਟਨਾ ਹੈ। ਹਰ ਕਿਸੇ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਇਸ ਮੁਲਕ ਦੇ ਵਿੱਚ ਕਿ ਉਹ ਆਪਣੀ ਦੁਕਾਨ ਦਾ, ਆਪਣੇ ਬੱਚੇ ਦਾ
ਕੀ ਨਾਂ ਰੱਖਣਾ ਚਾਹੁੰਦਾ ਹੈ, ਇਹ ਉਹਦੀ ਆਜ਼ਾਦੀ ਹੈ, ਉਹਨੂੰ ਡੈਮੋਕ੍ਰੇਸੀ ਹੈ। ਕੌਣ ਹੁੰਦੇ ਨੇ ਸ਼ਿਵ ਸੈਨਾ ਵਾਲੇ ਇਹ ਪੁੱਛਣ ਵਾਲੇ ਕਿ ਭਾਈ ਤੂੰ ਇਹਦਾ ਨਾਂ ਢਾਹ ਦੇ ਔਰ ਤੂੰ ਕੋਈ ਹੋਰ ਨਾਂ ਰੱਖ। ਜੀ ਗਿੱਲ ਸਾਹਿਬ ਦਾਊਦ ਤੋਂ ਡਰਦੇ ਨੇ, ਉਹ ਤਾਂ ਬਦਮਾਸ਼ੀ ਕਰਦੇ ਨੇ, ਉਹਦੇ ਨਾਂ ਤੋਂ ਡਰਦੇ ਨੇ, ਤਾਂ ਕਰਾਚੀ ਤੋਂ ਤੰਗੀ ਹੈ। ਉਧਰ ਜਿਹੜਾ ਅੱਗ ਗਲਛਦਾ ਪਾਕਿਸਤਾਨ ਦੇ ਵਿੱਚ ਹਾਫਿਜ਼ ਸਾਈਦ, ਉਹਨੂੰ ਵੀ ਕੁਛ ਸਜ਼ਾ ਬੋਲੀ ਹੈ ਜੀ। ਜੀ ਗਿੱਲ ਸਾਹਿਬ, ਹਾਫਿਜ਼ ਸਈਦ ਉਹਨੂੰ ਅੱਜ ਸਜ਼ਾ ਜਿਹੜੀ ਉਹ ਪਾਕਿਸਤਾਨ ਦੇ ਵਿੱਚ ਸੁਣਾਈ ਗਈ ਹੈ। ਬਹੁਤ ਵੱਡਾ ਫੈਸਲਾ ਹੈਗਾ, ਕਿਉਂਕਿ ਪਾਕਿਸਤਾਨ ਹਾਫਿਜ਼ ਸਈਦ ਨੂੰ ਲਗਾਤਾਰ ਸ਼ੈਲਟਰ ਕਰਦਾ ਆ ਰਿਹਾ ਸੀ, ਪਰ ਅੰਤਰਰਾਸ਼ਟਰੀ ਦਬਾਅ ਪਾਕਿਸਤਾਨ ਦੇ ਉੱਤੇ ਬਹੁਤ ਵਧਿਆ। ਸੋ ਹਾਫਿਜ਼ ਸਈਦ ਨੂੰ ਜੇ ਅੱਜ ਸਜ਼ਾ ਸੁਣਾਈ ਗਈ ਆ, 10.5 ਸਾਲ ਦੀ ਉਹਨੂੰ ਸਜ਼ਾ ਸੁਣਾਈ ਹੈ ਗਿੱਲ ਸਾਹਿਬ, ਇਹਦੇ ਚ ਕਿਤੇ ਨਾ ਕਿਤੇ ਇਉਂ ਲੱਗਦਾ ਕਿ ਭਾਰਤ ਦਾ ਦਬਾਅ ਵਧਿਆ। ਭਾਰਤ ਲਗਾਤਾਰ ਇਹ ਮੰਗ ਕਰਦਾ ਆ ਰਿਹਾ ਸੀ ਕਿ ਹਾਫਿਜ਼ ਸਈਦ ਆ ਜਿਹੜਾ ਉਹਨੇ ਭਾਰਤ ਦੇ ਵਿੱਚ ਬਹੁਤ ਸਾਰੇ ਮਾਮਲਿਆਂ 'ਚ ਇਨਵੋਲਵਮੈਂਟ ਆ ਉਹਦੀ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਭਾਰਤ ਦੇ ਨਾਲ ਜੁੜ ਕੇ ਟਰੰਪ ਜਾਂ ਅਮਰੀਕਾ ਆਪਾਂ ਕਹਿ ਲਈਏ, ਉਹ ਬਹੁਤ ਜ਼ਿਆਦਾ ਦਬਾਅ ਪਾਕਿਸਤਾਨ ਦੇ ਉੱਤੇ ਪਾ ਰਿਹਾ ਸੀ। ਏਸ਼ੀਆ ਦੇ ਖਿੱਤੇ 'ਚੋਂ ਵੀ ਪਾਕਿਸਤਾਨ ਦੇ ਉੱਤੇ ਹਾਫਿਜ਼ ਸਈਦ ਨੂੰ ਲੈ ਕੇ ਬਹੁਤ ਦਬਾਅ ਜਿਹੜਾ ਉਹ ਚੜਿਆ ਹੋਇਆ ਸੀ। ਫਿਰ 2019 ਦੇ ਵਿੱਚ ਹਾਫਿਜ਼ ਸਈਦ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਅੱਜ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਜਿਹੜੀ ਅਦਾਲਤ ਹੈ, ਉਹਨੇ ਮੁੰਬਈ ਹਮਲਿਆਂ ਦੇ ਇਸ ਮੁੱਖ ਸਾਜ਼ਿਸ਼ ਘਾੜੇ ਤੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਜਿਹੜਾ ਉਹ ਅੱਤਵਾਦ ਨਾਲ ਸੰਬੰਧਿਤ 2 ਹੋਰ ਕੇਸਾਂ ਦੇ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਔਰ ਗਿੱਲ ਸਾਹਿਬ, ਸੰਯੁਕਤ ਰਾਸ਼ਟਰ ਵੱਲੋਂ ਦਹਿਸ਼ਤਗਰਦ ਐਲਾਨਿਆ ਹੋਇਆ ਹਾਫਿਜ਼ ਸਈਦ, ਇਹਦੇ ਸਿਰ ਤੇ ਅਮਰੀਕਾ ਨੇ $1 ਕਰੋੜ ਦਾ ਨਾਮ ਰੱਖਿਆ ਹੋਇਆ ਜੀ। ਔਰ ਪਿਛਲੇ ਸਾਲ 2019 ਚ 17 ਜੁਲਾਈ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੈਨੂੰ ਇਉਂ ਹੀ ਲੱਗਦਾ ਗਾ ਕਿ ਭਾਰਤ ਦਾ ਔਰ ਅਮਰੀਕਾ ਦਾ ਦਬਾਅ ਆ ਜਿਹੜਾ ਉਹ ਪਾਕਿਸਤਾਨ ਦੇ ਉੱਤੇ ਪਿਆ, ਜਿਹਦੇ ਤਹਿਤ ਪਾਕਿਸਤਾਨ ਨੇ ਇਹ ਸਜ਼ਾ ਗੀ ਜਿਹੜੀ ਉਹ ਸੁਣਾਈ ਹੈ। ਜੀ, ਸੱਚ ਮੂਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ, ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ। ਸੰਗਤਾਂ ਦੀ ਸੱਥ ਵਿੱਚ ਜਦੋਂ ਤੈਨੂੰ ਖੂਨਣੇ ਨਹੀਂ ਲੈ ਕੇ ਫੌਜੀ ਖਾਲਸੇ ਖੜੇ, ਦਿੱਲੀ ਇਹ ਦਿਆਲਾ ਵੇਖ ਦੇਖ ਚੋਬਲਦਾ ਨਹੀਂ, ਅਜੇ ਤੇਰਾ ਦਿਲ ਨਾ ਠਰੇ। ਮਤੀ ਦਾਸ ਤਾਈ ਚੀਰਾਰੇ ਵਾਂਗੂ ਜੀਭ ਤੇਰੀ, ਅਜੇ ਤਾਈ ਮਨ ਮੱਤੀਆਂ ਕਰੇ। ਇਹ ਸੀ ਨਵਕਿਨ ਸਿੰਘ ਪੱਤੀ ਬਰਨਾਲੇ ਤੋਂ। ਕੱਲ ਨੂੰ ਫੇਰ 9:20 ਤੇ ਗੱਲਾਂ ਬਾਤਾਂ ਹੋਣਗੀਆਂ। ਖਿਆਲ ਰੱਖਿਓ ਆਪਣਾ, ਚੜ੍ਹਦੀ ਕਲਾ। ਪੱਤੀ ਜੀ ਧੰਨਵਾਦ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਹੀ ਬਹੁਤ ਧੰਨਵਾਦ ਜੀ। ਧੰਨਵਾਦ ਗਿੱਲ ਸਾਹਿਬ। ਵਪਾਰਕ ਸੰਦੇਸ਼ਾਂ ਤੋਂ ਬਾਅਦ MLA ਜਿਨੀ ਸਿਮ ਜੀ ਗੱਲਬਾਤ ਕਰਨਗੇ। ਹਰਜੀਤ ਸਿੰਘ ਗਿੱਲ ਲਾਈਵ ਸ਼ੋਅ ਦੇ ਵਿੱਚ, ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਮੇਰੇ ਨਾਲ ਸ਼ਾਮਲ ਹੋ। ਹੁਣ ਮੇਰੇ ਨਾਲ ਜਿਨੀ ਸਿਮਸ ਜੀ ਨੇ, ਜਿਨ੍ਹਾਂ ਨੇ ਭਾਈਚਾਰਾ, ਜਿਨ੍ਹਾਂ ਤੇ ਮਾਣ ਵੀ ਕਰਦਾ, ਜਿਨ੍ਹਾਂ ਨੇ ਇੱਕ ਐਜੂਕੇਸ਼ਨਿਸਟ ਦੇ ਤੌਰ ਤੇ ਭਾਈਚਾਰੇ ਦਾ ਨਾਂ, ਫਿਰ ਯੂਨੀਅਨਿਸਟ ਦੇ ਨਾਂ ਤੇ ਪ੍ਰੈਜ਼ੀਡੈਂਟ, ਫਿਰ MP ਤੋਂ ਬਾਅਦ MLA ਤੇ ਫਿਰ ਮਿਨਿਸਟਰ ਆਫ ਸਿਟੀਜ਼ਨ ਸਰਵਿਸਿਜ਼, ਹੁਣ ਫਿਰ ਉਹ MLA ਜਿੱਤੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕੋਵਿਡ ਬਣਨ ਵਾਲੀ ਸਰਕਾਰ ਬਾਰੇ, ਕਿਹੜੀਆਂ ਜ਼ਿੰਮੇਵਾਰੀਆਂ ਕਿਹਨੂੰ ਮਿਲ ਸਕਦੀਆਂ ਨੇ। ਹਾਲਾਂਕਿ ਜਾਂ ਤਾਂ ਹਲੇ ਤਾਂ ਕਹਿਣਾ ਔਖਾ ਹੈ, ਪਰ ਫਿਰ ਵੀ ਜਿੰਨੀ ਕੁ ਗੱਲ ਉਹ ਦੱਸ ਸਕਦੇ ਨੇ ਉਹਨਾਂ ਨੂੰ ਪੁੱਛਾਂਗੇ। ਜਿਨੀ ਸਿਮ ਜੀ, ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੀ ਜਿੱਤ ਦੀਆਂ ਵਧਾਈਆਂ ਜੀ ਤੁਹਾਨੂੰ। ਵੋਟਾਂ ਜਿਹੜੀਆਂ ਸਾਰੀਆਂ ਗਿਣ ਚੁੱਕੀਆਂ ਜਾ ਰਹੀਆਂ ਨੇ ਤੇ ਤੁਸੀਂ ਸਰੀ ਪੈਨੋਰਾਮਾ ਰਿਜ ਦੇ ਹੁਣ MLA ਹੋ। ਨਾਲ ਜਗਰੂਪ ਬਰਾੜ ਜੀ, ਰਚਨਾ ਸਿੰਘ, ਰਵੀ ਕਾਲੋਂ, ਹੈਰੀ ਬੇਂਸ ਤੇ ਅਮਨ ਸਿੰਘ, ਇਹ ਭਾਈਚਾਰੇ ਦੇ ਵਿੱਚੋਂ ਚੁਣੇ ਤੇ ਭਾਈਚਾਰੇ ਦੀਆਂ ਬਹੁਤ ਆਸਾਂ ਨੇ ਤੁਹਾਡੇ ਤੋਂ। ਆਸ ਹੈ ਕਿ ਤੁਸੀਂ ਮਿਹਨਤ ਕਰੋਗੇ। ਸਭ ਤੋਂ ਪਹਿਲਾਂ ਕੋਵਿਡ ਦੇ ਬਾਰੇ ਮੈਂ ਗੱਲਬਾਤ ਕਰਨੀ ਚਾਹੁੰਦਾ ਹਾਂ। ਕਿਤੇ ਮੈਨੂੰ ਇਉਂ ਲੱਗਦਾ ਹੈ ਕਿ ਜਦ ਵੈਨਕੂਵਰ ਦੇ ਉਹ ਨੰਬਰ ਦੱਸਦੇ ਆ ਤਾਂ ਵੈਨਕੂਵਰ ਦੇ ਨੰਬਰ ਨੂੰ ਨੇਬਰਹੁੱਡ 'ਚ ਦੱਸ ਦਿੰਦੇ ਆ। ਇਹ ਜੀ ਵੈਸਟ ਐਂਡ ਆ, ਕੈਰਸਟੇਲ ਆ, ਈਸਟ ਆ। ਜਦ ਉਹਨਾਂ ਨੇ ਫਰੇਜ਼ਰ ਵੈਲੀ ਦੀ ਗੱਲ ਕਰਨੀ ਹੈ ਤਾਂ ਸਰੀ ਦਾ ਉਹ ਦੱਸ ਦਿੰਦੇ ਆ ਬਈ 1000 ਦੇ ਵਿੱਚੋਂ 60% ਸਰੀ 'ਚ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ, ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਸਰੀ ਵਾਲਿਆਂ ਦਾ, ਜਿਨ੍ਹਾਂ ਨੇ ਫਿਰ ਚੁਣ ਕੇ ਸਰੀ ਪੈਨੋਰਾਮਾ ਵਿੱਚ ਮੁੜ ਕੇ ਮੈਨੂੰ ਫਿਰ ਮੌਕਾ ਦਿੱਤਾ ਆ ਵਿਕਟੋਰੀਆ ਜਾ ਕੇ ਵੀ ਆਪਣੇ ਕੰਮ ਕਰਨ ਲਈ ਤੇ ਕੰਸਟੀਚੂਐਂਟਸ ਲਈ ਕੰਮ ਕਰਨ ਲਈ। ਜਿਹੜੀ ਤੁਸੀਂ ਕੋਵਿਡ ਦਾ ਸਵਾਲ ਪੁੱਛਿਆ ਹੈ, ਬਹੁਤ ਸਾਰੇ ਮੈਨੂੰ ਪੁੱਛਦੇ ਆ ਵੀ ਕਿਉਂ ਸਰੀ ਦੇ ਨੰਬਰ ਜਿਹੜਾ ਫਰੇਜ਼ਰ ਹੈਲਥ ਵਾਲੇ ਨੇ ਮਾਪ ਛਾਪਿਆ ਸੀਗਾ, ਉਹਨਾਂ ਦਾ ਸਰੀ ਇੱਕ ਇਲਾਕਾ ਦਿਖਾਲ ਰਹੇ ਆ, ਪਰ ਜਦੋਂ ਵੈਨਕੂਵਰ ਦਿਖਾਲਦੇ ਆ ਉੱਥੇ 6 ਇਲਾਕੇ ਦਿਖਾਲਦੇ ਆ। ਕਿਉਂਕਿ ਜਿਹੜੇ ਕੋਸਟਲ ਹੈਲਥ ਹੈਗੇ ਆ ਨਾ, ਉਹਨਾਂ ਨੇ ਵੈਨਕੂਵਰ ਨੂੰ ਕੋਸਟਲ ਹੈਲਥ ਏਰੀਆਜ਼ ਲਈ ਜਿੱਦਾਂ ਵੀ ਡਿਵਾਈਡ ਕੀਤਾ ਆ ਵੈਨਕੂਵਰ ਦੇ ਵਿੱਚ। ਤੇ ਵੈਨਕੂਵਰ ਦੇ ਵਿੱਚ 6 ਹੈਲਥ ਏਰੀਆਜ਼ ਹੈਗੇ ਆ ਇਸ ਵਕਤ। ਉਹ ਪੁਰਾਣੇ ਰਹਿ ਗਏ ਨਹੀਂ ਵੀ ਅੱਜ ਬਣਾਏ ਗਏ ਆ ਵੀ ਜਾਂ ਕਿਤੇ ਵੀ
ਡਾਕਟਰ ਬੌਨੀ ਹੈਨਰੀ ਤੇ ਫਰੇਜ਼ਰ ਹੈਲਥ ਨੇ ਅੱਜ ਬਣਾਏ ਆ। ਇਹ ਹਿਸਟੋਰਿਕਲੀ ਉੱਥੇ ਵੈਨਕੂਵਰ ਦੇ ਵਿੱਚ ਜਿਹੜੇ ਹੈਲਥ ਰੀਜਨ ਹੈਗਾ ਉਹਨਾਂ ਨੇ ਵੈਨਕੂਵਰ ਨੂੰ ਲੋਕਲ ਹੈਲਥ ਏਰੀਆਜ਼ ਡੈਜ਼ਿਗਨੇਟ ਕੀਤਾ ਗਿਆ ਸੀਗਾ ਤੇ ਉਹ 6 ਹਿੱਸਿਆਂ ਵਿੱਚ ਵੰਡੇ ਗਏ ਸੀਗੇ। ਪਰ ਸਰੀ ਕਰਕੇ ਵੀ ਮੈਨੂੰ ਲੱਗਦਾ ਵੀ ਪੁਰਾਣੇ ਦਿਨਾਂ ਦੀ ਗੱਲ ਆ, ਉਦੋਂ ਇੱਥੇ ਆਪਣੇ ਇੰਨਾ ਵੱਡਾ ਪੋਪੂਲੇਸ਼ਨ ਵੀ ਹੈ ਨਹੀਂ ਸੀਗਾ ਤਾਂ ਇਹਨੂੰ ਇੱਕ ਹੈਲਥ ਏਰੀਆ ਮੰਨਿਆ ਜਾਂਦਾ ਹਾਲੇ ਵੀ। ਸੋ ਇਸ ਕਰਕੇ ਵਾਜੇ ਵੇਲੇ ਲੱਗਦਾ ਆ ਵੀ ਵੈਨਕੂਵਰ ਨੂੰ ਕਿਉਂ 6 ਹਿੱਸਿਆਂ 'ਚ ਨੰਬਰ ਦੱਸਦੇ ਆ ਤੇ ਸਰੀ ਦੇ ਕਿਉਂ 1 ਨੰਬਰ ਆਉਂਦਾ ਆ। ਪਰ ਜੇ ਤੁਸੀਂ ਵੈਨਕੂਵਰ ਦੇ 6 ਨੰਬਰਾਂ ਨੂੰ ਇਕੱਠੇ ਵੀ ਕਰ ਲਵੋ, ਵੈਨਕੂਵਰ ਦਾ ਪੋਪੂਲੇਸ਼ਨ ਵੀ ਸਰੀ ਨਾਲੋਂ ਜ਼ਿਆਦਾ ਆ, ਹਾਲੇ ਵੀ ਜ਼ਿਆਦਾ ਆ, ਤੇ ਫਿਰ ਆਪਾਂ ਨੂੰ ਪਤਾ ਲੱਗਦਾ ਆ ਫਿਰ ਵੀ ਸਰੀ ਦੇ ਵਿੱਚ COVID-19 ਕੇਸਿਸ ਜ਼ਿਆਦਾ ਹੋ ਰਹੇ ਨੇ। ਤੇ ਜੇ ਆਪਾਂ ਨਵੰਬਰ ਦੇ ਇਸ਼ੂਜ਼ ਦੇਖੀਏ, ਨਵੰਬਰ ਦੇ ਵਿੱਚ ਜਿਹੜੇ ਨੰਬਰ ਆਏ ਆ ਉਹ ਆਪਾਂ ਨੂੰ ਮਿਊਨਿਸਪੈਲਿਟੀ ਨਹੀਂ ਪਤਾ, ਪਰ ਜਦੋਂ ਅਸੀਂ ਦੇਖਦੇ ਹਾਂ ਹੈਲਥ ਅਥਾਰਟੀ, ਫਰੇਜ਼ਰ ਹੈਲਥ ਦੇ ਵਿੱਚ ਇੱਕ ਦਿਨ 70% ਕੇਸਿਸ ਸੀਗੇ ਤੇ ਇੱਕ ਦਿਨ ਕੱਲ ਜਿਹੜੇ ਨੰਬਰ ਆਏ ਸੀਗੇ 64% ਕੇਸਿਸ, 64% ਸਾਰੇ ਪ੍ਰੋਵਿੰਸ ਦੇ 64% ਫਰੇਜ਼ਰ ਹੈਲਥ ਦੇ ਵਿੱਚ ਸੀਗੇ ਜੀ। ਤੇ ਇਸ ਕਰਕੇ ਵੀ ਆਪਾਂ ਨੂੰ ਧਿਆਨ ਦੇਣਾ ਪੈਣਾ ਵੀ ਇਸ ਵਕਤ COVID-19 ਬਹੁਤ ਵੱਧ ਰਿਹਾ ਆ। ਸਿਰਫ ਸਾਡੇ ਨੇ, ਯੂਰਪ ਵਿੱਚ ਵੀ ਸੈਕੰਡ ਵੇਵ ਆ ਗਿਆ, ਅਮਰੀਕਾ ਦਾ ਤਾਂ ਹਾਲ ਆਪਣੇ ਕੋਲ ਹੁਣ ਦੇਖ ਨਹੀਂ ਹੁੰਦਾ ਜਦੋਂ ਨੰਬਰ ਦੇਖੀਦੇ ਆ। ਪਰ ਇੱਥੇ ਵੀ ਜੇ 2 ਹੈਲਥ ਅਥਾਰਟੀਜ਼ ਹੈਗੀਆਂ ਆ ਜਿੱਥੇ ਬਹੁਤ ਜਲਦੀ ਵੱਧ ਰਿਹਾ ਆ, ਉਹ ਹੈਗੇ ਨੇ ਆਪਣੇ ਫਰੇਜ਼ਰ ਹੈਲਥ ਤੇ ਵੈਨਕੂਵਰ ਕੋਸਟਲ ਹੈਲਥ, ਦੋਨੋਂ ਹੀ। ਪਰ ਦੂਸਰੇ ਇਲਾਕਿਆਂ 'ਚ ਵੀ ਵੱਧ ਰਿਹਾ ਆ। ਇਸ ਕਰਕੇ ਹੁਣ ਬਹੁਤ ਹੀ ਜ਼ਰੂਰੀ ਹੈਗੀ ਵੀ ਆਪਾਂ ਸਾਰੇ ਪਰਹੇਜ਼ ਲਈਏ। ਆ ਜਿਹੜਾ ਸਵਾਲ ਤੁਸੀਂ ਕਿਸੇ ਨੇ ਪੁੱਛਿਆ ਸੀ, ਮੈਨੂੰ ਵੀ ਕਿਹਾ ਵੀ ਇਹ ਸਿਸਟੈਮਿਕ ਰੇਸਿਜ਼ਮ ਤਾਂ ਨਹੀਂ ਵੀ ਸਾਡੇ ਨੰਬਰ ਇਕੱਠੇ ਦੱਸਦੇ ਆ ਸਰੀ ਦੇ ਤੇ ਵੀ ਵੈਨਕੂਵਰ ਦੇ। ਵੈਨਕੂਵਰ ਵੀ ਮਲਟੀਕਲਚਰਲ ਡਾਈਵਰਸ ਕਮਿਊਨਿਟੀ ਆ, ਸਰੀ ਵੀ ਮਲਟੀਕਲਚਰਲ ਡਾਈਵਰਸ ਕਮਿਊਨਿਟੀ ਆ, ਐਕਸੈਪਟ ਉਹਨਾਂ ਦੇ ਕੋਲ ਲੋਕਲ ਹੈਲਥ ਏਰੀਆਜ਼ ਹੈਗੇ ਆ, ਆਪਣੇ ਇੱਕ ਮੰਨਿਆ ਜਾਂਦਾ ਹਾਲੇ ਤੱਕ। ਗਾਂ ਪਤਾ ਨਹੀਂ ਫਰੇਜ਼ਰ ਹੈਲਥ ਕੀ ਕਰੂਗਾ। ਸੋ ਆਪਾਂ ਨੂੰ ਇਹ ਸੋਚਣਾ ਪੈਣਾ ਵੀ ਜਿਹੜਾ ਇਹ ਵਾਇਰਸ ਆ, ਨਾ ਇਹ ਰੰਗ ਦੇਖਦਾ, ਨਾ ਇਹ ਧਰਮ ਦੇਖਦਾ, ਨਾ ਇਹ ਆਪਣੀ ਐਥਨਿਸਿਟੀ ਦੇਖਦਾ ਆ, ਨਾ ਅਮੀਰੀ ਗਰੀਬੀ ਦੇਖਦਾ ਆ ਜੀ। ਇਹ ਵਾਇਰਸ ਫੈਲਦਾ ਆ ਤੇ ਜੇ ਆਪਾਂ ਸੋਚਦੇ ਸੀਗੇ ਵੀ ਆਪਾਂ ਵਾਇਰਸ ਨੂੰ ਖਤਮ ਕਰ ਦਿੱਤਾ ਜਾਂ ਕਾਬੂ ਕਰ ਲਿਆ, ਬਹੁਤ ਵਧੀਆ ਤਰੀਕੇ ਨਾਲ ਕੀਤਾ ਸੀ ਜਦੋਂ ਆਪਾਂ ਡਾਕਟਰ ਬੌਨੀ ਹੈਨਰੀ ਦੇ ਜਿਹੜੇ ਆਦੇਸ਼ ਹੁੰਦੇ ਆ, ਕਾਨੂੰਨ ਬਣਾਏ ਸੀ, ਫੋਲੋ ਕਰਦੇ ਸੀਗੇ। ਫਿਰ ਆਪਾਂ ਥੋੜੇ ਕੁ ਰਿਲੈਕਸ ਹੋ ਗਏ, ਇਕਨੋਮੀ ਵੀ ਫਿਰ ਚੱਲਣ ਲੱਗ ਪਈ, ਸਕੂਲ ਵੀ ਖੁੱਲ ਗਏ ਤੇ ਆਪਾਂ ਵੀ ਥੋੜੇ ਆਪਣੇ ਸੋਸ਼ਲਾਈਜ਼ਿੰਗ ਵਿੱਚ ਜ਼ਿਆਦਾ ਹੀ ਰਿਲੈਕਸ ਹੋ ਗਏ ਤੇ ਇਸ ਕਰਕੇ ਵੱਧ ਗਿਆ ਜ਼ਿਆਦਾ। ਇਹ ਨਹੀਂ ਵੀ ਕੋਵਿਡ ਕਿਤੇ ਗਿਆ ਸੀਗਾ, ਆਪਾਂ ਕੋਵਿਡ ਨਾਲ ਰਹਿਣਾ ਸਿੱਖ ਲਿਆ ਸੀਗਾ। ਹੁਣ ਜਿੱਦਾਂ ਕੋਵਿਡ ਅੱਗੇ ਨਾਲੋਂ ਜ਼ਿਆਦਾ ਆ, ਵਾਇਰਸ ਅੱਗੇ ਨਾਲੋਂ ਜ਼ਿਆਦਾ ਫੈਲਿਆ ਆ, ਪਰ ਆਪਾਂ ਥੋੜੇ ਕੁ ਜ਼ਿਆਦਾ ਹੀ ਰਿਲੈਕਸਡ ਹੋ ਗਏ ਸੀਗੇ। ਇਸ ਕਰਕੇ ਆ ਜਿਹੜੇ 2 ਹਫ਼ਤਿਆਂ ਦੀ ਪਾਬੰਦੀਆਂ ਲੱਗੀਆਂ ਸੀ ਨਾ, ਮੈਨੂੰ ਉਮੀਦ ਆ ਸ਼ਾਇਦ ਹੋਰ ਵੀ ਲੱਗ ਜਾਣ, ਪਰ ਮੈਂ ਕਹਿ ਨਹੀਂ ਸਕਦੀ ਹਾਲੇ। ਪਰ ਜਿਹੜੇ 2 ਹਫ਼ਤਿਆਂ ਦੀਆਂ ਲੱਗੀਆਂ ਇਹ ਹੀ ਆ ਵੀ ਆਪਣੇ ਘਰ ਰਵੋ, ਨਾ ਕਿਸੇ ਨੂੰ ਵਿਜ਼ਿਟ ਕਰੋ, ਨਾ ਕੋਈ ਤੁਹਾਡੇ ਘਰ ਆਵੇ, ਨਾ ਕੋਈ ਸੋਸ਼ਲਾਈਜ਼ਿੰਗ ਕਰੋ। ਜੇ ਤੁਸੀਂ ਦਿਨ ਵੀ ਕੋਈ ਖਾਸ ਦਿਨ ਮਨਾਉਣਾ ਆ, ਜਿਹੜੇ ਤੁਹਾਡੇ ਘਰ ਦੇ ਵਿੱਚ ਰਹਿੰਦੇ ਆ ਸਿਰਫ ਉਹਨਾਂ ਦੇ ਨਾਲ ਹੀ ਮਨਾਵੋ। ਕਈ ਤਾਂ ਕਹਿ ਦਿੰਦੇ ਨਹੀਂ ਆ 10 ਪਰਿਵਾਰ ਮੇਰੇ ਬਬਲ ਵਿੱਚ ਆ, ਉਹ ਦਿਨ ਚੱਲ ਗਏ 10 ਪਰਿਵਾਰ ਜਿਹੜੇ ਇੱਕ ਬਬਲ ਦੇ ਵਿੱਚ ਹੁੰਦੇ ਸੀਗੇ। ਆਹ ਵਕਤ ਹੈਗਾ ਵੀ ਜਿਹੜੇ ਤੁਹਾਡੇ ਘਰ ਵਿੱਚ ਰਹਿੰਦੇ ਆ ਉਹਨਾਂ ਦੇ ਨਾਲ ਹੀ ਮਨਾਵੋ। ਜੇ ਬਾਹਰ ਜਾਂਦੇ ਆ, ਅੰਦਰ ਜਾਂਦੇ ਆ, ਸ਼ਾਪਾਂ ਦੇ ਵਿੱਚ ਜਾਂ ਕਿਸੇ ਬਿਜ਼ਨਸ ਵਿੱਚ, ਵੇਅਰ ਅ ਮਾਸਕ। ਜੇ ਵੋਕ ਤੇ ਵੀ ਜਾਂਦੇ ਆ, ਕੋਈ ਤੁਹਾਡੇ ਲਾਗੇ ਆ ਜਾਂਦਾ, ਮਾਸਕ ਕੋਲ ਰੱਖੋ, ਪਹਿਨ ਦਵੋ, ਆਪਣੇ ਹੱਥ ਧੋਂਦੇ ਰਹੋ ਤੇ ਨਾ ਹੀ ਵਾਧੂ ਟਰੈਵਲ ਕਰੋ। ਇਸ ਵਕਤ ਜੇ ਗਰੋਸਰੀ ਵੀ ਕਰਨੀ ਆ, ਰੋਜ਼ ਜਾਣ ਦੀ ਲੋੜ ਨਹੀਂ, ਪਲਾਨਟ ਆਪਣੀ ਗਰੋਸਰੀ ਕਰੋ, ਘਰ ਆਵੋ। ਕੰਮ ਤੇ ਜਾਣਾ, ਕੰਮ ਤੇ ਜ਼ਰੂਰ ਜਾਵੋ, ਘਰ ਆਵੋ, ਪਰ ਇਹ ਨਹੀਂ ਵੀ ਹੁਣ ਆਲੇ ਦੁਆਲੇ ਤੁਰੇ ਫਿਰੋ। ਅੱਛਾ ਜੀ, ਲੋਕਲ ਟਰੈਵਲ ਖਤਮ ਕਰ ਦਿਓ ਪਲੀਜ਼ ਥੋੜੇ ਚਿਰ ਲਈ। ਅੱਛਾ ਜਿਨੀ ਜੀ, ਇੱਕ ਗੱਲ ਹੋਰ ਜਿਹੜੀ ਇਹਦੇ ਵਿੱਚ ਬਹੁਤ ਜ਼ੋਰ ਨਾਲ ਇੱਕ ਗੱਲ ਬੜੀ ਕਹੀ ਜਾਂਦੀ ਹੈ ਕਿ ਜੀ ਲਾਕਡਾਊਨ, ਸਰਕਟ ਬ੍ਰੇਕਰ, ਬੜੇ ਫੈਂਸੀ ਨਾਂ ਨੇ, ਪਰ ਉਹ ਕਦੇ ਇਸ ਤਰ੍ਹਾਂ ਵੀ ਨਾਲ ਸੋਚਣਾ ਚਾਹੀਦਾ ਹੈ ਕਿ ਇਹ ਜਿਹੜੀ ਲਾਕਡਾਊਨ ਆ ਇਹ ਇੰਨਾ ਸੌਖਾ ਨਹੀਂ। ਸਰਕਾਰਾਂ ਨੇ
ਕਿੰਨਾ ਕੰਮ ਦਿੱਤਾ, ਕਿੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ, ਗੈਸ ਪਾਈਪਲਾਈਨ ਤੇ ਸੀ ਡੈਮ ਦਾ ਚੱਲ ਰਿਹਾ, ਬਿਲੀਅਨਸ ਆਫ ਡਾਲਰ ਬ੍ਰਿਟਿਸ਼ ਕੋਲੰਬੀਅਨਸ ਕਿੱਥੋਂ ਦੇਣਗੇ? ਇਹ ਬਹੁਤ ਵੱਡੀ ਗੱਲ ਮੁੜ ਮੁੜ ਕੇ ਕਹੀ ਜਾਂਦੇ ਆ, ਬੰਦ ਕਰ ਦਿਓ, ਬੰਦ ਕਰ ਦਿਓ, ਬੰਦ ਕਰ ਦਿਓ। ਬੰਦ ਕਰਨਾ ਇੰਨਾ ਸੌਖਾ ਹੈ ਜੀ? ਦੇਖੋ, ਸਭ ਤੋਂ ਵੱਡੀ ਗੱਲ ਇਸ ਵਕਤ ਇਹ ਹੈਗੀ ਆ ਵੀ ਲੋਕ ਪਰਹੇਜ਼ ਰੱਖਣ, ਤੇ ਫਿਰ ਨਾ ਲੋਕਡਾਊਨ ਦੀ ਜ਼ਰੂਰੀ ਪੈਣੀ ਆ ਤੇ ਨਾ ਹੀ ਗਾ ਹੋਰ ਪਾਬੰਦੀਆਂ ਕਰਨ ਦੀ ਪਊਗੀ। ਇਸ ਵਕਤ ਇਹ ਸਭ ਕੁਝ ਆਪਣੇ ਇਕੱਲੇ ਇਨਸਾਨ ਦੇ ਹੱਥ ਵਿੱਚ ਹੈਗਾ ਆ। ਦੂਸਰੇ ਤੇ ਉਂਗਲ ਨਾ ਉਠਾਈਏ, ਆਪਾਂ ਜੋ ਕੁਝ ਆਪਾਂ ਕਰ ਸਕਦੇ ਆ ਕਰੀਏ। ਤੇ ਦੇਖੋ, ਲੋਕਡਾਊਨ ਕਹਿਣਾ ਸੌਖਾ ਆ ਜੀ। ਜਦੋਂ ਆਪਾਂ ਫੈਬਰੂਰੀ ਮਾਰਚ ਵਿੱਚ ਵੀ ਆਪਣੇ ਕੋਲ ਟੋਟਲ ਲੋਕਡਾਊਨ ਨਹੀਂ ਸੀਗੀ BC ਦੇ ਵਿੱਚ, ਇੱਥੇ ਫਿਰ ਵੀ ਕਾਫੀ ਬਿਜ਼ਨੈਸਿਸ ਵੀ ਚੱਲਦੀਆਂ ਰਹੀਆਂ, ਕੰਸਟਰਕਸ਼ਨ ਵੀ ਚੱਲਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ। ਪਰ ਜਦੋਂ ਤੁਸੀਂ ਹੁਣ ਵੀ ਆਪਾਂ ਡਰ ਜਾਂਦੇ ਆ ਨਾ, ਆਪਾਂ ਸੋਚਦੇ ਆ ਵੀ ਬਾਹਰੋਂ ਕੋਈ ਆ ਕੇ ਸਾਨੂੰ ਮਿੱਠੀ ਗੋਲੀ ਦੇ ਦੇਵੇ ਤੇ ਸਭ ਕੁਝ ਬਾਹਰ ਚੱਲ ਜਾਵੇ, ਵੀ ਸਾਨੂੰ ਨਾ ਕੁਝ ਕਰਨਾ ਪਵੇ। ਪਰ ਇਹ ਵਕਤ ਹੈਗਾ ਆ ਵੀ ਸਾਨੂੰ ਹਰੇਕ ਨੂੰ ਆਪਣੇ ਲਈ, ਆਪਣੇ ਪਰਿਵਾਰ ਲਈ ਤੇ ਦੂਸਰੇ ਦੇ ਬੱਚਿਆਂ ਲਈ, ਦੂਸਰੇ ਦੇ ਬਜ਼ੁਰਗਾਂ ਲਈ, ਦੂਸਰੇ ਦੇ ਪਰਿਵਾਰ ਲਈ ਵੀ ਕਰਨਾ ਪੈਣਾ ਆ। ਜੇ ਸਾਨੂੰ ਇਕਨੋਮੀ ਦਾ ਵੀ ਇੰਨਾ ਫਿਕਰ ਹੈਗਾ ਆਗਾ, ਫਿਰ ਸਾਨੂੰ ਉਸ ਇਕਨੋਮੀ ਲਈ ਵੀ ਇਹ ਕਰਨਾ ਪੈਣਾ ਆ, ਕਿਉਂਕਿ ਜ਼ਿਆਦਾ ਫੈਲ ਗਿਆ ਫਿਰ ਆਪਣੇ ਹਸਪਤਾਲਾਂ ਦਾ ਬੁਰਾ ਹਾਲ ਹੋ ਜਾਣਾ ਆ। ਹਾਲੇ ਤੱਕ ਸਾਡੀਆਂ ਸਰਜਰੀਜ਼ ਚੱਲ ਰਹੀਆਂ, ਇਲੈਕਟਿਵ ਸਰਜਰੀ, ਗਾਂ ਜੇ ਉਹ ਵੀ ਬੰਦ ਕਰਨੀਆਂ ਪੈਣੀਆਂ, ਦੇਖੋ ਲੋਕਾਂ ਤੇ ਕਿੰਨਾ ਮਾੜਾ ਅਸਰ ਪੈਣਾ ਆ। ਹੁਣ ਅਸੀਂ ਦੇਖਦੇ ਹਾਂ ਅਮਰੀਕਾ ਦੇ ਵਿੱਚ ਵੱਡੇ ਕਨਵੈਨਸ਼ਨ ਸੈਂਟਰ ਲੈ ਕੇ ਉੱਥੇ ਬਿੱਡਾਂ ਬਣਾ ਰਹੇ ਆ। ਮੈਂ ਨਹੀਂ ਚਾਹੁੰਦੀ ਵੀ ਸਾਡੇ ਵੀ ਏਦਾਂ ਹੋ ਜਾਵੇ ਜਿਸ ਤਰ੍ਹਾਂ ਆਪਾਂ ਅਪ੍ਰੈਲ ਮਈ ਦੇ ਵਿੱਚ ਆਪਣੇ ਜਿਹੜੇ ਗਰੋਥ ਸੀਗਾ ਕੋਵਿਡ ਦਾ ਸਿੰਗਲ ਡਿਜਿਟ ਦਾ ਸੀਗਾ ਤੇ ਹਸਪਤਾਲ ਵੀ ਠੀਕ ਸੀਗੇ, ICU ਵਿੱਚ ਕੋਈ ਹੈ ਨਹੀਂ ਸੀ, ਦੂਸਰੇ ਵੀ ਸਿੰਗਲ ਡਿਜਿਟ ਦੇ ਵਿੱਚ ਸੀਗੇ। ਹੁਣ ਆਪਾਂ ਦੇਖੀਏ ਕਿੱਥੇ ਤੱਕ ਚੱਲ ਗਏ ਆ, ਡਬਲ ਡਿਜਿਟ। ਤੇ ਹੁਣ ਮੈਂ ਬਹੁਤ ਸਾਰਿਆਂ ਕੋਲ ਸੁਣਿਆ ਆ ਵੀ ਨਹੀਂ ਕਿਤੇ ਨਹੀਂ, ਇਹ ਤਾਂ ਫਲੂ ਵਾਂਗੂ ਹੀ ਆ, ਕਿਸੇ ਨੂੰ ਕੁਛ ਨਹੀਂ ਹੁੰਦਾ, ਮੈਨੂੰ ਤਾਂ ਕੋਈ ਜਾਣਦਾ ਹੀ ਨਹੀਂ। ਇੱਕ ਮੈਂ ਗੱਲ ਜ਼ਰੂਰ ਕਹੂੰਗੀ ਵੀ ਮੈਂ ਇਹ ਦੇਖਿਆ ਵੀ ਜਿਨ੍ਹਾਂ ਦੇ ਘਰ ਹੋ ਜਾਂਦਾ ਆ, ਬਹੁਤ ਸਾਰੇ ਮੈਨੂੰ ਜਾਣਦੇ ਆ, all professions, ਆਪਾਂ ਬਾਹਰੋਂ ਥੋੜਾ ਖਾਲੇ ਵੀ ਡਰਦੇ ਆ ਗੱਲ ਕਰਨ ਨੂੰ ਵੀ ਸਾਡੇ ਘਰ ਇੱਕ ਜਾਣੇ ਨੂੰ ਹੋ ਗਿਆ, ਕਿਉਂਕਿ ਉਹਦੇ ਵਿੱਚ ਅਸੀਂ ਸੋਚਦੇ ਆ ਵੀ ਜੇ ਲੋਕਾਂ ਨੂੰ ਪਤਾ ਲੱਗ ਗਿਆ ਪਤਾ ਨਹੀਂ ਕੀ ਕਹਿਣਗੇ। ਇਹ ਹੈਗਾ ਆ ਵਾਇਰਸ। ਇਸ ਕਰਕੇ ਜਦੋਂ ਆਪਣੀ ਫਿਰ ਸਾਡੀ ਕਮਿਊਨਿਟੀ ਸਮਝਣ ਲੱਗ ਪੈਂਦੀ, ਤੇ ਸਰੀ ਵਿੱਚ ਕਈਆਂ ਨੇ ਮੈਨੂੰ ਕਿਹਾ ਆ, ਇਹ ਨਹੀਂ ਸਿਰਫ ਪੰਜਾਬੀਆਂ ਨੇ, ਦੂਸਰਿਆਂ ਨੇ ਵੀ, ਇਹ ਨਹੀਂ ਸਾਨੂੰ ਨਹੀਂ ਹੋਣਾ, ਕਿਸੇ ਨੂੰ ਹੁੰਦਾ ਨਹੀਂ, ਫਲੂ ਹੀ ਆ। ਪਰ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਘਰਾਂ ਵਿੱਚ ਮੌਤਾਂ ਹੋ ਗਈਆਂ, ਉਹਨਾਂ ਨੂੰ ਪੁੱਛੋ। ਇੱਕ ਮੇਰੀ ਸਹੇਲੀ ਹੈਗੀ ਆ, ਉਹਨੂੰ ਹੋਇਆ ਸੀਗਾ, ਉਹ ਬਹੁਤ ਸ਼ੀ ਵਾਜ਼ ਅ ਰਨਰ, ਦੌੜਦੀ ਹੁੰਦੀ ਸੀ, ਤੇ ਹੁਣ ਉਹ ਕਹਿੰਦੀ ਤੁਰਨ ਜਾਣਾ ਮੇਰੇ ਲਈ ਬਹੁਤ ਮੁਸ਼ਕਲ ਹੈਗਾ ਆ। ਹਾਲੇ ਉਹਨੂੰ ਰਿਕਵਰੀ ਉਹਦੀ ਹੋਈ ਨੂੰ 3 ਮਹੀਨੇ ਹੋ ਗਏ ਆ। ਉਹਦੇ ਕੋਲ ਹਾਲੇ ਵੀ ਸੀਰੀਅਸ ਲੰਗ ਇਸ਼ੂਜ਼ ਹੈਗੇ ਆ, ਬਰੀਥਿੰਗ ਇਸ਼ੂਜ਼ ਹੈਗੇ। ਸੋ ਬਹੁਤ ਸਾਰੇ ਹੈਗੇ ਆ। ਆਪਾਂ ਨੂੰ ਇਹ ਗੱਲ ਵੀ ਥੋੜੀ ਖੁੱਲ ਕੇ ਕਰਨੀ ਚਾਹੀਦੀ, ਵੀ ਕਰਕੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹ ਐਵੇਂ ਨਿਗਾ ਹੈਗਾ ਵੀ ਕੁਛ ਵੀ ਨਹੀਂ, ਇਹ ਸੀਰੀਅਸ ਹੈਲਥ ਇਸ਼ੂਜ਼ ਹੈਗਾ ਆ। ਤੁਸੀਂ ਪ੍ਰੀਮੀਅਰ ਦੇ ਮੂੰਹ ਵੱਲ ਨੂੰ ਦੇਖੋ, ਤੁਸੀਂ ਹੈਲਥ ਮਿਨਿਸਟਰ ਦੇ ਮੂੰਹ ਵੱਲ ਨੂੰ ਦੇਖੋ, ਤੁਸੀਂ ਡਾਕਟਰ ਵੋਨੀ ਵੱਲ ਨੂੰ ਦੇਖੋ, ਜਿਨ੍ਹਾਂ ਨੂੰ ਹੋਇਆ ਆ ਉਹਨਾਂ ਦੇ ਨਾਲ ਗੱਲ ਕਰਕੇ ਦੇਖੋ। ਦਿਸ ਇਜ਼ ਅ ਵੈਰੀ ਸੀਰੀਅਸ ਹੈਲਥ ਪੈਂਡੈਮਿਕ। ਇਸ ਕਰਕੇ ਸਾਡਾ ਸਾਰਿਆਂ ਦਾ ਕੱਲੇ ਦਾ ਫਰਜ਼ ਬਣਦਾ ਆ ਵੀ ਅਸੀਂ ਇਹਨੂੰ ਇੱਕ ਖੇਲ ਨਾ ਸਮਝੀਏ, ਟੇਕ ਇਟ ਸੀਰੀਅਸਲੀ। ਜੋ ਸਾਨੂੰ ਹੈਲਥ ਆਰਡਰਸ ਆਉਂਦੇ ਆ ਉਹ ਕਰੀਏ, ਕਰਕੇ ਇਹਨੂੰ ਕਾਬੂ ਕਰਨਾ ਬਹੁਤ ਹੀ ਜ਼ਰੂਰੀ ਆ। ਵੈਕਸੀਨ ਆ ਜਾਣੀ ਆ, ਪਰ ਆਪਾਂ ਨੂੰ ਇੰਨੀ ਛੇਤੀ ਨਹੀਂ ਮਿਲਣੀ। ਮੈਂ ਨਹੀਂ ਚਾਹੁੰਦੀ ਵੀ ਆਉਂਦੇ 3, 4, 6, 12 ਮਹੀਨਿਆਂ ਦੇ ਵਿੱਚ ਇੰਨਾ ਨੁਕਸਾਨ ਹੋ ਜਾਵੇ ਤਾਂ ਵੀ ਫਿਰ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਤਾਂ ਵਾਪਸ ਆਉਣਾ ਨਹੀਂ। ਜੀ ਠੀਕ। ਜਿਨੀ ਜੀ, ਧੰਨਵਾਦ ਤੁਹਾਡੇ ਸਮੇਂ ਲਈ। ਅਗਲੇ ਹਫ਼ਤੇ ਸਰਕਾਰ ਜਿਹੜੀ ਬਣ ਜਾ ਰਹੀ ਆ ਉਹਦੇ ਬਾਰੇ ਸੋਮਵਾਰ ਜਾਂ ਮੰਗਲਵਾਰ ਗੱਲਬਾਤ ਕਰਾਂਗੇ, ਕੀ ਪ੍ਰਕਿਰਿਆ ਹੁੰਦੀ ਹੈ, ਕਿਸ ਤਰ੍ਹਾਂ ਬਣਦੀ ਹੈ, ਕੀ ਹੋਣਾ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ। ਇਹ ਕਾਲਰ ਨੇ ਮੇਰੇ ਨਾਲ, ਪ੍ਰਹਾਰ ਜੀ, ਤੁਸੀਂ ਏਅਰ ਤੇ ਹੋ। ਯੈਸ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਹਾਰ ਸਾਹਿਬ। ਦੇਖੋ ਜੀ, ਸਾਲ ਭਰ ਹੋ ਗਿਆ ਲੋਕਾਂ ਨੂੰ ਕਹਿੰਦੇ ਘਰ ਬੈਠੋ, ਘਰ ਬੈਠੋ। ਸਾਰੇ ਆਦਮੀ ਅਗਰ ਘਰ ਬੈਠ ਜਾਣਗੇ ਤਾਂ ਗਵਰਨਮੈਂਟ ਉਹਨਾਂ ਨੂੰ ਪੈਸਾ 2-2 ਹਜ਼ਾਰ ਸਾਰਿਆਂ ਨੂੰ ਦੇ ਦੇਊਗੀ। ਹੁਣ ਜੇ ਸਾਲ ਭਰ ਤੋਂ ਘਰ ਬੈਠੇ 2-2 ਹਜ਼ਾਰ ਲਈ ਜਾਂਦੇ, ਹੁਣ ਵੀ ਉਹਨਾਂ ਨੂੰ ਫਿਰ ਐਕਸਟੈਂਸ਼ਨ ਕਰ ਦਿੱਤੀ ਆ। ਇੰਨੇ ਦਿਨ ਨੂੰ ਉਹਨਾਂ ਨੂੰ 2-2 ਹਜ਼ਾਰ ਮਿਲਣਾ ਪਤਾ ਨਹੀਂ ਹੈਲਦੀ ਆ। ਇੰਪਲਾਇਰ ਵੀ ਬੁਲਾ ਰਹੇ ਆ, ਜਾ ਨਹੀਂ ਰਹੇ ਹੋਗੇ। ਔਰ ਮਾਤੜ ਜਿਹੜੇ ਹੈਗੇ ਆ ਕੰਮ ਨਹੀਂ ਮਿਲਦਾ, ਕੰਮ ਕਰਨਾ ਚਾਹੁੰਦੇ ਆ, ਕੰਮ ਨਹੀਂ ਮਿਲਦਾ ਸਾਨੂੰ ਜੀ।
ਔਰ ਉਹ ਤੋਂ ਬਾਅਦ ਦੂਸਰੀ ਗੱਲ ਹੈ ਕਿ ਕਿੰਨਾ ਰਿਸਕ ਲੈ ਕੇ ਜਿਹੜੇ ਕੰਮ ਕਰ ਰਹੇ ਹੈ ਆਪਣਾ ਲੋਕਾਂ ਦੇ ਨਾਲ ਬੱਸਾਂ ਦੇ ਵਿੱਚ ਬੈਠ ਕੇ ਟ੍ਰੇਨਾਂ ਦੇ ਵਿੱਚ ਬੈਠ ਕੇ ਜਾਂਦੇ ਹੈਗੇ ਆ, ਉਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਕਿ ਇਹਨਾਂ ਦੇ ਵਿੱਚ ਕੋਈ ਡਿਸਟੈਂਸ ਰੱਖਣਾ ਜਾਂ ਨਹੀਂ ਰੱਖਣਾ ਹੈਗਾ। ਸਾਰੇ ਸਵੇਰੇ ਜਿਉਂ 4 ਵਜੇ ਉੱਠਦੇ ਆ ਤਾਂ ਭਰੀਆਂ ਬੰਨ ਕੇ ਜਾਂਦੇ ਹੈਗੇ ਆ। ਉਹਨਾਂ ਨੂੰ ਦਾ ਕੋਈ ਇਲਾਜ ਨਹੀਂ ਹੈ। ਲੋਕ ਗਵਰਨਮੈਂਟ ਤਾਂ ਕਹਿ ਦਿੰਦੀ ਹੈ ਜੀ ਡਿਸਟੈਂਸ ਮੇਨਟੇਨ ਕਰੋ। ਤੁਸੀਂ ਡਿਸਟੈਂਸ ਕਿੱਦਾਂ ਮੇਨਟੇਨ ਕਰੋਗੇ? ਕਿਸੇ ਆਫੀਸਰ ਨੇ ਜਾਂ ਕਿਸੇ ਨੇ ਟ੍ਰੇਨ ਦੇ ਵਿੱਚ ਜਾ ਕੇ ਜਾਂ ਬੱਸ ਦੇ ਵਿੱਚ ਚੈੱਕ ਕੀਤਾ ਕਿ ਵੀ ਕੀ ਹਾਲ ਹੈ, ਕਿੱਦਾਂ ਲੋਕ ਜਾ ਰਹੇ ਹੈ? 500 700 1000 ਆਦਮੀ ਜਿਹੜਾ ਰੋਜ਼ ਰਿਪੋਰਟ ਹੁੰਦਾ ਉਹ ਇਹਨਾਂ 'ਚ ਹੁੰਦਾ, ਜਿਹੜੇ ਬੱਸਾਂ 'ਚੋਂ ਔਰ ਟ੍ਰੇਨਾਂ 'ਚੋਂ ਜਾਂ ਹੋਰ 50 ਆਦਮੀ ਜਿਹੜੇ ਹੈਗੇ ਤੁਸੀਂ ਅਲਾਓ ਕਰ ਦਿੱਤੇ ਆ। 50 ਅਲਾਓ ਕਰੋ ਜਾਂ 100 ਅਲਾਓ ਕਰੋ ਜਾਂ 1000 ਅਲਾਓ ਕਰੋ, ਜਿਹੜਾ ਕੁਝ ਹੋਣਾ ਉਹ ਤਾਂ 50 ਨਾਲ ਵੀ ਹੋ ਜਾਣਾ, 5 ਨਾਲ ਵੀ ਹੋ ਜਾਣਾ ਹੈਗਾ। ਤਾਂ ਭਾਸ਼ਣ ਦੇਣ ਨਾਲ ਕੁਝ ਕੰਟਰੀਬਿਊਸ਼ਨ ਵੀ ਕਰਨਾ ਚਾਹੀਦਾ ਹੈਗਾ ਲੋਕਾਂ ਨੂੰ। ਜੇ ਤੁਸੀਂ ਕਿਸੇ ਨੂੰ ਮਿਨਿਸਟਰ ਨੂੰ ਜਾਂ ਕਿਸੇ ਨੂੰ ਬੁਲਾਉਂਦੇ ਆ ਤਾਂ ਉਹ ਹੋਲਡ ਕਰਕੇ ਰੱਖੋ ਤਾਂ ਕਿ ਕਿਸੇ ਨੇ ਕੁਝ ਕੁਐਸਚਨ ਪੁੱਛਣਾ ਹੋਵੇ। ਸ਼ੋਰ ਜੀ, ਉਹ ਉਹਨਾਂ ਦੇ ਭਾਸ਼ਣ ਦੇਣ ਨਾਲ ਕਿ ਹਾਂ ਜੀ ਏਦਾਂ ਜੀ ਉੱਦਾਂ ਜੀ ਆ ਮਾਸਕ ਲਗਾ ਕੇ ਰੱਖੋ। ਮਾਸਕ ਲਗਾਉਣ ਨਾਲ ਕੁਝ ਨਹੀਂ ਹੋਏਗਾ ਜੀ। ਲਗਾਉਂਦੇ ਆ, ਸਾਰੇ ਲਗਾਉਂਦੇ, ਅਸੀਂ ਵੀ ਲਗਾਉਂਦੇ ਹੈਗੇ, ਅਸੀਂ ਵੀ ਜਿਹੜਾ ਰੂਲ ਹੈ ਕਰਦੇ ਹੈਗੇ, ਲੇਕਿਨ ਉਹਦੇ ਨਾਲ ਵੀ ਕੁਝ ਨਹੀਂ ਹੋ ਰਿਹਾ। ਸਾਹ ਤਾਂ ਲੈਣਾ ਹੈਗਾ, ਇੱਕ ਦੂਸਰੇ ਨਾਲ ਬੈਠੇ ਹੈਗੇ ਤਾਂ ਸਾਹ ਤਾਂ ਇੱਕ ਦੂਸਰੇ ਨੂੰ ਪੈਂਦਾ ਹੈ ਨਾ ਜੀ। ਸਰ ਪ੍ਰਹਾਰ ਸਾਹਿਬ, ਫਿਰ ਲੋਕਾਂ ਦੀ ਜ਼ਿੰਮੇਵਾਰੀ ਤੇ ਸਰਕਾਰ ਦੀ ਜ਼ਿੰਮੇਵਾਰੀ ਕਿਹੜੇ ਪਾਸੇ ਨੂੰ ਤੁਸੀਂ ਚਾਹੁੰਦੇ ਹੋ ਇਹ ਗੱਲ ਹੋਣੀ ਚਾਹੀਦੀ ਹੈ? ਗੱਲ ਤੁਹਾਡੀ ਬੜੀ ਪਤੇ ਦੀ ਹੈ ਕਿ 2-2000 ਚੜ੍ਹਦੇ ਮਹੀਨੇ ਮਿਲਦਾ ਰਿਹਾ, 5-4 ਮਹੀਨੇ ਟਰੂਡੋ ਨੇ ਬੱਲੇ ਕਰਾਤੀ। $1 ਟ੍ਰਿਲੀਅਨ ਤੇ ਦੇਸ਼ ਜਿਹੜਾ ਡੈਟ ਤੇ ਬੈਠਾ, ਹਾਲੇ ਹੋਰ ਚੱਲ ਰਿਹਾ। ਤੇ ਕੀ ਸੋਚਦੇ ਹੋ ਤੁਸੀਂ ਭਵਿੱਖ ਦੇ ਬਾਰੇ? ਕੰਮਾਂ ਤੇ ਤਾਂ ਬੱਸਾਂ ਨੇ ਜਾਣਾ, ਟ੍ਰੇਨਾਂ ਤੇ ਜਾਣਾ। ਕੁਛ ਦਿਨ ਇੱਕ ਸੀਟ ਖਾਲੀ ਰਖਾਉਂਦੇ ਸੀ ਥੋੜੇ ਦਿਨ ਲਈ, ਹੁਣ ਤਾਂ ਤਕੀਆ ਤਸਾਨ ਹੋ ਗਿਆ, ਇੱਕ ਦੂਸਰੇ ਦੇ ਉੱਪਰ ਪੈਂਦੇ ਹੈਗੇ, ਇੰਨੀ ਭੀੜ ਹੁੰਦੀ ਹੈ ਤਾਂ ਬੱਸਾਂ ਦਾ ਕੋਈ ਠਿਕਾਣਾ ਨਹੀਂ। ਬੱਸ ਕਦੀ ਚੱਲਦੀ ਹੈ, ਕਦੀ ਚੁੱਪਚਾਪੇ ਬੰਦ ਕਰ ਦਿੰਦੇ ਹੈਗਾ, ਦੂਸਰੀ ਬੱਸ ਪੂਰਾ ਦਾ ਪੂਰਾ ਭਰ ਜਾਂਦਾ ਹੈਗਾ। ਮੇਰਾ ਮਤਲਬ ਹੈ ਜਿਹੜੇ ਲੋਕ ਕੰਮ ਕਰਨ ਜਾਂਦੇ ਹੈਗੇ ਉਹਨਾਂ ਨੂੰ ਕੁਛ ਨਾ 5% 10% 20% ਕੁਛ ਫੈਸਿਲਿਟੀ ਉਹਨਾਂ ਨੂੰ ਹੋਰ ਦੇਣੀ ਚਾਹੀਦੀ ਨੇ, ਤਾਂ ਇਨਕਰੇਜ ਕਰਨਾ ਚਾਹੀਦਾ ਹੈਗਾ। ਔਰ ਜਿਹੜੇ 2-2000 ਘਰ ਲੈ ਕੇ ਬੈਠੇ ਉਹ ਕਹਿੰਦੇ ਉਹਨਾਂ ਨੂੰ ਇੰਪਲਾਇਰ ਵੀ ਬੁਲਾ ਰਹੇ, ਉਹ ਫਿਰ ਵੀ ਕੰਮ ਤੇ ਨਹੀਂ ਜਾ ਰਹੇ। ਦੇ ਵਾਂਟ ਟੂ ਬੀ ਕੀਪ ਸੇਫ। ਉਹ ਸੋਚਦੇ ਕਿ ਅਸੀਂ ਬੜੇ ਚਲਾਕ ਹੈਗੇ ਆ, ਬਾਕੀ ਸਭ ਬੇਵਕੂਫ ਹੈਗੇ। ਪ੍ਰਹਾਰ ਸਾਹਿਬ ਧੰਨਵਾਦ, ਬਹੁਤ ਬੜਮੁੱਲੇ ਵਿਚਾਰ ਤੁਹਾਡੇ। ਫੋਨ ਕਰਦੇ ਰਿਹਾ ਕਰੋ। ਅਗਲੀ ਵਾਰ ਨੂੰ ਜਦ ਵੀ ਕੋਈ ਰਾਜਨੀਤਿਕ ਬੰਦਾ ਆਵੇ, ਲੋਕਾਂ ਦੇ ਸਵਾਲ ਉਹਦੇ ਸਨਮੁਖ ਕਰਾਂਗਾ ਮੈਂ। ਵਾਅਦਾ ਰਿਹਾ। ਹਾਂ, ਤੁਸੀਂ ਉਹਨੂੰ ਬੁੱਕ ਕਰੋ ਕਿ ਬਈ ਲੋਕ ਤੁਹਾਨੂੰ ਕੁਝ ਪੁੱਛਣਾ ਚਾਹੁੰਦੇ ਆ। ਠੀਕ। ਉਹੀ ਲੋਕ ਤੁਸੀਂ ਰੋਜ਼ ਜਿਹੜੇ ਖੜੇ ਕਰਦੇ ਆ, ਉਹੀ MLA MP ਬਣਾਈ ਜਾਂਦੇ ਆ। ਤੁਸੀਂ ਦੇਖੇ ਰਹੇਗੇ ਕਿੰਨੇ ਦੇ ਚ ਕੀ ਉਹਨਾਂ ਦਾ ਕੰਟਰੀਬਿਊਸ਼ਨ ਹੈ। ਕਦੇ ਅਕਾਊਂਟ ਫਾਰ ਨਹੀਂ ਉਹਨਾਂ ਨੂੰ ਕੀਤਾ ਵੀ ਤੁਸੀਂ ਕਾਹਦੇ ਲਈ ਤੁਸੀਂ ਬਣਦੇ ਆ ਤਾਂ ਕੀ ਕਰਦੇ ਆ। ਚੁੱਪਚਾਪ ਬਣ ਗਏ, ਘਰ ਬੈਠ ਗਏ, ਲੋਕਾਂ ਨੂੰ ਵੀ ਕਹਤਾ ਤੁਸੀਂ ਘਰੇ ਰਹੋ। ਬਸ ਘਰ ਰਹਿਣ ਨਾ ਇਹ ਰਿਸਪੌਂਸੀਬਲ ਗੱਲ ਹੈਗੀ ਹੈ ਕਿ ਘਰ ਬੈਠੋ ਤੁਸੀਂ, ਮਾਸਕ ਲਾਓ। ਮਾਸਕ ਲਾਉਂਦੇ ਨਹੀਂ ਲੋਕ, ਲਾਉਂਦੇ ਹੈਗੇ ਆ। ਕੋਈ ਅਸੀਂ ਤਾਂ ਕੋਈ ਪਲੇਟਫਾਰਮ ਤੇ ਜਾਂ ਕਿਸੇ ਬੱਸ ਦੇ ਵਿੱਚ ਜਾਂ ਕੋਈ ਵੀ ਆਦਮੀ ਨਹੀਂ ਦੇਖ ਰਿਹਾ ਕਿ ਵੀ ਕੋਈ ਚੈੱਕ ਕਰੇ ਕਿ ਵੀ ਤੁਸੀਂ ਇੰਨਾ ਭਰ ਕੇ ਨਾ ਜਾਓ, ਆ ਜਾਓ। ਤੁਸੀਂ ਧਿਆਨ ਦਿਓ ਇਸ ਚੀਜ਼ ਦਾ ਕਿ ਬਈ ਕੀ ਹੋ ਰਿਹਾ ਹੈਗਾ। ਖਾਲੀ ਦੁਨੀਆ ਨੂੰ ਬੇਵਕੂਫ ਬਣਾ ਰਹੇ ਸਾਰੇ। ਓਕੇ ਜੀ ਪ੍ਰਹਾਰ ਸਾਹਿਬ, ਥੈਂਕ ਯੂ। ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਕੈਂਪੇਨ ਅਗੇਂਸਟ ਜੈਨੋਸਾਈਡ, ਨਸਲਕੁਸ਼ੀ ਦੇ ਖਿਲਾਫ ਖੂਨ ਦਾਨ ਕਰਕੇ ਜਾਨਾਂ ਬਚਾਉਣ ਵਾਲੇ ਅੱਗੇ ਆ ਗਏ। ਜਾਨਾਂ ਲੈਣ ਵਾਲਿਆਂ ਦੀ ਬੱਸ ਹੋ ਗਈ। ਲੱਗਦਾ ਹੀ ਹੁੰਦਾ ਕੋਈ ਕੈਂਪੇਨ ਚੱਲਦੀ ਕਿ ਬਸ ਇਹ ਤਾਂ ਜਾਂਦੇ ਨੇ। ਬੜਾ ਹੋਇਆ ਧੂਤਗਰਦੀ ਜਿਹੜੀ ਹੁੰਦੀ ਹੈ 99 ਦੇ ਵਿੱਚ ਸੁਣਨ ਅਸੀਂ ਲੱਗ ਗਏ। ਉਹ ਖੂਨ ਉਹਨਾਂ ਨੇ ਪਹਿਲਾਂ ਕੱਢਤਾ, ਹੁਣ ਖੂਨ ਕਢਾ ਕੇ ਕੀ ਫਾਇਦਾ ਹੋਊ? ਕਰਨਾ ਨਾ ਧਰਨਾ ਨਾ ਦੇਖਦਾ, ਗੱਫਾ ਲੈ ਕੇ ਪੁੱਠੇ ਹੱਥ ਨਾਲ ਮੁੱਛਾਂ ਤੇ ਹੱਥ ਫੇਰ ਕੇ ਵਾਹਿਗੁਰੂ ਕਹਿ ਕੇ ਢਕਾਰ ਮਾਰ ਕੇ ਉੱਥੇ ਫੇਰ ਕਹਿਣਾ ਦੁੱਧ 'ਚ ਪੱਤੀ ਲੈ ਆਓ ਬਈ। ਇਹਨਾਂ ਨਾਲ ਵੀ ਕੱਖ ਨਹੀਂ ਹੁੰਦਾ। ਲੰਮੀ ਫਤਿਹ ਬੁਲਾ ਕੇ ਵੀ ਕੱਖ ਨਹੀਂ ਹੁੰਦਾ। ਕੰਮ ਕਰਨੇ ਪੈਂਦੇ ਆ। 21 ਵਰ੍ਹਿਆਂ ਦੇ ਵਿੱਚ ਸਰੀ ਤੋਂ ਚੱਲੀ ਕੈਂਪੇਨ ਅਰਾਊਂਡ ਦਾ ਗਲੋਬ ਚੱਲ ਰਹੀ ਹੈ। ਅਤੇ ਦੁਸ਼ਮਣ ਜਿਹੜਾ ਮਨੁੱਖਤਾ ਦਾ ਦੁਸ਼ਮਣ ਹੈ, ਜਿਹਨੇ ਕਤਲੋ ਗਾਰਤ ਕੀਤੀ ਵਿਦੋਸ਼ੀਆਂ ਦੀ, ਉਹਨੂੰ ਕੰਪਨੀਆਂ ਆਉਂਦੀਆਂ। ਇਸ ਨਸਲਕੁਸ਼ੀ ਦੀ ਮੁਹਿੰਮ ਦੇ ਵਲੰਟੀਅਰ ਸੁਨੀਲ ਜੀ ਅਤੇ ਸੁਖਦੀਪ ਸਿੰਘ ਜੀ ਮੇਰੇ ਨਾਲ ਨੇ। ਉਹ ਗੱਲਬਾਤ ਇਸ ਕੈਂਪੇਨ ਬਾਰੇ ਕਰਨੀ
ਚਾਹੁੰਦੇ ਸੀ, ਢਿੱਲਾ ਮੱਸਾ ਹੋਣ ਕਰਕੇ ਇਸ ਵਾਰ ਪਹਿਲਾਂ ਪ੍ਰੋਗਰਾਮ ਨਾ ਕਰ ਸਕੇ। ਹੁਣ ਵੀ ਕੈਂਪੇਨ ਚੱਲਦੀ ਰਹੀ ਹੈ, ਸਾਰਾ ਸਾਲ ਚੱਲਦੀ ਹੈ, ਵਲੰਟੀਅਰ ਜਾ ਕੇ ਖੂਨਦਾਨ ਕਰਦੇ ਨੇ। ਹੁਣ ਉਹ ਦੱਸਣਗੇ ਆਹ ਵੀਕਐਂਡ 'ਤੇ ਜਿਹੜੀ ਇਹ ਕੈਂਪੇਨ ਕਿੱਥੇ ਚੱਲ ਰਹੀ ਹੈ। ਉਦੋਂ ਪਹਿਲਾਂ ਸ਼ੁਰੂਆਤ 99 ਤੋਂ ਲੈ ਕੇ ਹੁਣ ਤੱਕ ਡੇਟਾ ਕੀ ਹੈ। ਸੁਨੀਲ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਤੇ ਸੁਖਦੀਪ ਜੀ, ਬਹੁਤ ਬਹੁਤ ਧੰਨਵਾਦ। ਤੁਹਾਡਾ ਧੰਨਵਾਦ ਹਰਜੀਤ ਸਿੰਘ ਜੀ, ਤੁਸੀਂ ਮੌਕਾ ਦਿੱਤਾ ਤਾਂ ਕਿ ਤੁਹਾਡੇ ਸਰੋਤਿਆਂ ਨਾਲ ਇਸ ਕੰਪੇਨ ਬਾਰੇ ਸਾਂਝ ਪਾ ਸਕੀਏ। ਧੰਨਵਾਦ ਵੀਰ ਜੀ ਤੁਹਾਡਾ ਤੇ ਸਾਰੇ ਤੁਹਾਡੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਦੀਪ ਸਿੰਘ ਜੀ, ਕੁਝ ਅੰਕੜੇ ਸਨਮੁਖ ਕਰੀਏ। ਬਖੈਰ ਤਾਂ ਮੁਹਿੰਮਾਂ ਦੇ ਤਾਂ ਅੰਕੜੇ ਕਈ ਕੁਝ ਵੀ ਨਹੀਂ ਹੁੰਦੇ, 2 ਵੀ ਹੋ ਸਕਦਾ, 2 ਲੱਖ 2000, 2 ਜਿਹੜੇ ਖੜੇ ਨੇ ਉਹ ਲੱਖਾਂ ਦੇ ਬਰਾਬਰ ਹੋ ਸਕਦੇ, ਪਰ ਫਿਰ ਵੀ ਮਨੁੱਖਤਾ ਦਾ ਮਨੁੱਖੀ ਮਨ ਹੈ, ਉਹ ਚਾਹੁੰਦਾ ਰਿਜ਼ਲਟਸ ਕੀ ਨੇ, ਕੀ ਅੰਕੜੇ ਨੇ ਹੁਣ ਤੱਕ ਦੇ 21 ਵਰ੍ਹਿਆਂ ਦੇ? ਹਾਂਜੀ ਵੀਰ ਜੀ, ਤੁਸੀਂ ਬਿਲਕੁਲ ਆਪ ਹੀ ਉਸ ਚੀਜ਼ ਦਾ ਵੈਸੇ ਆਨਸਰ ਦੇ ਦਿੱਤਾ ਤੇ ਵੀ ਜਾਨ ਤਾਂ ਇੱਕ ਹੀ ਬਚੀ ਮਾਨ ਨਹੀਂ ਹੁੰਦੀ, ਪਰ ਸਟਿਲ ਜਿਹੜੀ ਇਸ ਆਪਣੇ ਸਿੱਖ ਕੌਮ ਵੱਲੋਂ ਜਿਹੜੀ ਇਹ ਮੁਹਿੰਮ ਆ, ਉਹਨੇ ਲਾਸਟ ਈਅਰ ਤੱਕ 1.5 ਲੱਖ ਤੋਂ ਜ਼ਿਆਦਾ ਲਾਈਫ ਸੇਵ ਕਰਤੀਆਂ। ਸੋ ਉਹਦੇ ਵਿੱਚ 2020 ਦੇ ਹਲੇ ਕਹਿ ਲਓ ਵੀ ਜਿਹੜੀ ਇਸ ਸਾਲ ਦੀ ਮੁਹਿੰਮ ਆ ਉਹ ਵਿੱਚ ਐਡ ਹੋਣੀ ਆ। 1.5 ਲੱਖ ਲਾਈਫ ਸੇਵ ਹੋ ਗਈਆਂ ਤੇ ਉਹਦੇ ਨਾਲ ਨਾਲ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਆ, ਉਹ ਸਿੱਖ ਕੌਮ ਦੀ ਇਹ ਮੁਹਿੰਮ ਕੈਨੇਡਾ ਦੀ ਸਭ ਤੋਂ ਵੱਡੀ ਲਾਈਫ ਸੇਵਿੰਗ ਮੁਹਿੰਮ ਬਣ ਚੁੱਕੀ ਆ। BC 'ਚ ਤਾਂ ਟਾਪ ਡੋਨਰ ਕਹਿ ਲਓ, ਇਹ 15 ਸਾਲਾਂ ਤੋਂ BC ਦੇ ਵਿੱਚ ਟਾਪ ਡੋਨਰ ਸੀਗੀ ਇਹ ਕੈਂਪੇਨ, ਪਰ ਹੁਣ ਇਸ ਵੇਲੇ ਨੈਸ਼ਨਲ ਟਾਪ ਡੋਨਰ ਦੇ ਵਿੱਚ ਆ ਜਿਹੜੀ ਇਸ ਸਾਲ ਦੀ 2020 ਦੀ ਕੈਨੇਡੀਅਨ ਬਲੱਡ ਸਰਵਿਸ ਦਾ ਜਿਹੜਾ ਉਹ ਕਰਦੇ ਹੁੰਦੇ ਆ, ਰੈਕੋਗਨਾਈਜ਼ ਕਰਦੇ ਆ ਕਿਸੇ ਵੀ ਮੁਹਿੰਮ ਨੂੰ, ਕਿਸੇ ਵੀ ਗਰੁੱਪ ਨੂੰ। ਤੇ ਜਿਹੜੀ ਆਪਣੀ ਇਹ ਕੌਮ ਦੀ ਮੁਹਿੰਮ ਆ ਇਸ ਵਾਰ 2020 ਦੀ ਕੈਨੇਡੀਅਨ ਬਲੱਡ ਸਰਵਿਸ ਵੱਲੋਂ ਨੈਸ਼ਨਲ ਜਿਹੜਾ ਟਾਪ ਡੋਨਰ ਜਿਹੜਾ ਹੈਗਾ ਉਹਦੀ ਰੈਕੋਗਨਾਈਜੇਸ਼ਨ ਹੋਈ ਆ, ਇਹ ਪ੍ਰਾਪਤੀ ਹੈ ਜੀ। ਅੱਛਾ ਜੀ, ਅੰਤਰਰਾਸ਼ਟਰੀ ਪੱਧਰ ਤੇ ਜੇ ਆਪਾਂ ਜ਼ਾਲਮ ਦੀ ਗੱਲ ਕਰੀਏ ਕਿ ਜਿਨ੍ਹਾਂ ਨੇ ਜ਼ੁਲਮ ਕੀਤਾ ਸੋ ਧਰਤ ਤੇ ਐਨ ਸਿਲਸਿਲੇਵਾਰ ਪਲੈਨਿੰਗ ਦੇ ਨਾਲ, ਤੇ ਉਹਦੇ ਪਾਸੇ ਨੂੰ ਵੀ ਜੇ ਜਾਈਏ ਇਨਸਾਫ ਵਾਲੇ ਪਾਸੇ ਨੂੰ, ਉਹਦੀ ਕੁਛ ਇਹਦੇ ਨਾਲ ਖੂਨ ਜਾਨਾਂ ਬਚਾਉਣ ਦੇ ਨਾਲ ਉਹ ਵੀ ਸੁਨੇਹਾ ਉਹ ਜਾ ਰਿਹਾ, ਉਹ ਕਿਹੋ ਜਿਹਾ ਜਾ ਰਿਹਾ? ਹਰਜੀਤ ਸਿੰਘ ਜੀ, ਗੱਲ ਇਸ ਤਰ੍ਹਾਂ ਕਿ ਕੰਪੇਨ ਜਿਹੜੀ ਹੈਗੀ ਆ ਉਹਦਾ ਕਿਹੜਾ ਮਕਸਦ ਮੇਨ ਸੀਗਾ ਕਿ ਜਿਹੜੀ 1984 ਦੇ ਵਿੱਚ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਆ ਉਹਨੂੰ ਜਿਹੜਾ ਮਿਟਾਇਆ ਜਾ ਰਿਹਾ ਸੀ, ਭਾਵੇਂ ਈਵਨ ਸਿੱਖਾਂ ਦੇ ਮਨਾਂ ਦੇ ਵਿੱਚੋਂ ਵੀ ਕੱਢਣ ਦੇ ਯਤਨ ਕੀਤੇ ਜਾ ਰਹੇ ਸੀ, ਉਸ ਅਵੇਅਰਨੈਸ ਨੂੰ ਪ੍ਰਜ਼ਰਵ ਕਰਨਾ। ਅਸਲ ਦੇ ਵਿੱਚ ਜਦੋਂ ਉਹ ਅਵੇਅਰਨੈਸ ਹੁੰਦੀ ਆ, ਉਹਦੇ ਨਾਲ ਜਿਹੜੇ ਮਲਟੀਪਲ ਜਾਂ ਡੋਮੀਨੋ ਇਫੈਕਟ ਹੁੰਦੇ ਆ, ਜਿਹਦੇ ਨਾਲ ਜਿਹੜੇ ਹੋਰ ਸਿੱਖ ਆ, ਜਿਨ੍ਹਾਂ ਵਿੱਚ ਲਾਇਰਸ ਵੀ ਹੈਗੇ ਆ, ਹੋਰ ਸੰਸਥਾਵਾਂ ਨੇ, ਉਹ ਆਪਣੇ ਆਪਣੇ ਤੌਰ ਦੇ ਉੱਤੇ ਜਿਹੜੀ ਜੈਨੋਸਾਈਡ ਹੈਗੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਜਿਹੜੇ ਅਦਾਰਿਆਂ ਦੇ ਵਿੱਚ ਪ੍ਰਮਾਣਿਤ ਕਰਾਉਣਾ, ਇਹ ਮੈਨੂੰ ਐਂ ਲੱਗਦਾ ਕਿ ਜਿਹੜੀ ਇਹ ਅਵੇਅਰਨੈਸ ਇਹਦੇ ਨਾਲ ਚੱਲਦੀ ਆ, ਉਹਦਾ ਡੋਮੀਨੋ ਇਫੈਕਟ ਹੈਗਾ ਕਿ ਵੱਖਰੀ ਵੱਖਰੀ ਜਗ੍ਹਾ ਤੇ ਰਹਿੰਦੇ ਸਿੱਖ ਅਜਿਹੇ ਕੰਮਾਂ ਦੇ ਵਿੱਚ ਰੁੱਝੇ ਹੋਏ ਹਨ ਕਿ ਜਿਹੜੀ 1984 ਦੀ ਸਿੱਖ ਨਸਲਕੁਸ਼ੀ ਆ ਉਹਨੂੰ ਅੰਤਰਰਾਸ਼ਟਰੀ ਤੌਰ ਤੇ ਪ੍ਰਮਾਣਿਤ ਕਰਕੇ ਉਹਨਾਂ ਬੰਦਿਆਂ ਨੂੰ ਨਾਮਜ਼ਦ ਕਰਨਾ। ਦੇਖੋ, ਜਿਹੜਾ ਕਈ ਵਾਰੀ ਜਸਟਿਸ ਦੀ ਕੁਐਸਚਨ ਚੱਲਣ ਲੱਗ ਪੈਂਦਾ ਜੀ, ਉਹਦੇ ਬਾਰੇ ਮਾਰਟਨ ਲੂਥਰ ਕਿੰਗ ਨੇ ਬੜਾ ਕਲੀਅਰਿਟੀ ਨਾਲ ਕਹਿਤਾ ਸੀਗਾ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜੀ ਜੀ। ਸੋ ਜਸਟਿਸ ਅਸੀਂ, ਮੈਂ ਐਜ਼ ਏ ਵਲੰਟੀਅਰ ਸਮਝਦਾ, ਮੇਰੀ ਆਪਣੀ ਨਿੱਜੀ ਸੋਚ ਆ ਕਿ ਜਸਟਿਸ ਡਿਨਾਈ ਹੋ ਚੁੱਕੀ ਆ। ਹੁਣ ਤਾਂ ਸਿਰਫ ਜੇਕਰ ਅਸੀਂ ਸੱਚ ਹੀ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਸਕੀਏ, ਜਿਹੜਾ ਕਿ ਅਸੀਂ ਸਮਝਦੇ ਆ ਕਿ ਕੰਪੇਨ ਨੇ ਉਸ ਜੋਤ ਨੂੰ ਜਿਹੜਾ ਜਗਾਈ ਰੱਖਿਆ ਕਿ ਧੱਕਾ ਹੋਇਆ, ਨਹੀਂ ਹੋਣਾ ਚਾਹੀਦਾ ਸੀ, ਇਕੱਲੇ ਸਿੱਖਾਂ ਨਾਲ ਨਹੀਂ, ਕਿਸੇ ਨਾਲ ਵੀ ਭਵਿੱਖ ਵਿੱਚ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਕੰਪੇਨ ਉਸ ਮਕਸਦ ਦੇ ਵਿੱਚ ਅੱਜ ਤੱਕ ਕਾਮਯਾਬੀ ਨਾਲ ਚੱਲੀ ਹੋਈ ਹੈ। 84 ਤੇ ਪਹਿਰਾ ਜੇ ਦਿੱਤਾ ਜਾਂਦਾ, ਗੋਦਰਾ ਨਾ ਹੁੰਦਾ, ਅਡਵਾਨੀ ਦੇ ਰੱਥ ਨਾ ਚੜ੍ਹਦੇ, ਬਜਰੰਗੀ ਦੀਆਂ ਫੋਟੋਆਂ ਪਿਛਲੇ ਹਫ਼ਤੇ ਛਪੀਆਂ, ਕਹਿੰਦਾ 90 ਮਾਰੇ ਮੈਂ ਮੁਸਲਮਾਨ, ਢਿੱਡਾਂ ਚੋਂ ਕੱਢ ਕੱਢ ਕੇ ਬੱਚੇ ਜਦ ਉੱਪਰ ਨੂੰ ਸਿੱਟ ਕੇ ਤਰਸੂਲਾਂ ਤੇ ਟੰਗੇ, ਸਵਾਦ ਆਇਆ। ਫੋਟੋਆਂ ਛਪੀਆਂ। ਹਲੇ ਵੀ ਕਿਸੇ ਮੁਸਲਿਮ ਔਰਤ ਨੇ ਜਵਾਬ ਦਿੱਤਾ, ਬਿਹਾਰ ਦੇ ਵਿੱਚ 20 ਵਰ੍ਹਿਆਂ ਦੀ ਕਿਸੇ ਨੇ ਵਿਆਹ ਕਰਨ ਲਈ ਤੇ ਉਹਨੂੰ ਜਿਉਂਦਾ ਸਾੜਤਾ।
ਉੱਥੇ ਬਾਅਦ ਦਸਤੂਰ ਜਾਰੀ ਹੈ। ਉਹਨਾਂ ਨੇ ਇਹ ਨੌਕਰੀਆਂ ਜਿਹੜੀਆਂ ਆਪਣੀਆਂ ਸੈੱਟ ਕੀਤੀਆਂ ਹੋਈਆਂ ਦਿੱਲੀ ਦੇ ਵਿੱਚ, ਉਹ ਕਹਿ ਕੇ ਇਸ ਗੱਲ ਤੋਂ ਜਿਹੜੀਆਂ ਸੈੱਟ ਕੀਤੀਆਂ, ਜਦ ਗ੍ਰਹਿ ਮੰਤਰੀ ਅਡਵਾਨੀ ਨੇ ਓਪਨਲੀ ਕਹਿਤਾ ਕਿ ਦੇਸ਼ 'ਚ ਰਹਿਣਾ ਤਾਂ ਹਿੰਦੂ ਬਣ ਕੇ ਰਹਿਣਾ ਪਊਗਾ। ਉਹਨਾਂ ਦਾ ਕੋਈ ਲੁਕਮਾ ਏਜੰਡਾ ਨਹੀਂ ਹੈ। ਕਈ ਵਾਰ ਅਸੀਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਲੈ ਕੇ ਬਹਿ ਜਾਂਦੇ ਹਾਂ ਵੀ ਉਹ ਕਾਂਗਰਸੀ, ਇਹ BJP ਹੈ, ਇਹ ਨਹੀਂ ਮਾਰਦੇ, ਉਹ ਮਾਰਦੇ ਨੇ, ਉਹ ਨਹੀਂ ਮਾਰਦੇ, ਇਹ ਮਾਰਦੇ ਨੇ। ਉੱਥੇ ਜਿਹੜਾ ਦਸਤੂਰ ਚੱਲ ਰਿਹਾ ਉਹਦੇ ਬਾਰੇ ਕੁਝ ਸਮਝਾ ਸਕਦੇ ਹੋ ਵੀ ਕਿੱਧਰ ਨੂੰ ਦੇਸ਼ ਜਾ ਰਿਹਾ? ਹਰਜੀਤ ਸਿੰਘ ਵੀਰ ਜੀ, ਤੁਸੀਂ ਜਿਵੇਂ ਕਿਹਾ ਵਾ ਬਿਲਕੁਲ ਸਹੀ ਆ, 100 ਨਹੀਂ 200% ਸਹੀ ਆ। ਇਹ ਸੋਚ ਦੀ ਲੜਾਈ ਆ। ਤੇ ਜਿਹੜੀ ਵੀ ਪਾਰਟੀਆਂ ਟਾਈਮ ਟੂ ਟਾਈਮ ਚੇਂਜ ਹੁੰਦੀਆਂ ਰਹਿੰਦੀਆਂ, ਬੰਦੇ ਟਾਈਮ ਟੂ ਟਾਈਮ ਚੇਂਜ ਹੁੰਦੇ ਰਹਿੰਦੇ ਆ। ਗੱਲ ਜੇ ਨਸਲਕੁਸ਼ੀ ਨੂੰ ਖਤਮ ਕਰਨਾ ਤਾਂ ਜਿਹੜੀ ਉਹ ਸੋਚ ਆ ਜਿਹਦੇ ਵਿੱਚੋਂ ਸੋਚ ਦੇ ਵਿੱਚੋਂ ਨਸਲਕੁਸ਼ੀਆਂ ਨਿਕਲਦੀਆਂ, ਉਹ ਸੋਚ ਨੂੰ ਟੈਕਲ ਕਰਨਾ ਪਊਗਾ। ਸੋ ਜਿਹੜੀ ਕੰਪੇਨ ਦਾ, ਜਿਵੇਂ ਵੀਰ ਜੀ ਨੇ ਵੀ ਪਹਿਲਾਂ ਕਿਹਾ, ਵੱਡਾ ਮਕਸਦ ਇਹ ਸੀ ਵੀ ਨੰਬਰ 1 ਤਾਂ ਜਦੋਂ ਕੋਈ ਚੀਜ਼ ਹੋ ਜਾਂਦੀ ਹੈ, ਜੇ ਉਹਦੇ ਉੱਤੇ ਪਰਦਾ ਪਾ ਦਿੱਤਾ ਜਾਵੇ। ਜੇ ਸਾਨੂੰ ਬਿਮਾਰੀ ਦੀ ਅਵੇਅਰਨੈਸ ਹੀ ਨਹੀਂ, ਪੰਜਾਬੀ 'ਚ ਆਪਾਂ ਕਹਿੰਦੇ ਆ ਵੀ ਫੱਟ ਤੇ ਨੂੰ ਢੱਕ ਕੇ ਫੱਟ ਮੁੱਕਦੇ ਨਹੀਂ ਹੁੰਦੇ, ਜੇ ਆਪਾਂ ਉਹ ਨਸੂਰ ਬਣ ਜਾਂਦੇ ਆ। ਸੋ ਜਦੋਂ ਤੱਕ ਇਹ ਜਿਹੜੀ ਮਾਨਸਿਕਤਾ ਜਿਉਂਦੀ ਆ, ਉਹਨਾਂ ਚਿਰ ਨਸਲਕੁਸ਼ੀਆਂ ਹੁੰਦੀਆਂ ਰਹਿਣਗੀਆਂ। ਆਪਣੇ ਸਾਹਮਣੇ ਹਿਸਟਰੀ ਪਈ ਆ ਉਸ ਧਰਤੀ ਦੀ। ਸੋ ਉਹਨੂੰ ਚੈਲੰਜ ਕਰਨਾ, ਸੋਚ ਨੂੰ ਇਹ ਚੈਲੰਜ ਕਰਨਾ ਵੀ ਇਹ ਗਲਤ ਆ, ਇਹ ਪਹਿਲਾ ਸਟੈਪ ਹੁੰਦਾ ਵੀ ਨਹੀਂ, ਜੋ ਤੁਸੀਂ ਕੁਝ ਕਰ ਰਹੇ ਹੋ ਇਹ ਠੀਕ ਨਹੀਂ ਹੈਗਾ। ਜੇ ਇਹ ਤੇ ਮਿੱਟੀ ਪਾ ਕੇ ਗਾਂਹ ਚਲੇ ਜਾਵਾਂਗੇ ਤਾਂ ਗਾਂਹ ਇੱਕ ਨਵੀਂ ਨਸਲਕੁਸ਼ੀ ਤਿਆਰ ਆ ਜਿਹੜੀ ਆਪਣੇ ਸਾਹਮਣੇ ਆ ਜੀ। ਉਸ ਧਰਤੀ ਦੇ ਉੱਤੇ ਜਿਹੜੀ ਇਹ ਸੋਚ ਸਦੀਆਂ ਤੋਂ ਪਨਪ ਰਹੀ ਆ, ਜਿੰਨਾ ਚਿਰ ਉਹ ਸੋਚ ਦੇ ਅਗੇਂਸਟ ਇੱਕ ਸੋਚ ਲੋਕਾਂ ਦੀ ਸੋਚ ਬਣ ਕੇ ਨਹੀਂ ਉੱਭਰਦੀ, ਉਹਨੂੰ ਚੈਲੰਜ ਨਹੀਂ ਕਰਦੀ, ਉਨਾ ਚਿਰ ਉਹਦਾ ਹੱਲ ਨਹੀਂ ਹੁੰਦਾ। ਕਿਉਂਕਿ ਅਦਰਵਾਈਜ਼ ਉਹਨਾਂ ਨੇ ਇਹਨੂੰ ਆਪਦੇ ਏਜੰਡਿਆਂ ਦੇ ਲਈ, ਆਪਦੇ ਮਫਾਦਾਂ ਦੇ ਲਈ ਇਹਨੂੰ ਵਰਤਦੇ ਆ ਰਹੇ ਆ ਤੇ ਵਰਤਦੇ ਰਹਿਣਗੇ, ਅਨਲੈਸ ਜਦੋਂ ਜਿਹੜੀ ਸੁਹਿਰਦ ਸੁਸਾਇਟੀ ਆ ਉਹਦੇ ਵਿੱਚ ਕੋਈ ਵੀ ਲੋਕ ਹੋ ਸਕਦੇ ਆ, ਉਹ ਖੜੇ ਨਹੀਂ ਹੁੰਦੇ ਉਹਦੇ ਖਿਲਾਫ। ਤੇ ਇਸੇ ਕਰਕੇ ਉਸ ਨਸਲਕੁਸ਼ੀ ਨੂੰ ਯਾਦ ਰੱਖਣਾ, ਉਹਦੇ ਸੱਚ ਨੂੰ ਸਾਹਮਣੇ ਲਿਆਉਣਾ ਤੇ ਉਹਨੂੰ ਚੈਲੰਜ ਕਰਨਾ, ਇਹਦੀ ਇੱਕ ਤਰੀਕੇ ਨਾਲ ਉਹ ਮਾਨਸਿਕਤਾ ਦੀ ਰੋਕਥਾਮ ਦੇ ਲਈ ਇਹ ਬਹੁਤ ਜ਼ਰੂਰੀ ਸਟੈਪ ਨੇ, ਜਿਹੜੀ ਕਿ ਕੰਪੇਨ ਦੇ ਜਿੰਨੇ ਵੀ ਵਲੰਟੀਅਰ ਆ, ਜਿੰਨੇ ਵੀ ਡੋਨਰ ਆ, ਜਿੰਨੇ ਵੀ ਵੀਰ ਭੈਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੰਪੇਨ 'ਚ ਕੰਮ ਕਰ ਰਹੇ ਆ। ਉਹ ਕੰਮ ਸਿਰਫ ਇਹੀ ਨਹੀਂ ਹੁੰਦਾ ਵੀ ਤੁਸੀਂ ਬਲੱਡ ਡੋਨੇਟ ਕਰਤਾ, ਸਿਰਫ ਉਹੀ ਇੱਕ ਵਲੰਟੀਅਰ ਵੀ, ਉਹੀ ਇੱਕ ਡੋਨਰ ਵੀਰ ਭੈਣ ਕੰਪੇਨ ਦੀ ਸਪੋਰਟ ਕਰ ਰਿਹਾ। ਹੁਣ ਜਦੋਂ ਮੇਰੇ ਜਿਹੜੇ ਵੀਰ ਜਿਹੜੇ ਸਭ ਤੋਂ ਵੱਡੇ ਇਸ ਉਮਰ 'ਚ ਚਲੇ ਜਾਂਦੇ, ਉਦੋਂ ਉਹ ਡੋਨਰ ਐਲੀਜੀਬਲ ਰਹਿੰਦੇ ਹੀ ਨਹੀਂ, ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਉਸ ਲੜਾਈ ਦਾ ਹਿੱਸਾ ਨਹੀਂ ਹੈਗੇ। ਸੋ ਇਹ ਕੰਪੇਨ ਦੇ ਵਿੱਚ ਖੜੇ ਹੋਣਾ, ਇਹਦੇ ਨਾਲ ਖੜੇ ਹੋਣਾ, ਇਸ ਸੋਚ ਨੂੰ ਤਾਕਤਵਰ ਕਰਨਾ, ਇਹ ਐਕਚੁਅਲੀ ਵੱਡੀ ਲੜਾਈ ਦਾ ਇੱਕ ਹਿੱਸਾ ਹੈਗਾ। ਤੇ ਜਿਹੜਾ ਤੁਹਾਡਾ ਕੋਰ ਕੁਐਸਚਨ ਆ ਵੀ ਉੱਥੇ ਬਿਲਕੁਲ ਕੰਪੇਨ ਦੇ ਤੌਰ ਤੇ ਵੀ ਤੇ ਜਾਤੀ ਵਲੰਟੀਅਰ ਦੇ ਤੌਰ ਤੇ ਵੀ ਅਸੀਂ ਸਮਝਦੇ ਆ ਵੀ ਉਹ ਸੋਚ ਬਹੁਤ ਪ੍ਰਚੰਡ ਹੋ ਕੇ ਨਿਕਲੀ ਹੋਈ ਆ। ਤੇ ਸਾਨੂੰ ਉਨੇ ਹੀ ਦ੍ਰਿੜਤਾ ਦੇ ਨਾਲ, ਕੰਪੈਸ਼ਨ ਦੇ ਨਾਲ, ਪਰ ਦ੍ਰਿੜਤਾ ਪਰ ਕੰਪੈਸ਼ਨ ਬਹੁਤ ਜ਼ਰੂਰੀ ਆ, ਅਦਰਵਾਈਜ਼ ਨਹੀਂ ਅਸੀਂ ਵੀ ਉਹੀ ਹੋ ਨਿਬੜਾਂਗੇ। ਸੋ ਉਹ ਕੰਪੈਸ਼ਨ ਦੇ ਨਾਲ, ਦ੍ਰਿੜਤਾ ਦੇ ਨਾਲ ਉਹਦੇ ਅਗੇਂਸਟ ਆਵਾਜ਼ ਬੁਲੰਦ ਕਰਨੀ, ਇਹ ਅੱਜ ਸਮੇਂ ਦੀ ਜ਼ਰੂਰਤ ਹੈ ਜੀ। ਕਿਉਂਕਿ ਤੁਹਾਡੀ ਤਾਕਤ ਦਾ ਤੁਹਾਨੂੰ ਪਤਾ ਨਹੀਂ ਹੁੰਦਾ, ਦੁਸ਼ਮਣ ਨੂੰ ਪਤਾ ਹੁੰਦਾ ਵੀ ਕੀ ਹੋ ਰਿਹਾ, ਔਰ ਇਹਦੀਆਂ ਪੈੜਾਂ ਜਿਹੜੀਆਂ ਪਿਛਲੇ 20 ਵਰ੍ਹਿਆਂ ਤੋਂ ਨੱਪੀਆਂ ਜਾ ਰਹੀਆਂ ਨੇ। ਪਰ ਲੋਕਾਂ ਦੀ ਮੁਹਿੰਮ ਲੋਕ ਚਲਾਉਂਦੇ ਨੇ, ਫਾਰ ਦਾ ਪੀਪਲ ਬਾਈ ਦਾ ਪੀਪਲ ਜਿਹੜੀ ਚੱਲਦੀ ਚੀਜ਼ ਹੈ, ਉਹਦਾ ਕੋਈ ਪ੍ਰਧਾਨ ਨਹੀਂ, ਕੋਈ ਉਹਦਾ ਸੈਕਟਰੀ ਨਹੀਂ, ਕੋਈ ਉਹਦਾ ਇੰਚਾਰਜ ਨਹੀਂ। ਇਹੀ ਖੂਬਸੂਰਤੀ ਹੈ ਇਸ ਮੁਹਿੰਮ ਦੀ। ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ, ਕੈਂਪੇਨ ਅਗੇਂਸਟ ਜੈਨੋਸਾਈਡ ਦਾ ਸਲੋਗਨ ਜਿਹੜਾ ਦੁਨੀਆ ਦੇ ਹਰ ਦੇਸ਼ ਦੇ ਵਿੱਚ ਜਿਹੜਾ ਉਹ ਚੱਲ ਰਿਹਾ। 9 ਦਾਖਲ ਹੋ ਰਹੇ ਨੇ। ਇੱਕ ਖੂਨ ਦੇ ਕਤਰੇ ਦਾ ਬਣਾ ਕੇ ਬਹੁਤ ਵਧੀਆ ਇੱਕ ਪੈਨ ਅਗਲਾ ਕੋਟ ਤੇ ਲਾ ਕੇ ਤੁਰਦਾ, ਫਸਟ ਟਾਈਮ, ਸੈਕੰਡ ਟਾਈਮ, 50 ਵਾਰ 60 ਵਾਰ ਖੂਨਦਾਨ ਹੋਇਆ। ਅੱਛਾ ਜੀ, ਅਖੀਰ 'ਚ ਇਹ ਦੱਸ ਕੇ ਜਾਓ ਬਈ ਕੈਂਪੇਨ ਇਸ ਨਵੰਬਰ ਦੇ ਸਮੇਂ ਦੀ, ਵੈਸੇ ਤਾਂ 12 ਮਹੀਨੇ ਚੱਲਦੀ ਰਹਿੰਦੀ ਆ, ਹੁਣ ਇਸ ਵੀਕਐਂਡ ਤੇ ਕਿੱਥੇ ਖੂਨਦਾਨ ਕੈਂਪ ਲੰਘ ਰਹੇ ਨੇ ਜੀ? ਹਾਂਜੀ ਵੀਰ ਜੀ, ਇਸ ਵੀਕਐਂਡ ਦੇ ਉੱਤੇ ਵੈਨਕੂਵਰ ਦੇ ਵਿੱਚ 4750 ਓਕ ਸਟਰੀਟ ਦੇ ਉੱਤੇ, ਔਰ ਕਲੋਨਾ ਦੇ ਵਿੱਚ
1865 ਡਿਲਵਰਥ ਡਰਾਈਵ ਦੇ ਉੱਤੇ ਇਹ ਕੰਪੇਨ ਚੱਲਣੀ ਹੈ। ਪਰ ਇਹਦੇ ਨਾਲ ਮੈਂ ਇੱਕ ਗੱਲ ਦੱਸ ਦਿਆਂ ਵੀ ਮੈਨੂੰ ਐਂ ਲੱਗਦਾ ਕਿ ਇਹ ਕ੍ਰਾਈਸਿਸ ਦਾ ਟਾਈਮ ਸੀ। ਸ਼ਾਇਦ ਮੇਰਾ ਸ਼ੱਕ ਹੈ ਕਿ ਇਸ ਬਾਰੇ ਸਿੱਖ ਸਾਰਿਆਂ ਨਾਲੋਂ ਵੱਧ ਜਿਹੜੀਆਂ ਡੋਨੇਸ਼ਨਾਂ ਨਾ ਹੋ ਸਕਣ, ਕਿਉਂਕਿ ਕੋਵਿਡ ਦੇ ਦੌਰਾਨ ਵੀ ਤੁਹਾਨੂੰ ਪਤਾ ਹੈਗਾ ਕਿ ਸਿੱਖ ਡੋਨੇਸ਼ਨ ਕਰਦੇ ਰਹੇ ਆ। ਸੋ ਜਿਸ ਜਿਹੜੀ ਰਿਸਪੌਂਸ ਕੌਮ ਨੇ ਦਿੱਤੀ ਆ, ਸਪੈਸ਼ਲੀ ਐਮਰਜੈਂਸੀ ਟਾਈਮ ਜਦੋਂ ਇੱਕ ਡਰ ਦਾ ਮਾਹੌਲ ਆ, ਉਹ ਬੜਾ ਰਿਮਾਰਕੇਬਲ ਆ। ਇੱਥੋਂ ਇੱਕ ਬੜੀ ਸਿੱਖਿਆ ਮਿਲਦੀ ਆ। ਹਾਂ, ਇਹ ਜਿਹੜੀ ਕੰਪੇਨ ਆ, ਇਹ ਦਿਨ ਤਾਂ ਸਿਰਫ 2 ਜਿਹੜੇ ਕੰਪੇਨ ਡੇ ਰਹਿ ਗਿਆ, ਪਰ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਵੀਰ ਭੈਣ ਨੇ ਡੋਨੇਸ਼ਨ ਕਰਨੀ ਹੋਵੇ ਤਾਂ ਉਹ ਜਿਹੜਾ ਹੈਗਾ ਆ ਕੰਪੇਨ ਦੀ ਵੈਬਸਾਈਟ ਜਿਹੜੀ ਹੈਗੀ ਆ www.genocide1984 ਤੇ ਜਾ ਕੇ ਹੋਰ ਇਨਫੋਰਮੇਸ਼ਨ ਲੈ ਸਕਦਾ ਤੇ ਆਪਣੀ ਜਿਹੜੀ ਆ ਬੁੱਕ ਕਰਾ ਸਕਦਾ ਅਪੁਆਇੰਟਮੈਂਟ, ਕਿਉਂਕਿ ਇਸ ਸਾਲ ਜਿਹੜੀਆਂ ਨੇ ਬਾਈ ਅਪੁਆਇੰਟਮੈਂਟਸ ਨੇ, ਤੁਸੀਂ ਵਾਕ ਇਨ ਨਹੀਂ ਕਰ ਸਕਦੇ। ਤੇ ਕਿਉਂਕਿ ਕੋਵਿਡ ਦੀਆਂ ਜਿਹੜੀਆਂ ਸ਼ਰਤਾਂ ਨੇ ਜਿਹੜੀਆਂ ਕਿ ਨੈਸ਼ਨਲੀ ਡਿਕਲੇਅਰ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਧਿਆਨ ਰੱਖਦੇ ਹੋਏ ਇਹ ਬਾਈ ਅਪੁਆਇੰਟਮੈਂਟ ਆ। ਪਰ ਜ਼ਿਆਦਾ ਇਹ ਜ਼ਰੂਰੀ ਆ ਕਿ ਕੌਮ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਉਹਨਾਂ ਦੀ ਆਪਣੀ ਆ, ਉਹ ਕਰ ਰਹੇ ਨੇ, ਤੁਸੀਂ ਵੀ ਇਹਦਾ ਪਾਰਟ ਹੋ, ਕਿਉਂਕਿ ਤੁਸੀਂ ਇਸ ਟਾਈਮ ਜਿਹੜਾ ਇਹਦਾ ਮੈਸੇਜ ਰਿਲੇ ਕਰ ਰਹੇ ਹੋ, ਰੇਡੀਓ ਸਟੇਸ਼ਨ ਵੀ ਪਾਰਟ ਆ। ਤਾਂ ਸਾਰਿਆਂ ਦੇ ਸਹਿਯੋਗ ਦੀ ਲੋੜ ਆ। ਜਿਵੇਂ ਸੁਖਦੀਪ ਸਿੰਘ ਨੇ ਕਿਹਾ, ਇੱਕ ਲੰਬੀ ਇਹ ਲਹਿਰ ਆ ਜਿਹਦੇ ਵਿੱਚ ਹਰ ਬੰਦਾ ਆਪਣਾ ਕੰਟਰੀਬਿਊਟ ਕਰ ਰਿਹਾ, ਔਰ ਜਿੱਦਾਂ ਕੌਮ ਪਹਿਲਾਂ ਕਰਦੀ ਆ ਰਹੀ ਆ ਉਸੇ ਤਰੀਕੇ ਨਾਲ ਹਮੇਸ਼ਾ ਇਹ ਕਰਦੀ ਰਹੂਗੀ, ਸਾਨੂੰ ਇਹੀ ਆਸ ਹੈ। ਦੋਨੇ ਵੀਰਾਂ ਨੂੰ ਬਹੁਤ-ਬਹੁਤ ਧੰਨਵਾਦ, ਸੁਨੀਲ ਤੇ ਸੁਖਦੀਪ। ਸ਼ੁਭ ਸ਼ਾਮਾਂ, ਗੁਰੂ ਮਹਾਰਾਜ ਅੰਗ ਸੰਗ ਰਹਿਣ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਕੈਂਪੇਨ ਦੇ ਵਲੰਟੀਅਰ ਸੁਨੀਲ ਜੀ ਤੇ ਸੁਖਦੀਪ ਸਿੰਘ ਗੱਲਬਾਤ ਦੱਸ ਕੇ ਗਏ ਨੇ। ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ। ਸਰਾ ਅਮਰਜੀਤ ਸਿੰਘ ਜੀ, ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਹੈਲੋ ਜੀ, ਗੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੱਲ ਸਾਹਿਬ ਜੀ, ਆਪਣੇ ਦਾ ਬਲੱਡ ਦਾ ਆਪਣੇ ਦਾਨ ਕਰਨ ਦਾ ਬਹੁਤ ਚਾਅ ਹੁੰਦਾ ਜੀ। ਹਾਂਜੀ, ਮੈਨੂੰ ਜਦੋਂ ਦਵਾਈ ਲੱਗੀ ਹੈ ਡਿਪਰੈਸ਼ਨ ਦੀ, ਤਾਂ ਕਈ ਵਾਰੀ ਕਿਸੇ ਸਾਲ ਲੈ ਲੈਂਦੇ, ਕਿਸੇ ਸਾਲ ਨਹੀਂ ਲੈਂਦੇ। ਐਤਕੀ ਜਿੱਦਾਂ ਫੇਰ ਨਹੀਂ ਲਿਆ, ਉਦੋਂ ਬੜੀ ਉਦਾਸੀ ਹੁੰਦੀ ਆ ਵੀ ਸਾਰਾ ਸਾਲ, ਕਿਉਂਕਿ ਉਹ ਮੈਨੂੰ ਦੱਸਿਆ ਨਹੀਂ, ਕਹਿੰਦਾ ਨੈਕਸਟ ਈਅਰ ਸ਼ਾਇਦ ਫੇਰ ਲੈ ਲੈਣ, ਕਿਉਂਕਿ ਇਹਨਾਂ ਦੇ ਮੈਡੀਕਲ ਡਿਪਾਰਟਮੈਂਟ ਦਾ ਹੁੰਦਾ ਵੀ ਐਤਕੀ ਇਹ ਦਵਾਈ ਦਾ ਨਹੀਂ ਲੈਣਾ, ਫੇਰ ਲੈਣਾ। ਜਿਹਨੂੰ ਦੇਣਾ ਬਲੱਡ ਆ ਉਹਨੂੰ ਪ੍ਰੋਬਲਮ ਆ ਸਕਦੀ ਹੈ ਕੋਈ। ਸਰਾ ਅਮਰਜੀਤ ਸਿੰਘ ਜੀ, ਤੁਹਾਡਾ ਬਲੱਡ ਤੁਸੀਂ ਸਦਾ ਹੀ ਦੇ ਰਹੇ ਹੋ। ਭਾਵਨਾ ਇਹ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਹੈ, ਅਗਲੇ ਸਾਲ ਜ਼ਰੂਰ। ਹਾਂਜੀ, ਧੰਨਵਾਦ ਬਹੁਤ-ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦੇ ਵਸਦੇ ਰਹੋ। ਇਹ ਆ ਭਾਵਨਾ। 50 ਵਾਰ, 60 ਵਾਰ, 70 ਵਾਰ ਬਹੁਤ ਦਾਨੀ ਨੇ ਜਿਹੜੇ ਹਰ 2 ਮਹੀਨੇ ਬਾਅਦ ਤੁਰੇ ਜਾਂਦੇ ਨੇ, ਕਿਸੇ ਨੂੰ ਨਹੀਂ ਦੱਸਦੇ, ਰਜਿਸਟਰ ਤੇ ਨਾਂ ਚਾੜ ਕੇ ਆ ਜਾਂਦੇ ਨੇ। ਇਹ ਆ ਬਲੱਡ ਡੋਨੇਸ਼ਨ ਵਾਈਜ਼ ਸਿੱਖ ਨੇਸ਼ਨ। ਇੱਕ ਹੋਰ ਕਾਲਰ ਲੈ ਕੇ ਫਿਰ ਅਗਲੇ ਵਿਸ਼ੇ ਤੇ ਜਾਵਾਂ। ਸਰਾਰ ਹਰਨਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਉਹ ਪਤਾ ਹੀ ਨਹੀਂ ਲੱਗਾ ਜੀ ਜਦੋਂ ਦੇ ਤੁਸੀਂ ਇੱਧਰ ਚੇਂਜ ਹੋਏ ਆ ਵੀ ਕਿਹੜੇ ਟਾਈਮ ਤੁਸੀਂ ਪ੍ਰੋਗਰਾਮ ਕਰਦੇ ਆ ਜੀ। 9 ਤੋਂ 11 ਇੱਧਰ ਹੁੰਨਾ। ਅਸੀਂ 7 ਵਾਲੇ ਉਹ ਹਿਸਾਬ ਲਾਇਆ, 7 ਵਾਲੇ ਲੱਜੀ ਜਾਂਦੇ। 2 ਵੀਕ ਹੋ ਗਿਆ, ਸੁਣਿਆ ਹੀ ਨਹੀਂ ਪ੍ਰੋਗਰਾਮ ਤੁਹਾਡਾ ਜੀ। ਕੋਈ ਨਾ ਜੀ, ਦਿਓਲ ਸਾਹਿਬ 9 ਤੋਂ 11 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ, ਸ਼ੇਰੇ ਪੰਜਾਬ ਤੇ ਜਦ ਤੱਕ ਠੀਕ ਪੂਰਾ ਹੁੰਦਾ ਮੈਂ ਫਿਰ ਲੋਕ ਸੱਥ ਵੀ ਸ਼ੁਰੂ ਕਰਾਂਗੇ ਆਪਾਂ। ਠੀਕ ਹੈ, ਥੈਂਕ ਯੂ ਭਾਜੀ। ਥੈਂਕ ਯੂ ਦਿਓਲ ਸਾਹਿਬ, ਥੈਂਕ ਯੂ। ਵਪਾਰਕ ਸੰਦੇਸ਼ਾਂ ਤੋਂ ਬਾਅਦ ਆਸਟ੍ਰੇਲੀਆ ਦੀ ਫੌਜ ਵੱਲੋਂ ਅਫਗਾਨਿਸਤਾਨ 'ਚ ਕੀਤੇ ਜ਼ੁਲਮਾਂ ਦੀ ਦਾਸਤਾਨ ਤੁਹਾਨੂੰ ਸੁਣਾਉਣਾ ਕਿ ਬੰਦਿਆਂ ਤੇ ਕੁੱਤੇ ਕਿਵੇਂ ਛੱਡੀ ਜਾਂਦੇ। ਇੱਕ ਪੰਜਾਬ 'ਚ ਕਹਾਵਤ ਹੈ, ਦਰਾਂ 'ਚ ਨਾ ਆਈ ਓਏ ਕੁੱਤਾ ਛੱਡ ਦਿਆਂਗੇ। ਆਸਟ੍ਰੇਲੀਆ ਦੇ ਵਿੱਚ ਕਿਵੇਂ 4 ਭਾਈ ਤੇ ਬੁੜਾ ਪਿਓ ਹੈਲੀਕਾਪਟਰ ਤੋਂ ਲਾਹ ਕੇ ਕੁੱਤੇ ਆਸਟ੍ਰੇਲੀਆ ਦੀ ਫੌਜ ਨੇ ਛੱਡਤੇ। ਪਰ ਉੱਥੇ ਹੀ ਆਸਟ੍ਰੇਲੀਆ ਦੀ ਉਹ ਬ੍ਰੌਡਕਾਸਟਿੰਗ ਕੰਪਨੀ, ਜਿਹੜੇ ਬ੍ਰੌਡਕਾਸਟਰਾਂ ਨੇ, ਜਰਨਲਿਸਟਾਂ ਨੇ ਪਚਖਰੇ ਉਡਾਤੇ ਫੌਜ ਦੇ। ਸੱਚ ਨਾਲ ਇਹ ਪੈਰ ਦੱਬੀ ਜਾਂਦਾ ਹੁੰਦਾ ਹੈ। ਜਿੱਥੇ ਸੂਬਾ ਤੁਰਿਆ ਜਾਂਦਾ ਹੁੰਦਾ ਹੈ, ਉੱਥੇ ਹੀ ਸਾਹਿਬਜ਼ਾਦੇ ਤੁਰੇ ਆਉਂਦੇ ਹੁੰਦੇ ਨੇ। ਆਸਟ੍ਰੇਲੀਆ ਦੀ ਫੌਜ ਵੱਲੋਂ ਸਪੈਸ਼ਲ ਜਿਹੜੀ ਆ ਆਸਟ੍ਰੇਲੀਆ ਦੀ ਮਿਲਟਰੀ ਦੀ ਇੱਕ ਅੰਗ ਜਿਹੜਾ ਅਫਗਾਨਿਸਤਾਨ ਦੇ ਵਿੱਚ ਸਤੰਬਰ 11 ਤੋਂ ਵਿੱਚ ਸੀ, ਉਹਦੇ ਬਾਰੇ ਇੱਕ ਕੱਚਾ ਚਿੱਠਾ ਪਿਛਲੇ 4-5 ਸਾਲਾਂ ਦਾ, ਉਸ ਰਿਪੋਰਟ ਦੀ ਗੱਲ ਹੋ ਰਹੀ ਸੀ। ਹੈਰਾਤ ਦੇ ਵਿੱਚ ਹਾਜੀ ਅਬਦੁਲ ਬਾਕੀ
ਉਹ ਕਹਿੰਦਾ ਮੈਂ ਯਾਦ ਆ ਮੈਨੂੰ ਜਦ 9 ਵਰ੍ਹੇ ਪਹਿਲਾਂ 2011 'ਚ ਮੇਰੇ 2 ਭਾਈ ਸੈਫੁੱਲਾ ਤੇ ਬਿਸਮਿल्ला, 2 ਮੇਰੇ ਚਾਚੇ ਦੇ ਪੁੱਤ ਮੁਹੰਮਦੁੱਲਾ ਤੇ ਜੁਮਾ ਖਾਨ, ਕਹਿੰਦਾ ਅਸੀਂ ਇੱਕ ਚਾਹ ਦੀ ਦੁਕਾਨ ਤੇ ਬੈਠੇ ਤੇ ਹੈਲੀਕਾਪਟਰ ਇੱਕ ਉਤਰਦਾ, ਹੈਲੀਕਾਪਟਰ ਮੇਰੇ ਪਿੰਡ ਦੇ ਬਾਹਰ ਉਤਰਦਾ, ਕਿਹਰ ਸੀਨਾ ਪਿੰਡ ਹੈ ਮੇਰਾ, ਤੇ ਜੂਨ ਦਾ ਮਹੀਨਾ, ਗਰਮ ਤੱਤੀ ਲੋ ਵਗਦੀ ਹੈ। ਕਹਿੰਦਾ ਜਦ ਹੈਲੀਕਾਪਟਰ ਦੇ ਵਿੱਚੋਂ ਫੌਜੀ ਆਸਟ੍ਰੇਲੀਆ ਦੇ ਉਤਰੇ, ਕੁੱਤੇ ਉਹਨਾਂ ਦੇ ਕੋਲ ਸੀ ਤੇ ਉਹਨਾਂ ਨੇ ਆਉਂਦਿਆਂ ਨਹੀਂ ਕੁੱਤੇ ਛੱਡਤੇ। ਕਹਿੰਦਾ ਮੇਰੇ 2 ਭਾਈ, ਮੈਂ ਬੈਠਾ ਰਿਹਾ, ਚਾਰੇ ਮੇਰੇ ਭਾਈ ਭੱਜ ਲਏ ਮੋਟਰਸਾਈਕਲਾਂ ਵੱਲ ਨੂੰ, ਜਦ ਨੂੰ ਕੁੱਤੇ ਉਹਨਾਂ ਤੇ ਆ ਚੜੇ ਤੇ ਉਹਦੇ ਬਾਅਦ ਉਹ ਘਰ ਨੂੰ ਬੜੇ, ਘਰ ਦੇ ਪਿੱਛੇ ਮਿਲਟਰੀ ਵਾਲੇ ਆ ਗਏ, ਦਰਵਾਜ਼ੇ ਤੋੜਤੇ ਤੇ ਕੁੱਤਿਆਂ ਨੇ ਮੇਰੇ ਭਾਈ ਢਾਲੇ ਚਾਰਾਂ। ਕਹਿੰਦਾ ਜਦੋਂ ਲੜਨ ਲੱਗੇ ਕੁੱਤਿਆਂ ਨਾਲ ਤਾਂ ਆਸਟ੍ਰੇਲੀਅਨ ਫੌਜੀਆਂ ਨੇ ਸਿੱਧੀਆਂ ਗੋਲੀਆਂ ਮਾਰਤੀਆਂ। ਮੇਰਾ ਪਿਓ ਕਹਿੰਦਾ ਕੁੱਤਿਆਂ ਨੇ ਅੱਧਾ ਪਾੜਤਾ ਜਿਹੜਾ ਸਾਲ ਬਾਅਦ ਮਰ ਗਿਆ। ਹੁਣ ਇਹ ਅਬਦੁਲ ਬਾਕੀ ਨੇ ਜਿਹੜੀ ਗੱਲ ਦੱਸੀ ਵੀ 39 ਦੇ, ਉਹਨੇ ਆਪਣੀ ਜ਼ਿੰਦਗੀ ਦੱਸੀ, 39 ਦੇ ਕਰੀਬ ਅਫਗਾਨ ਸਿਵਲੀਅਨ, ਜਿਹਦੇ ਵਿੱਚ ਕਿਸਾਨ ਤੇ ਕੈਦੀ, ਉਹ ਆਸਟ੍ਰੇਲੀਅਨ ਸਪੈਸ਼ਲ ਫੋਰਸਿਸ ਨੇ ਮਾਰੇ। ਆਸਟ੍ਰੇਲੀਅਨ ਸਪੈਸ਼ਲ ਫੋਰਸਿਸ ਨੇ ਇੱਕ ਜਗ੍ਹਾ ਹੈਲੀਕਾਪਟਰ ਦੇ ਵਿੱਚ ਬੰਦਾ ਫੜ ਕੇ ਲੈ ਕੇ ਜਾਣਾ ਸੀ, ਜਗ੍ਹਾ ਹੈ ਨਹੀਂ ਸੀ, ਉਹ ਕਹਿੰਦੇ ਚੱਲ ਗੋਲੀਆਂ ਮਾਰ ਦਿਓ, ਕਿਹੜਾ ਬਿਠਾਓ। ਇਹ ਗੱਲ 2005 ਤੋਂ ਸ਼ੁਰੂ ਹੋਈ, ਪਰ ਪੈੜ ਨੱਪਣ ਵਾਲੇ, ਜਿਵੇਂ ਕਿਹਾ ਸੀ ਨਾ ਵੀ ਸੂਬੇ ਦੀ ਪੈੜ ਕਿਤੇ ਨਾ ਕਿਤੇ ਸਾਹਿਬਜ਼ਾਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੱਪਦਾ ਆਉਂਦਾ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ABC ਦੇ ਇੱਕ ਜਰਨਲਿਸਟ ਨੇ 2017 ਦੇ ਵਿੱਚ ਇਸ ਗੱਲ ਦਾ ਰੌਲਾ ਪਤਾ ਐਕਸਪੋਜ਼ ਕਰ ਦਿੱਤਾ ਕਿ ਆਸਟ੍ਰੇਲੀਅਨ ਸਪੈਸ਼ਲ ਏਅਰ ਸਰਵਿਸਿਜ਼ SAS ਉਹਨੇ ਕਿਵੇਂ ਜਵਾਕ ਲੋਕਾਂ ਦੇ ਮਾਰੇ, ਕੀ ਇਹਦੇ ਵਿੱਚ ਕੀ ਉਹਨੇ ਕੰਮ ਕੀਤਾ। ਅਬਦੁਲ ਦੀ ਕਹਾਣੀ ਜਿਹੜੀ ਤੇ ਹੋਰ ਸੁਰਾਇਆ ਲੈਨਿੰਗ ਜਿਹੜੀ ਆਸਟ੍ਰੇਲੀਅਨ ਜਰਨਲਿਸਟ ਸੀ, ਉਹਨੇ ਛਾਪਤੀ 2013 ਤੋਂ ਲੈ ਕੇ 16 ਤੱਕ ਵੀ ਕੀ ਜ਼ੁਲਮ ਹੋਇਆ, 11 ਤੋਂ ਲੈ ਕੇ ਕੀ ਜ਼ੁਲਮ ਹੋਇਆ, ਵੀ ਕਿਸ ਤਰ੍ਹਾਂ ਜਿਹੜੀਆਂ ਆਸਟ੍ਰੇਲੀਅਨ ਸਪੈਸ਼ਲ ਫੋਰਸਿਸ ਨੇ ਬੰਦੇ ਮਾਰੇ। ਅਮਰੀਕਾ ਦੇ ਨਾਲ ਇੰਗਲੈਂਡ, ਜਰਮਨ ਤੇ ਆਸਟ੍ਰੇਲੀਅਨ ਫੋਰਸਿਸ ਸੀ। ਤੇ ਕੱਲੀ ਲੈਨੀ ਨਹੀਂ ਸੀ ਜਰਨਲਿਸਟ, ਹੋਰ ਵੀ ਜਰਨਲਿਸਟ ਨੇ। ਬਿਲਾਲ ਸਰਵਰੀ ਇੱਕ ਅਫਗਾਨ ਜਰਨਲਿਸਟ ਹੈ, ਜਿਹੜੇ ਪਰਿਵਾਰਾਂ ਨੂੰ ਜਾ ਕੇ ਮਿਲਿਆ, ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਆਸਟ੍ਰੇਲੀਅਨ ਫੌਜਾਂ ਨੇ ਬੰਦੇ ਉੱਥੇ ਮਾਰੇ ਨੇ, ਕਿਸ ਤਰ੍ਹਾਂ ਗੋਲੀਆਂ ਚਲਾਈਆਂ, ਕਿਸ ਤਰ੍ਹਾਂ ਇਨੋਸੈਂਟ ਬੰਦਿਆਂ ਨੂੰ ਹੱਥ 'ਚ ਗਨ ਫੜਾ ਕੇ ਕਿਹਾ ਲੈ ਤੈਨੂੰ ਚਲਾਉਣੀ ਸਿਖਾਈਏ ਤੇ ਮੂਹਰੋਂ ਗੋਲੀਆਂ ਮਾਰਤੀ। ਉਹ ਕਹਿੰਦਾ ਸਹੇ ਦੀ ਨਹੀਂ, ਪਹੇ ਦੀ ਨਹੀਂ। ਜਦ ਇਹੋ ਜਿਹੀਆਂ ਚੀਜ਼ਾਂ ਤੁਸੀਂ ਪੜ੍ਹਦੇ ਹੋ, ਤੁਹਾਨੂੰ ਯਾਦ ਆਉਂਦਾ ਆਪਣਾ ਸਮਾਂ 84 ਤੋਂ 95 ਦਾ, ਕਿ ਪੰਜਾਬ 'ਚ ਕੀ ਹੋਇਆ ਸੀ। ਦੁਨੀਆ ਦੇ ਬਿਹਤਰੀਨ ਦੇਸ਼ਾਂ ਦੀਆਂ ਬਿਹਤਰੀਨ ਫੌਜਾਂ ਨਿਹੱਥੇ ਲੋਕਾਂ 'ਤੇ, ਹੁਣ ਉਹ ਤਾਂ ਤਾਲਿਬਾਨ ਨਹੀਂ ਜਿਹਨਾਂ ਤੁਸੀਂ ਮਾਰਨ ਲੱਗੇ ਹੋਏ ਹੋ, ਤੁਹਾਡਾ ਜਹਾਜ਼ ਹੈਲੀਕਾਪਟਰ ਉਤਰਦਾ, ਰੇਤਾ ਅੜਾਉਂਦਾ, ਬੈਠੇ ਲੋਕਾਂ ਦੇ ਉੱਪਰ ਤੁਸੀਂ ਕੁੱਤੇ ਛੱਡ ਦਿੰਦੇ। ਕਿੱਡਾ ਜ਼ੁਲਮ, ਕਿੱਡਾ ਕਹਿਰ ਹੋਊਗਾ ਉਹ ਫੌਜੀਆਂ ਦੇ ਦਿਮਾਗ ਦੇ ਵਿੱਚ, ਜਿਹੜੇ ਇੱਕ ਰੰਗ ਤੇ ਨਸਲ ਤੇ ਧਰਮ ਦੇ ਨਾਂ ਤੇ ਪ੍ਰੋਸੀਕਿਊਸ਼ਨ ਕਰ ਰਹੇ ਨੇ। ਹੁਣ ਉਹ ਬਸ ਇਹ ਚੱਲਦੀਆਂ ਹੁੰਦੀਆਂ ਚੀਜ਼ਾਂ, ਚੱਲਣ ਤੋਂ ਬਾਅਦ ਅੱਗੇ ਕੀ ਹੁੰਦਾ ਹੈ, ਕੰਪਨਸੇਸ਼ਨ ਜੀ, ਰੀਕਨਸੀਲੀਏਸ਼ਨ ਜੀ, ਇਹ ਰਿਪੋਰਟਾਂ ਛਪ ਗਈਆਂ ਜੀ, ਹੁਣ ਯੂਨਾਈਟਿਡ ਨੇਸ਼ਨ 'ਚ ਜਾਣਗੀਆਂ ਜੀ, ਯੂਨਾਈਟਿਡ ਨੇਸ਼ਨ ਤੋਂ ਅੱਗੇ ਜਾਣਗੀਆਂ ਜੀ, ਇਹ ਵਾਰ ਕ੍ਰਾਈਮ 'ਚ ਜਾਣਗੀਆਂ, ਇਹ ICC ਇੰਟਰਨੈਸ਼ਨਲ ਕ੍ਰਿਮੀਨਲ ਟ੍ਰਾਈਬਿਊਨਲ, ਕ੍ਰਿਮੀਨਲ ਕੋਰਟ 'ਚ ਜਾਣਗੀਆਂ। ਸ਼ਰੇਆਮ ਬਰਮਾ ਦੇ ਵਿੱਚ ਰੋਹਿੰਗਿਆ ਮੁਸਲਮਾਨ ਅੜਾ ਤੇ ਔਂਗ ਸੰਗ ਸੂਚੀ ਦੀ ਪਾਰਟੀ ਜਿੱਤ ਗਈ। ਇਸ ਜ਼ੁਲਮ ਦੀ ਦਾਸਤਾਂ ਇਸ ਦੁਨੀਆ ਦੇ ਵਿੱਚ ਇੰਨੀ ਵਧੀਆ ਵੀ ਜਿਹੜਾ ਜ਼ਾਲਮ ਹੈ ਉਹਦੀਆਂ ਸੱਤੇ ਵੀਹਾਂ ਨੇ, ਪਰ ਕੀ ਸੱਚ ਤੇ ਬੋਲਣ ਵਾਲੇ ਹਟ ਜਾਣਗੇ? ਕੈਂਪੇਨ ਦੀ ਵੀ ਗੱਲ ਜਿਹੜੀ ਮੈਂ ਕਰਕੇ ਹਟਿਆ ਉਹ ਇਹੀ ਹੈ। ਆਹ ਹੁਣ ਜਿੱਥੇ ਸਪੈਸ਼ਲ ਫੋਰਸਿਸ ਵਾਲੇ ਬੰਦੇ ਮਾਰ ਰਹੇ ਨੇ, ਉੱਥੇ ਆਸਟ੍ਰੇਲੀਅਨ ਜਰਨਲਿਸਟ ਲੈਨੀ ਵਰਗੀਆਂ ਵੀ ਕੁੜੀਆਂ ਉੱਥੇ ਫਿਰਦੀਆਂ ਕੰਦਰਾਂ 'ਚ ਤੁਰੀਆਂ, ਜਿਨ੍ਹਾਂ ਨੇ ਇਕੱਲੇ ਬੰਦਿਆਂ ਤੋਂ ਲੱਭ ਲਿਆ ਵੀ ਕੌਣ ਕਦ ਮਾਰਿਆ। ਤੇ ਵਕਤ ਪਾਇਆ ਪਿਆ ਆਸਟ੍ਰੇਲੀਅਨ ਡਿਫੈਂਸ ਚੀਫ ਨੂੰ ਕੱਲ੍ਹ ਆ ਕੇ ਦੱਸਣਾ ਪਿਆ ਵੀ ਹਾਂ, ਉਹਨਾਂ ਹੁਣ 23 ਦੇ ਵਿੱਚੋਂ ਕੁਛ ਤਾਂ ਨੌਕਰੀ ਛੱਡ ਗਏ, ਕੁਛ ਹਲੇ ਨੌਕਰੀ ਕਰ ਰਹੇ ਨੇ ਮਿਲਟਰੀ 'ਚ।
ਅੱਗੇ ਦੇਖਦੇ ਹਾਂ ਕਿੱਧਰ ਨੂੰ ਜਾਏਗੀ। ਸਰ ਧਰਮਿੰਦਰ ਸਿੰਘ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਬਾਈ ਜੀ ਹਰਜੀਤ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਬੜਾ ਹੀ ਦੁੱਖ ਲੱਗਿਆ ਸੁਣ ਕੇ ਵੀ ਮਤਲਬ ਤੁਸੀਂ ਗੱਲ ਕਰੀਏ ਵਾਰ ਕ੍ਰਾਈਮ ਦੀ ਜੀ, ਤੇ ਚਲੋ ਪੱਤਰਕਾਰ ਨਾਲ ਸੀਗੇ, ਉਹਨਾਂ ਨੇ ਦੇਖ ਲਿਆ। ਤੁਸੀਂ ਸੋਚੋ ਵੀ ਜਿੱਥੇ ਪੱਤਰਕਾਰ ਨਾਲ ਨਹੀਂ ਹੋਣਗੇ, ਵੀਡੀਓ ਕੈਮਰੇ ਨਹੀਂ ਸੀ, ਉੱਥੇ ਕੀ ਹਾਲ ਹੁੰਦਾ ਹੋਣਾ ਜੀ। ਬਿਲਕੁਲ ਠੀਕ। ਹਾਂ ਬਿਲਕੁਲ, ਜਿਵੇਂ ਇਰਾਕ ਦੇ ਵਿੱਚ ਵੀ ਹੋਇਆ ਵਾਰ ਕ੍ਰਾਈਮ। ਇਹ ਜਿਹੜੇ ਵੱਡੇ ਮੁਲਕ ਆ ਕਹਿੰਦੇ ਆ ਵੀ ਸਾਡੇ ਡੈਮੋਕ੍ਰੇਸੀਆਂ ਹੈਗੀਆਂ, ਠੀਕ ਆ ਆਪਾਂ ਰਹਿੰਦੇ ਆ ਤਾਂ ਮੁਲਕਾਂ 'ਚ, ਪਰ ਜਦੋਂ ਨਾ ਬਾਹਰ ਜਾ ਕੇ ਜਿਹੜਾ ਵੜਾਂਗਾ ਇਹ ਕਰਦੇ ਆ ਨਾ ਦੂਜਿਆਂ ਲੋਕਾਂ ਦਾ, ਬਿਲਕੁਲ ਉਹ ਸੱਚੀ ਬਈ ਰੌਂਗਟੇ ਖੜੇ ਕਰਦਾ ਜੀ। ਦੇਖੋ ਕੀ ਬਣਦਾ ਅੱਗੇ, ਪਰ ਸੋ ਸੈਡ ਜੀ ਆ। ਥੈਂਕ ਯੂ ਧਰਮਿੰਦਰ ਜੀ। ਪੜ੍ਹਨ ਵਾਲੀ ਆ ਖਬਰ ਤੇ ਦੁਨੀਆ ਦਾ ਮੀਡੀਆ ਅੱਜ CNN, NBC, Fox, CBC, ਪਰ ਇਹਨੂੰ BBC ਛਾਪਣ ਵਾਲੇ ਤਾਂ ਇਹਨੂੰ ਅਲ ਜਜ਼ੀਰਾ ਵਰਗੇ ਹੀ ਨੇ। ਦੱਬ ਲਈ ਨੱਪ ਲਈ, ਪੜ੍ਹ ਲਿਓ ਜਾ ਕੇ ਮੇਨ ਕਿਸੇ ਦੇ ਵੀ ਪੋਰਟਲ ਤੇ, ਕਿਤੇ ਇਹ ਖਬਰ ਨਹੀਂ। ਕਿਉਂਕਿ ਜੱਕੇ ਦੇ ਵਿੱਚ 5 ਕਾਤਲ ਬੈਠੇ ਨੇ, ਉੱਥੇ ਇੱਕ ਦੇਸ਼ ਦੀ ਮਿਲਟਰੀ ਦਾ ਬੈਠਾ, ਉੱਥੇ ਅਮਰੀਕਾ ਵਾਲਾ ਬੈਠਾ, ਉੱਥੇ ਜਰਮਨ ਵਾਲਾ ਬੈਠਾ, ਉੱਥੇ ਇੰਗਲੈਂਡ ਵਾਲਾ ਬੈਠਾ, ਤੇ ਉੱਥੇ ਨਾਲ ਹੀ ਬੈਠਾ ਆਸਟ੍ਰੇਲੀਆ ਵਾਲਾ। ਪਰ ਖਬਰ ਕਿਹਨੇ ਛਾਪੀ? ਖਬਰਾਂ ਹਰ ਇੱਕ ਨਹੀਂ ਛਾਪਦਾ। ਹਾਂ, ਇਜ਼ਰਾਈਲ ਵਾਲਿਆਂ ਦਾ ਦੇਖੋ ਜੀ, ਇਹ ਇਜ਼ਰਾਈਲ ਵਾਲਿਆਂ ਦੇ ਸਮਾਨ ਦਾ ਜਿਹੜਾ ਉਹ ਤੁਸੀਂ ਮਾਈਕ ਪੋਂਪੀਓ ਬੋਲ ਰਿਹਾ ਬਈ ਖੜਾ ਆਸਟ੍ਰੇਲੀਆ ਦੇ ਵਿੱਚ, ਸੌਰੀ ਇਜ਼ਰਾਈਲ ਦੇ ਵਿੱਚ। ਦੇਖੋ ਇਹ ਤਾਂ ਯਹੂਦੀਆਂ ਦੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਹੈ ਜੇ ਤੁਸੀਂ ਇਜ਼ਰਾਈਲ ਦਾ ਸਮਾਨ ਨਹੀਂ ਖਰੀਦੋਗੇ। ਮਤਲਬ ਆਹ ਜਿਹੜਾ ਜ਼ੁਲਮ ਹੋਇਆ, ਤੁਸੀਂ ਸੋਚ ਸਕਦੇ ਆ ਵੀ ਇੱਕ ਜਿਉਂਦੇ ਬੰਦੇ ਤੇ ਕੁੱਤੇ ਛੱਡ ਤੇ। ਪਰ ਇੱਥੇ ਹੀ ਸਲੂਟ ਹੈ ਬਈ ਉਹੀ ਆਸਟ੍ਰੇਲੀਆ ਦੇ ਵਿੱਚੋਂ ਇੱਕ ਪੱਤਰਕਾਰ ਲੈਣੀ ਉੱਥੇ ਫਿਰ ਰਹੀ ਹੈ। ਕਿਵੇਂ ਉਹ ਲੋਕਾਂ ਦੇ ਘਰਾਂ 'ਚ ਗਈ, ਕਿਵੇਂ ਉਹਨੇ ਕੱਢ ਕੇ ਲਿਆਂਦੀ, ਪਾੜ ਤੇ ਚਿੱਠੇ ਉਹਨੇ। ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਗੱਲ ਸਰ, ਇਹ ਐਕਚੁਅਲੀ ਦੇਖੋ ਜਿਹੜਾ ਇਦਾਂ ਦਾ ਇੱਕ ਇਹ ਗੈਰ ਮੁਲਕੀ ਜਿਹਾ ਵਤੀਰਾ ਆ, ਆਪਾਂ ਹੁਣ ਖਾਸ ਕਰਕੇ ਚਲੋ ਅੱਗੇ ਪਹਿਲਾਂ ਸੁਣਦੇ ਹੁੰਦੇ ਸੀ ਉਹ, ਪਰ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਹਿਸਟਰੀ ਦੇ ਵਿੱਚ ਪ੍ਰਾਪਤ ਹੁੰਦੇ, ਉਹ ਇੱਕ ਹੁੰਦਾ ਕਿ ਕਿਸੇ ਦੇ ਨਾਲ ਕੋਈ ਸਦੀਮੀ ਵਿਰੋਧ ਚੱਲ ਰਿਹਾ ਜਾਂ ਉਹ ਕੋਈ ਇਸ ਤਰ੍ਹਾਂ ਦਾ ਮੰਨ ਲਓ ਕਹਿਣਾ, ਉੱਥੇ ਤਾਂ ਇਹ ਚੀਜ਼ਾਂ ਪੋਸੀਬਿਲਿਟੀ ਆ ਵੀ ਜਿਹੜੇ ਬੰਦੇ ਜ਼ਾਲਮ ਨੇ ਕੋਈ ਤੁਹਾਡੇ ਨਾਲ ਸਿੱਧੇ ਤੌਰ ਤੇ ਇਦਾਂ ਕੀਤਾ, ਤੁਸੀਂ ਉਹਨਾਂ ਦੇ ਨਾਲ ਇਦਾਂ ਨਜਿੱਠਦੇ ਆ, ਉਹ ਉੱਥੇ ਸਾਰੇ ਕੁਛ ਨਾ ਕੁਛ ਜਾਇਜ਼ ਕਿਹਾ ਜਾਂਦਾ ਆ ਤੇ ਮੰਨ ਲਓ ਕੋਈ ਬੰਦੇ ਨੂੰ ਸਜ਼ਾ ਨਹੀਂ ਕਿਸੇ ਨੂੰ ਮਿਲੀ। ਪਰ ਇੱਥੇ ਜਿਹੜੀਆਂ ਸਟੇਟ ਦੀਆਂ ਫੋਰਸਿਸ ਜਦੋਂ ਦੂਜੀਆਂ ਥਾਂ ਤੇ ਜਾ ਕੇ ਲੜਦੀਆਂ, ਇੱਥੇ ਤਾਂ ਮੇਰੇ ਖਿਆਲ ਨਾਲ ਉੱਦਾਂ ਹੀ ਰਹੋਗੇ ਆ ਵੀ ਤੁਹਾਡਾ ਕੋਈ, ਤੁਸੀਂ ਤੀਜੇ ਬੰਦੇ ਦੇ ਕਹਿਣ ਤੇ ਆ ਗਏ, ਤੁਸੀਂ ਨੌਕਰੀ ਕਿਸੇ ਦੀ ਕਰਦੇ ਆ ਸਟੇਟ ਦੀ, ਜਦੋਂ ਕੈਨੇਡੀਅਨ ਫੌਜਾਂ ਨੂੰ ਕਿਤੇ ਭੇਜ ਦਿੱਤਾ ਜਾਵੇ, ਇਹਨਾਂ ਦਾ ਕੋਈ ਲੈਣ ਦੇਣ ਨਹੀਂ ਉੱਥੇ ਜਾ ਕੇ। ਵੀ ਇੱਕ ਹੋਰ ਸਭ ਤੋਂ ਵੱਡੀ ਮੈਨੂੰ ਇਹ ਲੱਗਦਾ ਵੀ ਜਿੱਦਾਂ ਜਿਹੜਾ ਮੀਡੀਆ ਆ, ਖਾਸ ਕਰਕੇ ਮੰਨ ਲਓ ਅੱਜ ਜਿੱਦਾਂ ਤੁਹਾਡੀ ਖਬਰ 'ਚ ਵੀ ਸਵੇਰੇ ਤੁਸੀਂ ਪੱਤੀ ਸਾਹਿਬ ਨੇ ਵੀ ਉਹ ਗੱਲ ਕੀਤੀ ਸੀ ਕਿ ਵੀ ਉਹ ਕੁਛ ਹੋਰ ਕਹਿ ਰਿਹਾ ਹੈਗਾ, ਤੁਸੀਂ ਫਿਰ ਉਹਨੇ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਨਾ, ਮੈਨੂੰ ਇਹ ਬੜੀ ਲੱਗਦਾ ਵੀ ਕਿ ਸੰਸਾਰ ਪੱਧਰ ਤੇ ਇੱਕ ਵਰਤਾਰਾ ਚੱਲਦਾ ਆ ਵੀ ਬੇਸ਼ੱਕ ਆਪਾਂ ਕਿਸੇ ਨਾਲ ਸਹਿਮਤ ਨਾ ਹੋਈਏ, ਮੰਨ ਲਓ ਕੋਈ ਮੂਵਮੈਂਟਾਂ ਚੱਲਦੀਆਂ ਸੰਸਾਰ ਪੱਧਰ ਦੇ ਵਿੱਚ, ਬੇਸ਼ੱਕ ਉਹ ਆਜ਼ਾਦੀ ਲਈ ਚੱਲਦੀਆਂ, ਬੇਸ਼ੱਕ ਆਪਣੇ ਖਿੱਤੇ ਦੀ ਲਈ, ਜਾਂ ਕਿਸੇ ਤਰ੍ਹਾਂ ਕਿਸੇ ਨਾਲ ਸਹਿਮਤ ਨਹੀਂ ਸਟੇਟ ਨਾਲ ਲੜਦੀਆਂ, ਮੇਰਾ ਕਹਿਣ ਤੋਂ ਭਾਵ ਆ ਜੀ। ਪਰ ਸਟੇਟ ਵੱਲੋਂ ਉਹਨਾਂ ਨੂੰ ਇੱਕ ਇੰਟਰਪ੍ਰੇਟ ਕੀਤਾ ਜਾਂਦਾ ਵੀ ਉਹ ਉਹਨਾਂ ਨੂੰ ਟੈਰਰਿਸਟ ਜਾਂ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਜੀ। ਚਲੋ ਸਟੇਟ ਕਹਿੰਦੀ ਆ ਨੋ ਮਰਜ਼ੀ, ਉਹ ਦੂਜਿਆਂ ਲਈ ਵੀ ਉਹ ਟੈਰਰਿਸਟ ਹੁੰਦੇ, ਪਰ ਜਿਹੜਾ ਮੀਡੀਆ ਆ, ਮੀਡੀਆ ਦਾ ਕੋਈ ਰਾਈਟ ਨਹੀਂ ਬਣਦਾ ਵੀ ਉਹ ਉਹਨਾਂ ਨੂੰ ਸਟੇਟ ਦੀ ਬੋਲੀ ਦੇ ਵਿੱਚ ਹੋ ਕੇ ਸੰਬੋਧਨ ਕਰੇ, ਭਾਵੇਂ ਆਈਸਿਸ ਹੋਵੇ, ਭਾਵੇਂ ਕਿੱਡੀ ਵੀ ਮਾੜੀ ਕੋਈ ਜਥੇਬੰਦੀ ਹੋਵੇ, ਮੇਰਾ ਕਹਿਣ ਦਾ ਭਾਵ ਆ ਵੀ ਤੁਸੀਂ ਉਹਨਾਂ ਨੂੰ ਇਸੇ ਤਰ੍ਹਾਂ ਦੱਸੋ। ਜੇ ਅਸੀਂ ਕਹਿੰਦੇ ਵੀ ਕੈਨੇਡੀਅਨ ਫੌਜੀ ਮਾਰੇ ਗਏ ਫਲਾਣੇ ਥਾਂ ਤੇ, ਅਸੀਂ ਉੱਥੇ ਇਹੀ ਦੱਸਣਾ ਵੀ ਆਈਸਿਸ ਦੇ ਵੀ ਲੜਾਕੂ ਮਾਰੇ ਗਏ। ਸਾਨੂੰ ਇਦਾਂ ਮੀਡੀਆ ਨੂੰ ਇਦਾਂ ਖਬਰ ਦੇਣੀ ਚਾਹੀਦੀ ਆ। ਜਦੋਂ ਤੁਸੀਂ ਇਹ ਦਿੰਦੇ ਆ ਵੀ ਨਹੀਂ ਉਹ ਅੱਤਵਾਦੀ ਮਾਰ ਗਏ, ਖਾਸ ਕਰਕੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਹੀ ਆ, ਜਦੋਂ ਦਿੱਤੀ ਜਾਂਦੀ ਖਬਰ ਵੀ ਜੈਸ਼ ਮੁਹੰਮਦ ਦੇ ਜੀ ਦਹਿਸ਼ਤਗਰਦ ਮਾਰੇ ਗਏ, ਅੱਤਵਾਦੀ ਮਾਰੇ ਗਏ, ਤੇ ਉਧਰੋਂ ਜੀ ਭਾਰਤੀ ਸਟੇਟ ਦੇ ਫੌਜੀ, ਇਹ ਆਪਣੇ ਆਪ ਦੇ ਵਿੱਚ ਹੀ ਸਟੇਟ ਦੀ ਬੋਲੀ ਜਾਂਦੀ ਹੈ ਮੀਡੀਆ ਵੱਲੋਂ। ਮੇਰਾ ਕਹਿਣ ਤੋਂ ਜੇ ਤੁਸੀਂ ਮੀਡੀਆ ਆ, ਤੁਸੀਂ ਉਹ ਚੌਥਾ ਥਾਂ ਨਾਲ ਤੁਸੀਂ ਇਨਸਾਫ ਦੀ ਗੱਲ ਕਰਨੀ, ਤੁਸੀਂ ਆਪਣੀ ਇੰਟਰਪ੍ਰੀਟੇਸ਼ਨ ਨਾ ਦਿਓ ਜਿਹੜੀ ਸਟੇਟ ਨੇ ਤੁਹਾਨੂੰ ਦਿੱਤੀ ਉਹ ਆ ਜੀ। ਉਹ ਹੁਣ ਮੈਂ ਮੰਨ ਲਓ ਜੇ ਮੇਰੀ ਸਟੇਟ ਨਾਲ ਨਹੀਂ ਬਣਦੀ, ਮੈਂ ਸਟੇਟ ਨੂੰ ਜੋ ਮਰਜ਼ੀ ਕਹਿ ਸਕਦਾ, ਮੈਂ ਉਹਨੂੰ ਟੈਰਰਿਜ਼ਮ ਦੂੰਗਾ, ਸਟੇਟ ਤੋਂ ਮੈਨੂੰ ਕਹਿੰਦੀ ਆ। ਪਰ ਜੇ ਕੋਈ ਬੰਦਾ ਮਿਡਲਮੈਨ ਬਣ ਕੇ ਕਹਿੰਦਾ ਵੀ ਮੈਂ ਪੱਤਰਕਾਰੀ ਕਰ ਰਿਹਾ ਜਾਂ ਮੈਂ ਹੀ ਮੀਡੀਆ, ਪਰ ਮੇਰੇ ਖਿਆਲ ਨਾਲ ਵੀ ਤੇ ਕੋਈ ਵੀ ਆਪਾਂ ਨੂੰ ਵੀ ਹੁਣ ਇਹਦੇ ਉੱਤੇ, ਕਿਉਂਕਿ ਇਹਨਾਂ ਚੀਜ਼ਾਂ ਨੂੰ ਚੈਲੰਜ ਨਹੀਂ ਕੀਤਾ ਜਾਂਦਾ, ਕਿਉਂਕਿ ਮੇਨ ਸਟ੍ਰੀਮ ਮੀਡੀਆ ਨੇ ਇਹ ਗੱਲ ਚਲਾਈ ਹੁੰਦੀ, ਕਿਸੇ ਚੀਜ਼ ਨੂੰ ਬਦਨਾਮ ਇੰਨਾ ਕਰ ਦਿੱਤਾ ਜਾਂਦਾ, ਲੋਕ ਉਹਨਾਂ ਨੂੰ ਇਦਾਂ ਨਫ਼ਰਤ ਕਰਨ ਲੱਗ ਪੈਂਦੇ। ਭਾਵੇਂ ਮੰਨ ਲਓ ਆਪਾਂ ਉਹਨਾਂ ਸਹਿਮਤ ਨਾ ਵੀ ਹੋਈਏ, ਭਾਵੇਂ ਸਿਧਾਂਤਕ ਤੌਰ ਤੇ ਸਾਡਾ ਉਹਦਾ ਵਿਰੋਧ ਹੋਵੇ ਕਿਸੇ ਮੂਵਮੈਂਟ ਦਾ, ਮੇਰਾ ਕਹਿਣ ਦਾ ਭਾਵ ਹੈ ਨਾ, ਪਰ ਉਹਨੂੰ ਜਿਹੜੇ ਸ਼ਬਦ ਆ ਉਹ ਘੱਟੋ ਘੱਟ ਜਿਹੜੇ ਸ਼ਬਦ ਮੂੰਹ 'ਚ ਪਾਏ ਜਾਂਦੇ ਆ, ਜਿੱਦਾਂ ਸਟੇਟ ਹਰ ਇੱਕ ਨੂੰ
ਮੰਨ ਲਓ ਜਿਹੜੇ ਉਹਨਾਂ ਦੇ ਡੈਮੋਕ੍ਰੇਸੀ ਸੋ ਕਾਲਡ ਉਹਨਾਂ ਸਹਿਮਤ ਨਹੀਂ ਹੁੰਦੀ, ਉਹਨਾਂ ਨੂੰ ਬਸ ਚੁੱਕ ਕੇ ਟੈਰਰਿਜ਼ਮ ਦੇ ਖਾਤੇ ਪਾ ਦਿੰਦੇ ਆ। ਤੇ ਇੱਥੇ ਕੋਈ ਹਮਲਾ ਹੋ ਗਿਆ ਵੀ ਉਹ ਜੇ ਕੋਈ ਵੱਖਰੀ ਕਮਿਊਨਿਟੀ ਉਹਨਾਂ ਲਈ ਟੈਰਰਿਸਟ ਬਣਾ ਦੇਣਾ, ਟੈਰਰਿਜ਼ਮ ਆ ਵੀ ਜੇ ਉਹਨਾਂ ਦਾ ਆਪਣਾ ਆ ਤਾਂ ਮੰਨ ਲਓ ਉਹਨਾਂ ਦੇ ਉਹ ਨਹੀਂ ਜੀ। ਉਹ ਹੁਣ ਸਭ ਤੋਂ ਵੱਡੀ ਟੈਰਰਿਜ਼ਮ ਦਾ ਦੁਨੀਆ ਦੀ ਇਕਨੋਮੀ ਦੇ ਹਿਸਾਬ ਨਾਲ ਮੇਰੇ ਖਿਆਲ ਨਾਲ ਜਿੱਡੇ ਵੱਡੀ ਕਰਪਸ਼ਨ ਕੀਤੀ ਜਾਂਦੀ ਹੈ ਲੋਕਾਂ ਨੂੰ, ਉਹਨਾਂ ਦੇ ਕੋਈ ਲੱਗਦੇ ਹੈ ਨਹੀਂ। ਉਹਨਾਂ ਨੂੰ ਕਹਿ ਦਿੰਦੇ ਆ ਕੋਈ ਮੰਨ ਲਓ ਇੱਥੋਂ ਇੰਨੇ ਪੈਸੇ ਲੈ ਕੇ ਭੱਜ ਗਏ, ਇੰਨੀ ਕਰਪਸ਼ਨ ਕੀਤੀ, ਉਹਨਾਂ ਨੂੰ ਸਿਰਫ ਇੱਕ ਕਾਨੂੰਨੀ ਤੌਰ ਤੇ ਮੰਨ ਲਓ ਉਹ ਬੜੇ ਸਭਿਅਕ ਜਿਹੇ ਨਾਂ ਰੱਖੇ ਉਹਨਾਂ ਦੇ ਵੀ ਹਾਂ ਕਰਪਸ਼ਨ ਹੋ ਗਈ ਹੈ, ਗੱਲ ਖਤਮ ਹੈ ਨਾ। ਜਦਕਿ ਉਹਨਾਂ ਲੋਕਾਂ ਨੇ ਇਦਾਂ ਦੇ ਲੱਕ ਭਕਾਉਣੇ ਚਾਹੀਦੇ ਆ ਜਿਹੜੇ ਤੁਹਾਡੀਆਂ ਮੰਨ ਲਓ ਤੁਹਾਡੀ ਕੁਦਰਤੀ ਸਾਹ ਨਾਲ ਨੇਚਰ ਖਾ ਜਾਂਦੇ, ਐਡੀ ਦੂਰੋਂ ਆ ਕੇ ਲੁੱਟ ਕੇ ਸਾਰਾ ਭੱਜ ਵੀ ਜਾਂਦੇ, ਦੇਸ਼ ਵੀ ਛੱਡ ਜਾਂਦੇ ਆ। ਇਹ ਮੇਰੇ ਖਿਆਲ ਨਾਲ ਉਹ ਤੁਸੀਂ ਅੱਜ ਗੱਲ ਟੋਕੀ ਸੀਗੀ ਉਹਨਾਂ ਨੂੰ, ਮੈਨੂੰ ਕਹਿੰਦਾ ਸਾਨੂੰ ਵਧੀਆ ਮੀਡੀਆ ਵਾਲਿਆਂ ਨੂੰ ਇਦਾਂ ਧਿਆਨ ਰੱਖਣਾ ਚਾਹੀਦਾ ਵੀ ਬੇਸ਼ੱਕ ਸਾਡਾ ਵਿਰੋਧੀ ਹੋਵੇ ਨਹੀਂ ਵਰਤਣੇ ਚਾਹੀਦੇ ਇਦਾਂ ਦੇ ਨਾਲ। ਧੰਨਵਾਦ ਦਿਲ ਸਰ, ਥੈਂਕ ਯੂ। ਸਰ ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਗੁਰਫਤਿਹ ਭਾਈ ਸਾਹਿਬ। ਹਾਂਜੀ, ਬੜੀ ਖੁਸ਼ੀ ਹੋਈ ਜਦੋਂ ਤੁਸੀਂ ਵਾਪਸ ਆ ਰਹੇ ਹੋ। ਜਿੱਦਾਂ ਕੋਈ ਇੱਕ ਜਿੱਦਾਂ ਜ਼ਿੰਦਗੀ ਚੋਂ ਉਦਾਸੀ ਉੱਡ ਗਿਆ ਲੱਗਦਾ ਸੀ। ਤੇ ਜਿੱਦਾਂ ਜਿਹੜੀ ਤੁਸੀਂ ਖਬਰ ਹੁਣ ਪਹਿਲਾਂ ਬਲੱਡ ਡੋਨੇਸ਼ਨ ਦੀ ਕੀਤੀ, ਤਾਂ ਬਿਲਕੁਲ ਇਹ ਆ ਵੀ ਸਾਨੂੰ ਜਿਹੜਾ ਆਪਣਾ ਆਪ ਨਹੀਂ ਭੁੱਲਣਾ ਚਾਹੀਦਾ, ਪਰ ਨਾਲ ਨਾਲ ਜਿਹੜੀ ਗੱਲ ਚੇਤੇ ਕਰਾਉਂਦੇ ਰਹਿਣਾ ਚਾਹੀਦਾ। ਉਹ ਵਧੀਆ ਗੱਲ ਹੈ। ਤੇ ਆ ਜਿਹੜੀ ਹੁਣ ਤੁਸੀਂ ਖਬਰ ਆਸਟ੍ਰੇਲੀਆ ਵਾਲੇ ਜਿਹੜੀ ਸੁਣਾਈ ਆ, ਇਹਦੇ ਵਿੱਚ ਦੇਖਣ ਵਾਲੀ ਗੱਲ ਇਹੋ ਹੈਗੀ ਆ, ਜਿਹੜਾ ਨਸ਼ਰ ਕੇਨ ਕੀਤੀ ਹੈਗੀ ਆ ਖਬਰ, ਉੱਥੇ ਕੋਈ ਅਫਗਾਨ ਮੀਡੀਆ ਭਾਵਾਂ ਦੀ ਉਹਨੇ ਵੀ ਕੀਤੀ ਆ, ਪਰ ਜਿਹੜਾ ਮੇਨ ਗੱਲ ਉਹਦੇ ਵਿੱਚ ਹੈ ਜਿਹੜਾ ਭਾਵਾਂ ਦੀ ਉਹ ਬਗਾਨੇ ਦੇਸ਼ ਵਿੱਚ ਬਗਾਨੀ ਫੌਜ ਜਾ ਕੇ ਉੱਥੇ ਅਤਿਆਚਾਰ ਕਰ ਰਹੀ ਆ। ਤਾਂ ਉਸੇ ਦੇਸ਼ ਦੀ ਜਿਹੜੀ ਦੂਜਾ ਪੱਤਰਕਾਰ ਆ, ਤੇ ਉਹ ਇਹ ਨਹੀਂ ਦੇਖ ਰਹੀ ਕਿ ਹੁਣ ਸਾਡੀ ਇਹ ਫੌਜ ਨੇ ਕੀਤਾ ਤੇ ਇਹ ਜਿਹੜਾ ਸਾਡੇ ਦੇਸ਼ ਦੇ ਵਿਰੁੱਧ ਗੱਲ ਹੋ ਜਾਊਗੀ। ਹੁਣ ਉਹਨੇ ਆਪਣੇ ਦੇਸ਼ ਦੀ ਜਿਹੜੀ ਫੌਜ ਦੀ ਆ ਜਿਹੜੀ ਗਲਤ ਗੱਲ ਆ ਉਹਨੂੰ ਜ਼ਾਹਰ ਕੀਤਾ ਹੈਗਾ ਆ। ਤੇ ਇਹੋ ਹੀ ਗੱਲ ਸਿੱਖਣ ਵਾਲੀ ਹੈਗੀ ਆ। ਜੇ ਅਸੀਂ ਜਿਹੜਾ ਹੁਣ ਆਪਾਂ ਕਹੀਏ ਵੀ ਇਹਦੇ ਵਿੱਚੋਂ ਕੁਝ ਨਿਕਲਣਾ ਨਹੀਂ, ਬਿਲਕੁਲ ਨਹੀਂ ਨਿਕਲਣਾ, ਪਰ ਇਹਦੇ ਵਿੱਚੋਂ ਇੱਕ ਬਹੁਤ ਵੱਡੀ ਗੱਲ ਨਿਕਲਦੀ ਆ। ਜੇ ਸੱਚ ਦੀ ਗੱਲ ਤੁਸੀਂ ਕਰੋਗੇ ਤਾਂ ਗੱਲ ਜਿਹੜੀ ਬਦਲੂਗੀ। ਜਦੋਂ ਆਪਣੇ ਜਿਹੜੇ ਜਿਹਨਾਂ ਨੂੰ ਤੁਸੀਂ ਕਹਿੰਦੇ ਆ ਨਾ, ਜਿਹਨਾਂ ਨੂੰ ਆਪਣੇ ਸਾਹਮਣੇ ਕਿ ਦੂਜਿਆਂ ਤੇ ਜ਼ੁਲਮ ਕਰਾਉਂਦੇ ਆ, ਜੇ ਉਹਨਾਂ ਦੇ ਖਿਲਾਫ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਤੁਸੀਂ ਅੱਜ ਨਹੀਂ ਖੜਦੇ ਤਾਂ ਕੱਲ ਨੂੰ ਜ਼ੁਲਮ ਤੁਹਾਡੇ ਤੇ ਵੀ ਹੋਣ ਲੱਗ ਪੈਣਾ। ਸੋ ਇਹ ਜਿਹੜੇ ਵਧੀਆ ਪੱਤਰਕਾਰ ਆ ਇਸ ਗੱਲ ਨੂੰ ਸਮਝਦੇ ਆ, ਉਹਨੇ ਇਹ ਕੰਮ ਕੀਤਾ। ਤੇ ਸਾਡੇ ਮੀਡੀਆ ਨੂੰ ਵੀ ਇਸ ਗੱਲ ਤੋਂ ਸਿੱਖਣਾ ਚਾਹੀਦਾ। ਪੰਜਾਬ ਵਿੱਚ ਅੱਜ ਕੀ ਕੁਛ ਹੋ ਰਿਹਾ ਆ, ਜਿਹੜਾ ਮੇਨ ਸਟ੍ਰੀਮ ਮੀਡੀਆ ਜਿਹੜਾ ਉਹ ਤਾਂ ਬੋਲ ਹੀ ਨਹੀਂ ਰਿਹਾ, ਜਿਹੜਾ ਸੋਸ਼ਲ ਮੀਡੀਆ ਤੇ ਮਾੜਾ ਮੋਟਾ ਪ੍ਰਚਾਰ ਹੋ ਰਿਹਾ ਹੈਗਾ ਆ। ਜੇ ਕਿਤੇ ਵੀ ਗੱਲ ਕਰਦੇ ਤਾਂ ਜਦੋਂ ਸਰਕਾਰਾਂ ਦਾ ਸੱਦਾ ਆ ਜਾਂਦਾ ਉਸ ਗੱਲ ਦਾ ਤਾਂ ਉਹ ਜੱਜ ਨਾਲ ਵਜਾਉਣ ਲੱਗ ਪੈਂਦੇ ਬਾਜਾ ਵੀ ਜੀ ਉਹ ਕਿਸਾਨਾਂ ਨੂੰ ਸੱਦ ਲਿਆ, ਕਿਸਾਨਾਂ ਨੂੰ ਸੱਦ ਲਿਆ। ਪਰ ਦੂਸਰੇ ਪਾਸੇ ਜਿਹੜਾ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਆ ਉਹ ਕਦੀ ਕਿਸੇ ਨੇ ਜਾ ਕੇ ਨਾ ਪਰਦਾਫਾਸ਼ ਕੀਤਾ। ਸੋ ਇਹ ਸਿੱਖਣ ਵਾਲੀ ਗੱਲ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਫਤਿਹ ਭਾਈ ਸਾਹਿਬ। ਸਰ ਕਸ਼ਮੀਰ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਬਹੁਤ ਵਧੀਆ ਤੁਹਾਡੀ ਆਵਾਜ਼ ਸੁਣੀ ਜੀ, ਧੰਨਵਾਦ ਜੀ, ਬਹੁਤ ਬਹੁਤ। ਹਾਂ ਗਿਲ ਸਾਹਿਬ, ਚਲੋ ਇਹ ਤਾਂ ਜਿਹੜੀ ਗੱਲ ਹੋਈ ਆਸਟ੍ਰੇਲੀਆ ਦੇ ਵਿੱਚ ਕੁੱਤੇ ਛੱਡੇ ਜਾਂ ਨਾ, ਬਹੁਤ ਵਧੀਆ ਬਹਾਦਰ ਉਹ ਜਿਹੜੀ ਪੱਤਰਕਾਰ ਜਨਾਨੀ ਆ। ਤਾਂ ਜਿਹੜੇ ਸਾਡੇ ਪਿੱਛੇ ਕੁੱਤੇ ਛੱਡੇ ਅੱਜ ਦਾ ਦਿਨ ਜੋ ਸਾਡੇ ਨਾਲ ਕੀਤਾ ਆ, ਉਹ ਤਾਂ ਸ਼ਰੇਆਮ ਸਭ ਕੁਝ ਅਸੀਂ ਅੱਖੀ ਦੇਖਿਆ ਨਾ। ਜੀ ਜੀ ਜੀ। ਇਹਦੇ ਕਰਕੇ ਜਿਹੜੇ ਪੱਤਰਕਾਰ ਵਾ ਜਿਹੜੇ ਜਿੱਦਾਂ ਹੱਕ ਸੱਚ ਦੀ ਗੱਲ ਕਰਦੇ ਆ, ਅਸੀਂ ਉਹਨਾਂ ਨੂੰ ਸਲੂਟ ਕਰਦੇ ਆ ਜੀ। ਤੇ ਇਹਦੇ ਕਰਕੇ ਕੋਈ ਵੀ ਜਾਂ ਤੁਸੀਂ ਇਸ਼ੂ ਲਿਆਂਦਾ ਬੜਾ ਵਧੀਆ ਆ। ਹੁਣ ਕਈ ਵਾਰੀ ਅਸੀਂ ਗੱਲ ਕਰਦੇ ਆ ਆਪਣੇ ਗਿਲ ਸਾਹਿਬ ਰੇਡੀਓ ਤੇ ਗੱਲ ਕਰਦੇ ਆ, ਜਦੋਂ ਅਸੀਂ ਕਦੇ ਗੱਲ ਉੱਤਰਲੀ ਕਰਦੇ ਸਾਡੀ ਲਾਈਨ ਉਸ ਵੇਲੇ ਇਹਦੇ ਕਰਕੇ ਇਹ ਨਹੀਂ ਹੁੰਦੀ ਵੀ ਤੁਸੀਂ ਸਾਹਮਣੇ ਕਰੋ ਗੱਲ ਦਾ, ਕੋਈ ਬੰਦਾ ਗਾਲ ਨਹੀਂ ਕਿਸੇ ਨੂੰ ਕੱਢਦਾ। ਜੀ ਜੀ। ਇਹਦੇ ਕਰਕੇ ਆਪਾਂ ਕੀ ਲੈਣਾ ਕਿਸੇ ਕੋਲੋਂ, ਆਪਾਂ ਤਾਂ ਗੱਲ ਉਹ ਕਰਨੀ ਜਿਹੜੀ ਨਾ ਸਾਨੂੰ ਕਿਸੇ ਪਾਰਟੀਆਂ ਨੂੰ ਦੇਣਾ ਨਾ ਲੈਣਾ ਦੇਣਾ। ਇਹ ਤਾਂ ਗੱਲ ਕਰਦੇ ਆ ਯਾਰ, ਹਰ ਕੇ ਦਿਨ ਫਿਰ ਰੇਡੀਓ ਤੋਂ ਗੱਲ ਕਰਨ ਨੂੰ ਹਟ ਜਾਵਾਂਗੇ ਅਸੀਂ। ਬਿਲਕੁਲ ਜੀ, ਪਰ ਸੱਚ ਇਹ ਹੋਊਗਾ ਗੱਲ। ਹਾਂ, ਇਹਦੇ ਕਰਕੇ ਅਸੀਂ ਤੁਹਾਨੂੰ ਸਾਰਿਆਂ ਨੂੰ ਸਲੂਟ ਆ ਜੀ। ਤੁਸੀਂ ਜਿਹੜੀ ਗੱਲ ਸੁਣਦੇ ਆ, ਜਿੰਨੇ ਵੀ ਪੱਤਰਕਾਰ, ਜਿੰਨੇ ਹੁਣ ਤੁਸੀਂ ਇੱਥੇ ਵੀ ਆ ਸਵੇਰੇ ਕੌਸ਼ਲ ਸਾਹਿਬ ਬੜਾ ਵਧੀਆ, ਇਹਦੇ ਕਰਕੇ ਸਲੂਟ ਕਰਦੇ ਸਾਰੇ। ਇਹ ਗੱਲ ਬੜੀ ਵਧੀਆ ਸਹਿਜ ਨਾਲ ਸੁਣਦੇ ਆ, ਉਹ ਜਵਾਬ ਵੀ ਦਿੰਦੇ ਆ। ਥੈਂਕ ਯੂ ਕਸ਼ਮੀਰ ਸਿੰਘ ਜੀ, ਧੰਨਵਾਦ। ਸੈਮ ਜੀ, ਲਾਈਨ ਨੰਬਰ 1। ਗਿਲ ਸਾਹਿਬ, ਦੇਖੋ ਇੱਕ ਚੀਜ਼ 'ਚ ਹੈ ਵੀ ਸਾਰੇ ਲੋਕ ਇਸ ਚੀਜ਼ ਨੂੰ ਸੋਚਦੇ ਆ, ਸਮਝਦੇ ਆ। ਹੁਣ ਉਹ ਪੱਤਰਕਾਰ ਤੇ ਅਸੀਂ ਬਹੁਤ ਵਧੀਆ ਉਹਨੂੰ ਕਹਿ ਰਹੇ ਵੀ ਉਹਨੇ ਆਪਣਿਆਂ ਦਾ ਹੀ ਕੀਤਾ ਹੋਇਆ ਜ਼ੁਲਮ ਮੂਹਰੇ ਲਿਆਂਦਾ, ਉਹਨੇ ਆਪਣਿਆਂ ਦੇ ਹੀ ਵੱਲੋਂ ਉਂਗਲ ਕੀਤੀ ਵੀ ਤੂੰ ਗਲਤ ਆ। ਅਗਰ ਇਹ ਸਾਰੇ ਕਰਨ ਲੱਗ ਪੈਣ ਫਰਕ ਹੀ ਤਾਂ ਪੈਣਾ, ਪਰ ਸਾਰੇ ਕਰਦੇ ਨਹੀਂ ਹੈਗੇ। ਮੈਂ ਆਪਣੇ ਧਰਮ ਨੂੰ ਕੁਛ ਕਹਿ ਲਵਾਂ, ਮੈਂ ਆਪਣੇ 'ਚ ਕੋਈ ਕਮੀ ਕਹਿ ਕੇ ਦੇਖਾਂ ਤਾਂ ਲਿਖੋ ਤਾਂ ਉਸੇ ਵੇਲੇ ਮੋਹਰਾਂ ਲੱਗਦੀਆਂ ਠਾ 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 ਠਾ। ਅਗਲਾ ਕਹਿ ਦਿੰਦਾ ਉਹ ਸਾਨੂੰ ਵਧੀਆ ਲੱਗਦਾ ਆ।
ਕਹੋ ਤਾਂ ਮੈਨੂੰ ਲੱਗਦਾ ਅੱਜ ਤੋਂ ਹੀ ਸ਼ੁਰੂ ਕਰੋ। ਅਸੀਂ ਆਪਣਿਆਂ 'ਚ ਖਾਮੀਆਂ ਕੱਢੇ ਤੇ ਇਹਨਾਂ ਦੇ ਨੁਕਸਾਂ ਨੂੰ ਫਿਕਸ ਕਰੀਏ, ਅਗਲਾ ਉਹ ਆਪਣਿਆਂ 'ਚ ਕਰੇ। ਔਰ ਸਦਾ ਹੀ ਇਸ ਚੀਜ਼ ਨੂੰ ਸਦਾ ਹੀ ਬੜਾਵਾ ਦਿਓ। ਜੇ ਇਸ ਬੰਦੇ ਨੇ ਇਦਾਂ ਦੀ ਗੱਲ ਕੀਤੀ ਆ ਵੀ ਤੂੰ ਬਹੁਤ ਵਧੀਆ ਕੰਮ ਕੀਤਾ, ਚਾਹੇ ਉਹ ਤੇਰਾ ਆਪਣਾ ਸੀ, ਅਗਰ ਉਹ ਜ਼ੁਲਮ ਕਰਦਾ ਆ ਉਹਨੂੰ ਮੋਹਰੇ ਲੈ ਕੇ ਆ। ਅਜਿਹਾ ਇਹ ਸਾਰੇ ਮੁਲਕ ਕਰਨ ਲੱਗਣ ਤੇ ਇਹ ਚੀਜ਼ ਡਿਫਰੈਂਟ ਹੋ ਜਾਵੇ, ਪਰ ਅਸੀਂ ਕਰਦੇ ਰਹੀਏ। ਬਿਲਕੁਲ ਡਿਫਰੈਂਸ ਆਫ ਓਪੀਨੀਅਨ ਦਾ ਸਤਿਕਾਰ ਜ਼ਰੂਰ ਹੋਣਾ ਚਾਹੀਦਾ। ਇਹ ਗੱਲ ਮੈਂ ਬਿਲਕੁਲ ਤੁਹਾਡੀ ਨਾਲ ਸਹਿਮਤ ਹਾਂ ਸੈਮ ਜੀ। ਸਰਦਾਰ ਪ੍ਰਭਜੋਤਪਾਲ ਸਿੰਘ ਜੀ ਕੋਈ ਹੋਰ ਗੱਲਬਾਤ ਕਰਨੀ ਚਾਹੁੰਦੇ ਨੇ? ਲਾਈਨ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਿੰਘ ਸਾਹਿਬ, ਮੈਂ ਬਿਲਕੁਲ ਕਾਲਰ ਨਾਲ ਸਹਿਮਤ ਹਾਂ ਤੇ ਮੈਂ ਸੱਦਾ ਦਿੰਦਾ, ਆਓ ਰਲ ਕੇ ਆਪਾਂ ਜਿਹੜੇ ਆਪਣਿਆਂ ਨੇ, ਸਾਡੀਆਂ ਸਰਕਾਰਾਂ ਨੇ ਸਾਡੇ ਤੇ ਤਸ਼ੱਦਦ ਕੀਤੇ, ਕਿਤੇ ਸਾਨੂੰ ਸਿੱਖ ਕਹਿ ਕੇ ਮਾਰਿਆ, ਕਿਤੇ ਦਲਿਤ ਕਹਿ ਕੇ ਮਾਰਿਆ, ਕਿਤੇ ਸਾਨੂੰ ਮੁਸਲਮਾਨ ਕਹਿ ਕੇ ਮਾਰਿਆ, ਕਿਤੇ ਸਾਨੂੰ ਕ੍ਰਿਸਚੀਅਨ ਕਹਿ ਕੇ ਮਾਰਿਆ, ਤੇ ਕਿਸੇ ਜਿੱਥੇ ਕਿਤੇ ਗਰੀਬ ਕਹਿ ਕੇ ਮਾਰਿਆ ਹੈਗਾ ਆ। ਆਓ ਸਰਕਾਰ ਦੇ ਖਿਲਾਫ ਜਿਹੜਾ ਸਰਕਾਰ ਦਾ ਜਿਹੜਾ ਸਰਕਾਰੀ ਅੱਤਵਾਦ ਚੱਲ ਰਿਹਾ ਹੈਗਾ ਉਹਦੇ ਖਿਲਾਫ ਆਪਾਂ ਰਲ ਕੇ ਆਵਾਜ਼ ਚੁੱਕੀਏ। ਜੇ ਸਾਡੇ ਸਿੱਖ ਭਰਾਵਾਂ ਨੇ ਕਿਤੇ ਨਜਾਇਜ਼ ਕੋਈ ਕੀਤੀ ਹੋਵੇ ਤਾਂ ਬਿਲਕੁਲ ਉਸ ਨੂੰ ਪੁਆਇੰਟ ਆਊਟ ਕੀਤਾ ਜਾਣਾ ਚਾਹੀਦਾ, ਪਰ ਇਸ ਗੱਲ ਨੂੰ ਖਿਆਲ ਰੱਖਿਆ ਜਾਣਾ ਚਾਹੀਦਾ ਸਰਕਾਰ ਨੇ ਉਹ ਸਿੱਖਾਂ ਦੇ ਭੇਸ 'ਚ ਜਿਹੜੇ ਭੇੜੀਏ ਬਾੜ ਕੇ ਸਾਡੇ ਤੇ ਜਿਹੜਾ ਅਤਿਆਚਾਰ ਕੀਤਾ, ਆਓ ਉਹਦੇ ਖਿਲਾਫ ਅੱਜ ਗੱਲ ਕਰੀਏ ਸਰਕਾਰ ਨੇ ਸਾਡੇ ਤੇ ਕਿੱਦਾਂ ਅਤਿਆਚਾਰ ਕੀਤਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਗੁਰਫਤਿਹ ਜੀ। ਪ੍ਰੋਗਰਾਮ ਡੇ ਟੂ ਡੇ ਹੋਲਸੇਲ ਕੈਸ਼ ਕੈਰੀ ਤੁਹਾਡੇ ਲਈ ਪਹੁੰਚਾ ਰਿਹਾ ਜੀ 604 503 87 87 78 ਤੇ 128 ਤੇ। ਬਹੁਤ ਵੱਡਾ ਗਰੋਸਰੀ ਸਟੋਰ ਹੈ, ਸਾਰਾ ਸਮਾਨ, ਘਰ ਦਾ ਸਮਾਨ, ਹਰ ਚੀਜ਼ ਤੁਸੀਂ ਉੱਥੋਂ ਲੈ ਸਕਦੇ ਹੋ। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ। ਕੇਵਲ ਥਿੰਦ ਜੀ, ਲਾਈਨ ਨੰਬਰ 2। ਹਾਂਜੀ, ਮੈਂ ਪੱਤਰਕਾਰਾਂ ਨੂੰ ਸਲਾਮ ਕਰਦਾ ਜੀ। ਤੇ ਇਹ ਸੀਸ ਤਲੀ ਤੇ ਧਰ ਕੇ ਕੰਮ ਕਰਦੇ ਆ। ਬਗਦਾਦ ਦੇ ਵਿੱਚ ਕਿੰਨੇ ਮਾਰੇ, ਇਰਾਨ ਦੇ ਵਿੱਚ ਮਾਰੇ, ਆਪਣੇ ਪੰਜਾਬ ਤੇ ਸਾਰੇ ਇੰਡੀਆ 'ਚ ਪੱਤਰਕਾਰ ਮਾਰਿਆ, ਤੇ ਉਹਨੂੰ ਸਜ਼ਾ ਹੋਈ ਆ ਨਾ, ਬੈਠਾ 25 ਸਾਲ ਲਈ ਹੁਣ, ਜਿਹਨੇ ਪੱਤਰਕਾਰ ਦਾ ਕਤਲ ਕਰਾਇਆ ਸੀਗਾ। ਬਿਲਕੁਲ ਠੀਕ ਹੈ। ਮੈਂ ਇਹਨਾਂ ਨੂੰ ਸਲਾਮ ਕਰਦਾ ਜੀ, ਬਹੁਤ ਵਧੀਆ ਇਹ ਕੰਮ ਸੱਚ ਦਾ ਕਰਦੇ ਆ। ਥਿੰਦ ਸਾਹਿਬ ਥੈਂਕ ਯੂ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਕੱਲ ਨੂੰ 9 ਵਜੇ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਰਹਿਣਾ। ਸੱਚ ਤੇ ਪਹਿਰਾ ਦੇਣਾ ਬਹੁਤ ਜ਼ਰੂਰੀ ਆ, ਸੱਚ ਬੋਲਣਾ ਜ਼ਰੂਰੀ ਆ, ਤੇ ਕਿਸੇ ਤੇ ਜ਼ੁਲਮ ਜਦ ਹੁੰਦਾ ਹੈ ਉੱਥੇ ਵੀ ਖੜਨਾ ਜ਼ਰੂਰੀ ਆ।